ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ। ਕੁਝ ਟਾਈਮ ਪਹਿਲਾਂ ਮੈਂ ਇੱਕ ਇੰਸਟਾਗ੍ਰਾਮ ਦੇ ਉੱਤੇ ਸਟੋਰੀ ਪਾਈ ਹੋਈ ਸੀਗੀ ਤੇ ਜੋ ਕਿ ਸਾਡੀ ਮੈਂਟਲ ਹੈਲਥ ਕੇਅਰ ਦੇ ਉੱਤੇ ਸੀਗੀ ਐਂਡ ਪਿਛਲੇ ਕੁਝ ਦਿਨਾਂ ਦੇ ਵਿੱਚ, ਕੁਝ ਮੰਥਸ ਦੇ ਵਿੱਚ ਸਾਡੇ ਸਾਹਮਣੇ ਐਸੇ ਕੇਸਿਸ ਆਏ ਜਿੱਦਾਂ ਸੁਸ਼ਾਂਤ ਸਿੰਘ ਰਾਜਪੂਤ ਦਾ ਸਾਡੇ ਸਾਹਮਣੇ ਕੇਸਿਸ ਆਇਆ ਐਂਡ ਬਹੁਤ ਸਾਰੇ ਐਸੇ ਕੇਸਿਸ ਵੀ ਹੈਗੇ ਆ ਜੋ ਸਾਡੇ ਸਾਹਮਣੇ ਆ ਹੀ ਨਹੀਂ ਪਾਏ। ਸੋ ਮੇਰੇ ਦਿਮਾਗ 'ਚ ਇਹ ਚੱਲਦਾ ਪਿਆ ਸੀਗਾ ਕਿ ਕਾਫੀ ਸਾਰੇ ਸਾਡੇ ਫੋਲੋਅਰਸ ਜਾਂ ਜਿਹੜੇ ਨਹੀਂ ਵੀ ਹੈਗੇ, ਜਿਹੜੇ ਸਾਨੂੰ ਉੱਦਾਂ ਦੇਖਦੇ ਹੈ, ਉਹਨਾਂ ਦੇ ਮਨ ਦੇ ਵਿੱਚ ਵੀ ਐਸੀਆਂ ਕੁਝ ਗੱਲਾਂ ਹੋਣੀਆਂ ਆ ਜੋ ਕਿਸੇ ਦੇ ਨਾਲ ਨਹੀਂ ਡਿਸਕਸ ਕਰ ਪਾਉਂਦੇ ਪਏ। ਸੋ ਉਹਦੇ ਕਰਕੇ ਕੀ ਹੋਇਆ ਕਿ ਮੈਂ ਇੱਕ ਗੂਗਲ ਫਾਰਮ ਬਣਾਇਆ ਸੀਗਾ ਜਿਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਜਣਿਆਂ ਨੂੰ ਇਹ ਕਿਹਾ ਸੀਗਾ ਕਿ ਅਗਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਕੁਐਸਚਨ ਹੈਗਾ ਆ, ਚਾਹੇ ਉਹ ਤੁਹਾਡੀ ਫੈਮਿਲੀ ਰਿਲੇਟਡ ਇਸ਼ੂ ਹੋਵੇ, ਚਾਹੇ ਉਹ ਤੁਹਾਡੇ ਜੌਬ ਰਿਲੇਟਡ ਹੋਵੇ, ਚਾਹੇ ਉਹ ਤੁਹਾਡੇ ਕਿਸੇ ਵੀ ਰਿਲੇਟਡ ਕੋਈ ਇਸ਼ੂ ਹੈਗਾ ਜੋ ਤੁਹਾਨੂੰ ਅੰਦਰੋਂ ਅੰਦਰ ਹੀ ਖਾ ਰਿਹਾ, ਜੋ ਕੁਐਸਚਨ ਤੁਸੀਂ ਪੁੱਛੋ, ਉਹ ਗੂਗਲ ਫਾਰਮ ਦੇ ਵਿੱਚ ਤੁਸੀਂ ਉਹ ਕੁਐਸਚਨ ਪਾਓ। ਤੇ ਆਪਾਂ ਕਾਫੀ ਸਾਰੇ ਜਿਹੜੇ ਕੁਐਸਚਨ ਸਾਨੂੰ ਰਿਸੀਵ ਹੋਏ, ਬਹੁਤ ਹੀ ਜ਼ਿਆਦਾ ਕੁਐਸਚਨਸ ਰਿਸੀਵ ਹੋਏ। ਆਪਾਂ ਬੈਠੇ ਥੋਰਲੀ ਉਹਨੂੰ ਸਾਰਿਆਂ ਨੂੰ ਰੀਡ ਕੀਤਾ ਐਂਡ ਮੈਂ ਦੇਖਿਆ ਉਹ ਕੁਐਸਚਨ ਬਹੁਤ ਜ਼ਿਆਦਾ ਪਰਸਨਲਾਈਜ਼ ਕੁਐਸਚਨ ਸੀਗੇ। ਸੋ ਸਾਡੇ ਨਾਲ ਅੱਜ ਹੈਗੇ ਆ ਮਿਸ ਨਿਕਿਤਾ ਸ਼ਰਮਾ। ਸ਼ੀ ਇਜ਼ ਅ ਸਾਈਕੋਲੋਜਿਸਟ, ਪ੍ਰੋਫੈਸ਼ਨਲ ਸਾਈਕੋਲੋਜਿਸਟ, ਮੈਂਟਲ ਹੈਲਥ ਕੇਅਰ ਦੇ ਉੱਤੇ ਹੀ ਕੰਮ ਕਰਦੇ ਐਂਡ ਅੱਜ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਮਿਸ ਨਿਕਿਤਾ ਨੇ ਮੈਨੂੰ ਵੀ ਬਹੁਤ ਜ਼ਿਆਦਾ ਹੈਲਪ ਆਊਟ ਕੀਤਾ ਕਿਉਂਕਿ ਜਿੰਨੇ ਵੀ ਕੁਐਸਚਨ ਆਉਂਦੇ ਪਏ ਸੀਗੇ, ਕਿਉਂਕਿ ਐਜ਼ ਮੈਂ ਇੱਕ ਪ੍ਰੋਫੈਸ਼ਨਲ ਸਾਈਕੋਲੋਜਿਸਟ ਜਾਂ ਫਿਰ ਪ੍ਰੋਫੈਸ਼ਨਲ ਨਹੀਂ ਹੈਗਾ ਇਸ ਕੇਸ ਦੇ ਵਿੱਚ, ਤੇ ਮੈਂ ਸੋਚਿਆ ਕਿ ਆਪਾਂ ਉਹ ਜਿਹੜੇ ਕੁਐਸਚਨ ਹੈ ਇੱਕ ਪ੍ਰੋਫੈਸ਼ਨਲ ਸਾਈਕੋਲੋਜਿਸਟ ਦੇ ਉੱਤੇ ਅਗਰ ਹੈਲਪ ਲੈ ਕੇ ਕਰਾਂਗੇ ਤੇ ਜ਼ਿਆਦਾ ਬੈਟਰ ਰਹੇਗਾ। ਸੋ ਵੈਲਕਮ। ਹਾਈ ਗਾਇਜ਼, ਹਾਊ ਆਰ ਯੂ? ਆਲ ਗੁੱਡ। ਤੁਸੀਂ ਕਿੱਦਾਂ? ਤੁਸੀਂ ਦੱਸੋ ਕੀ ਹਾਲ ਚਾਲ? ਮੈਂ ਵੀ ਬਹੁਤ ਵਧੀਆ। ਅੱਜ ਮੈਂ ਆਪਣੇ ਹਸਪੀਟਲ ਤੋਂ ਹੀ ਆਪਣੇ ਸੈਸ਼ਨਸ ਕਲੀਅਰ ਕਰਕੇ ਆ ਰਹੀ ਹਾਂ ਐਂਡ ਸਪੈਸ਼ਲੀ ਵੀ ਥਾਟ ਵੈਨ ਯੂ ਰੀਚਡ ਆਊਟ ਟੂ ਮੀ, ਤੁਹਾਡਾ ਇਨੀਸ਼ੀਏਟਿਵ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ, ਸਪੈਸ਼ਲੀ ਯੂ ਗਾਇਜ਼, that couple though, you are an inspiration for a lot of couples and your followers, like ਗਾਇਜ਼ ਤੁਸੀਂ ਇਹ ਇਨੀਸ਼ੀਏਟਿਵ ਲੈ ਰਹੇ ਹੋ। ਸੋ ਇੱਕ ਤਰੀਕੇ ਦੀ ਮਿਸਾਲ ਹੈ ਸਾਡੇ ਸਾਰੇ ਇਨਫਲੂਐਂਸਰਸ ਵਾਸਤੇ ਕਿ ਮੈਂਟਲ ਹੈਲਥ ਕੇਅਰ ਵਾਸਤੇ ਜਿੰਨਾ ਜ਼ਿਆਦਾ ਹੋ ਸਕੇ ਅਵੇਅਰਨੈਸ ਲਿਆਈ ਜਾਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਹੈਲਪ ਵਾਸਤੇ ਪੋਸੀਬਿਲਿਟੀਜ਼ ਕ੍ਰੀਏਟ ਕੀਤੀਆਂ ਜਾਣ। ਸੋ ਆਈ ਹੋਪ ਸਾਡਾ ਇਹ ਛੋਟਾ ਜਿਹਾ ਜਿਹੜਾ ਐਫਰਟ ਹੈ ਅੱਜ ਉਹ ਕਾਫੀ ਲੋਕਾਂ ਦੇ ਲਈ ਮਦਦਗਾਰ ਹੋਏਗਾ। ਆਪਾਂ ਜੋ ਜਿੰਨੇ ਵੀ ਕੁਐਸਚਨ ਸਾਨੂੰ ਰਿਸੀਵ ਹੋਏ ਸੀਗੇ, ਨਿਕਿਤਾ ਮੈਮ ਦੇ ਨਾਲ ਅਸੀਂ ਬੈਠ ਕੇ ਆਪਾਂ ਸਾਰੇ ਉਹ ਥੋਰਲੀ ਸਾਰੇ ਰੀਡ ਕੀਤੇ ਐਂਡ ਉਹ ਸਾਰੇ ਕੁਐਸਚਨਸ ਜਿਹੜੇ ਆਪਾਂ ਕਲੈਕਟਿਵਲੀ ਕੁਝ ਮਤਲਬ ਕਾਫੀ ਸਾਰੇ ਐਸੇ ਕੁਐਸਚਨ ਸੀਗੇ ਬਹੁਤ ਜ਼ਿਆਦਾ ਪਰਸਨਲਾਈਜ਼ ਸੀਗੇ, ਕਾਫੀ ਜ਼ਿਆਦਾ ਲੋਕੀ ਪਰੇਸ਼ਾਨ ਹੈਗੇ ਆ। ਮੇਰਾ ਖੁਦ ਹੀ ਮਤਲਬ ਮੈਂ ਮਾਈਂਡ ਬਹੁਤ ਅਪਸੈਟ ਰਿਹਾ ਇੱਕ ਦੋ ਦਿਨ ਕਿ ਯਾਰ ਮੈਂ ਇੰਨਾ ਜ਼ਿਆਦਾ ਪਰੇਸ਼ਾਨ ਹੈਗੇ ਲੋਕੀ। ਸੋ ਆਪਾਂ ਜਨਰਲਾਈਜ਼ ਕੁਐਸਚਨ ਜਿਹੜੇ ਆ 10 ਤੋਂ 11 ਆਪਾਂ ਕੁਐਸਚਨ ਜਿਹੜੇ ਆ ਜਨਰਲਾਈਜ਼ ਕੁਐਸਚਨ ਜਿਹੜੇ ਸਾਰਿਆਂ ਦੀ ਹੀ ਪ੍ਰੋਬਲਮ ਜੋ ਕਵਰ ਕਰ ਸਕਣ, ਆਪਾਂ ਉਹ ਕੁਐਸਚਨ ਆਪਾਂ ਅਲੱਗ ਕੀਤੇ ਆ ਤੇ ਅੱਜ ਆਪਾਂ ਉਹਦੇ ਉੱਤੇ ਗੱਲ ਕਰਾਂਗੇ। ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਜਿੱਦਾਂ ਲੋਕਡਾਊਨ ਹੁਣੇ ਰੀਸੈਂਟਲੀ ਖਤਮ ਹੋਇਆ ਆ ਤੇ ਪਰ ਲੋਕੀ ਹੱਲੇ ਵੀ ਉਸੇ ਟਰੋਮਾ 'ਚ ਆ ਤੇ ਉਹ ਘਰ ਬੈਠੇ ਬੈਠੇ ਉਹਨਾਂ ਨੂੰ ਇੰਨਾ ਉਸੇ ਗੱਲ ਦੀ ਮਤਲਬ ਇੰਨਾ ਟੈਨਸ਼ਨ ਹੋ ਗਈ ਹੋਈ ਆ ਕਿ ਆਪਾਂ ਘਰ ਬੈਠੇ ਕਿਤੇ ਜਾ ਨਹੀਂ ਸਕਦੇ ਤੇ ਉਹਦੇ 'ਚੋਂ ਕਿੱਦਾਂ ਲੋਕੀ ਬਾਹਰ ਆਉਣ, ਉਸ ਤਰ੍ਹਾਂ ਦਾ ਜਿਹੜਾ ਐਂਜ਼ਾਈਟੀ ਲੈਵਲ ਉਹਨਾਂ ਦਾ ਬਣ ਗਿਆ ਹੋਇਆ ਹੈ ਤੇ ਉਸ ਚੀਜ਼ ਤੋਂ ਕਿੱਦਾਂ ਬਾਹਰ। ਹਰ ਬੰਦਾ ਜਿੱਦਾਂ ਪਹਿਲਾਂ ਕਦੇ ਨਾ ਕਦੇ ਤਾਂ ਆਊਟਿੰਗ ਕਰਦਾ ਹੀ ਸੀ, ਹੁਣ ਬਿਲਕੁਲ ਹੀ ਸਾਰਾ ਕੁਝ ਬੰਦ ਹੋ ਗਿਆ ਅਚਾਨਕ ਤੇ ਸਾਰਿਆਂ ਲਈ ਬੜਾ ਡਿਪਰੈਸਿੰਗ ਹੈ ਇੱਕ ਤਰ੍ਹਾਂ। ਦੇਖੋ ਇਹ ਗੱਲ ਤੇ ਮੈਂ ਵੀ ਮੰਨੂੰਗੀ ਬਿਲਕੁਲ ਕਿ ਇੱਕ ਤਰੀਕੇ ਦਾ ਫੀਅਰ ਪ੍ਰੋਪਗੇਸ਼ਨ ਬਹੁਤ ਹੋਈ ਪਈ ਹੈ। ਤੁਸੀਂ ਨਿਊਜ਼ ਚੈਨਲਸ ਲਗਾਓ, ਤੁਸੀਂ ਸੋਸ਼ਲ ਮੀਡੀਆ ਖੋਲ੍ਹ ਕੇ ਦੇਖੋ, ਤੁਸੀਂ ਫੇਸਬੁੱਕ, YouTube, WhatsApp ਕਿਤੇ ਵੀ ਜਾਓਗੇ, ਐਵਰੀਵੇਅਰ ਯੂ ਨੋ ਪੀਪਲ ਆਰ ਆਈਦਰ ਡਿਸਕਸਿੰਗ ਅਬਾਊਟ ਕਿ ਹੁਣ ਇੰਨੀਆਂ ਡੈਥਸ ਹੋ ਗਈਆਂ, ਹੁਣ ਇੰਨੇ ਕੇਸਿਸ ਆ ਗਏ, ਹੁਣ ਆ ਹੋ ਗਿਆ, ਉਹ ਹੋ ਗਿਆ। ਫੀਅਰ ਮੌਂਗਰਿੰਗ ਬਹੁਤ ਹੋ ਜਾਂਦੀ ਹੈ, ਉਹ ਖੌਫ ਫੈਲਣਾ ਸ਼ੁਰੂ ਹੋ ਜਾਂਦਾ ਹੈ। ਸੋ ਉਹ ਖੌਫ ਦੇ ਕਰਕੇ ਆਪਣੇ ਹੀ ਘਰ ਬੈਠੇ ਚਾਰ ਦੀਵਾਰੀ ਦੇ ਵਿੱਚ ਤੁਸੀਂ ਬੈਠਿਆ ਬੰਦਾ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਕਿ ਮਤਲਬ ਕਿਤੇ ਸਾਡੇ ਘਰਦਿਆਂ ਦੇ ਨਾਲ ਨਾ ਹੋ ਜਾਵੇ। ਸੋ ਮਤਲਬ ਮੈਂ ਆ ਨਹੀਂ ਕਹਿ ਰਹੀ ਕਿ ਕੋਵਿਡ ਤੋਂ ਰਿਲੇਟਿਡ ਡੈਥਸ ਨਹੀਂ ਹੋ ਰਹੀਆਂ ਜਾਂ ਇਹ ਵਾਇਰਸ ਕਿਸੇ ਤਰੀਕੇ ਦਾ ਕੋਈ ਹੰਬਗ ਹੈ। ਦੇਰ ਕੁਡ ਬੀ ਲਾਈਕ ਸਮ ਸੌਰਟ ਆਫ ਯੂ ਨੋ ਚੀਜ਼ਾਂ ਹੋ ਰਹੀਆਂ ਹੋਣੀਆਂ ਇਸ ਹਿਸਾਬ ਦੀਆਂ। ਆਈ ਵਰਕ ਐਟ ਅ ਹਸਪੀਟਲ ਸੈਟਿੰਗ, ਉੱਥੇ ਵੀ ਸਾਡੇ ਕੋਵਿਡ ਪੋਜ਼ੀਟਿਵ ਦੇ ਕੇਸਿਸ ਆਉਂਦੇ ਨੇ, ਠੀਕ ਹੈ, ਬਟ ਆਲਵੇਜ਼ ਜਸਟ ਟੂ ਸਰਾਊਂਡ ਯੂਰ ਸੈਲਫ ਵਿਦ ਨੈਗੇਟਿਵ ਨਿਊਜ਼ ਲਾਈਕ ਦੈਟ ਕੁਡ ਬੀ ਹਜ਼ਾਰਡਸ ਫॉर योर ਮੈਂਟਲ ਹੈਲਥ, ਹੈ ਨਾ। ਤੁਸੀਂ 24 ਘੰਟੇ ਉਹੀ ਚੀਜ਼ ਡਿਸਕਸ ਕਰੀ ਜਾਓਗੇ, ਉਹੀ ਚੀਜ਼ ਸੁਣੀ ਜਾਓਗੇ ਤਾਂ ਅੰਦਰ ਇੱਕ ਖੌਫ ਜਿਹਾ ਬੈਠਦਾ ਜਾਏਗਾ ਤੇ ਆਪਣੀ ਲਾਈਫ ਤੋਂ ਤੁਸੀਂ ਕੱਢਦੇ ਜਾਓਗੇ, ਹੈ ਨਾ। ਤੇ ਜਿੰਨਾ ਤੁਸੀਂ ਆਪਣੀ ਲਾਈਫ ਤੋਂ ਕੱਢਦੇ ਜਾਓਗੇ ਉਨਾ ਮਤਲਬ ਕਹਿ ਲਓ ਜਿਹੜਾ ਧਿਆਨ ਹੈ ਤੁਸੀਂ ਬਜਾਏ ਆਪਣੇ ਕਿਸੇ ਕੰਮ 'ਤੇ ਫੋਕਸ ਹੋਣ ਦੇ ਜਾਂ ਕਿਸੇ ਹੋਰ ਪ੍ਰੋਡਕਟਿਵ ਐਕਟੀਵਿਟੀ 'ਚ ਆਪਣੇ ਆਪ ਨੂੰ ਰਲਾਉਣ ਦੇ, ਤੁਹਾਡਾ ਸਾਰਾ ਟਾਈਮ ਪ੍ਰੀ ਆਕੂਪੇਸ਼ਨ ਉੱਦਾਂ ਦੀ ਰਹੇਗੀ।
ਇਸ ਮਾਮਲੇ 'ਚ ਮੈਂ ਜ਼ਰੂਰ ਸਮਝ ਸਕਦੀ ਹਾਂ ਕਿ ਲੋਕਾਂ ਦੇ ਹੌਲੀਡੇ ਪਲਾਨਸ ਕੈਂਸਲ ਹੋਏ ਨੇ, ਇੰਨੀਆਂ ਫੈਸਟੀਵਿਟੀਜ਼ ਜਿਹੜੀਆਂ ਰਹਿ ਗਈਆਂ ਉਹ ਨਹੀਂ ਲੋਕੀ ਇੰਜੋਏ ਕਰ ਪਾਏ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੰਪਰੋਮਾਈਜ਼ ਹੋਈਆਂ, ਠੀਕ ਹੈ। ਬਟ ਦ ਪੁਆਇੰਟ ਇਜ਼ ਕਿ ਉਹ ਗਲੋਬਲ ਲੈਵਲ ਤੇ ਹੋਈਆਂ ਨੇ, ਆ ਨਹੀਂ ਕਿ ਸਾਡੇ ਘਰ ਏਦਾਂ ਹੋ ਗਿਆ, ਸਿਰਫ ਸਾਡੇ ਨਾਲ ਤਾਂ ਹੋਇਆ ਨਹੀਂ, ਉਹ ਸਾਰਿਆਂ ਦੇ ਨਾਲ ਹੀ ਹੋਇਆ ਹੈ। ਐਗਜ਼ੈਕਟਲੀ ਸੋ ਉਹਦੇ 'ਚ ਦੇਖੋ ਹਰ ਇੱਕ ਇਨਸਾਨ ਨੇ ਆਪਣੇ ਤਰੀਕੇ 'ਚ ਆਪਣੀ ਲਾਈਫ ਸਟਾਈਲ ਨੂੰ ਥੋੜਾ ਜਿਹਾ ਡੋਮੈਸਟੀਕੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੁੱਡ ਪੁਆਇੰਟ ਇਸ ਪੋਲਿਊਸ਼ਨ ਲੈਵਲ ਘੱਟ ਆਏ ਨੇ ਇੱਥੇ, ਤੇ ਜਲੰਧਰੋਂ ਪਹਾੜ ਵੀ ਦਿਖਦੇ ਪਏ ਸੀਗੇ ਹੈ ਨਾ, ਤੁਸੀਂ ਦੇਖੇ ਸੀਗੇ? ਮੈਂ ਜਦੋਂ ਛੋਟਾ ਹੁੰਦਾ ਸੀਗਾ ਨਾ, ਤੇ ਮੈਂ ਨਾ ਉਹ ਤਾਂ ਬਹੁਤ ਪਹਿਲਾਂ ਦੀ ਗੱਲ ਹੈ, ਮੈਂ ਕਹਿ ਲਓ ਮੈਂ ਹੁਣ ਕੋਈ 8-9 ਸਾਲ ਦਾ, ਤੇ ਸਾਡੇ ਘਰ ਦੇ ਉੱਤੋਂ ਨਾ ਮੈਂ ਕਿਸੇ ਟਾਈਮ ਨਾ ਦੇਖੇ ਸੀਗੇ, ਹਜੇ ਤਾਜੀ ਬਾਰਿਸ਼ ਹੋ ਕੇ ਹਟੀ ਸੀਗੀ ਤੇ ਮੌਸਮ ਕਲੀਅਰ ਸੀਗਾ ਬਿਲਕੁਲ, ਤੇ ਮੈਂ ਦੇਖੇ ਪਹਾੜ। ਉਸ ਵੇਲੇ ਨਾ ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਸੀਗਾ ਕਿ ਯਾਰ ਪਹਾੜ ਦੇਖੇ, ਮੈਂ ਪਹਾੜ ਦੇਖੇ, ਕਹਿੰਦੇ ਤੂੰ ਸ਼ੁਦਾਈ ਹੋ ਗਿਆ, ਇੱਧਰ ਜਦੋਂ ਪਹਾੜ ਦਿਖਦੇ ਹੁਣ ਨਜ਼ਰ ਆਏ ਤਾਂ ਸਾਰਿਆਂ ਨੇ ਮੰਨ ਲਿਆ ਪਹਾੜ ਦੇਖੇ। ਸੋ এনवायरमेंट ਚੇਂਜ ਹੋਇਆ ਇੱਕ ਤਰੀਕੇ ਦਾ, ਜਿਵੇਂ ਦੇ ਪੋਲਿਊਸ਼ਨ ਲੈਵਲਸ ਡ੍ਰੌਪ ਕੀਤੇ ਨੇ, ਥੋੜਾ ਪੀਪਲ ਹੈਵ ਸਟਾਰਟਡ ਕਨੈਕਟਿੰਗ ਵਿਦ ਦ ਨੇਚਰ ਮੋਰ, ਹੈ ਨਾ। ਤੁਸੀਂ ਫਿਜ਼ੀਕਲ ਐਕਟੀਵਿਟੀਜ਼ ਦੇ ਵੱਲ ਆਪਣਾ ਥੋੜਾ ਸਿਹਤ ਵੱਲ ਨੂੰ ਧਿਆਨ ਗਿਆ ਲੋਕਾਂ ਦਾ, ਜੋ ਇੱਕ ਕਹਿ ਲਓ ਇੱਕ ਦੌੜ ਭੱਜ ਲੱਗੀ ਹੋਈ ਸੀ ਲਾਈਫ ਸਟਾਈਲ ਦੀ, ਉਹਨੂੰ ਥੋੜਾ ਜਿਹਾ ਇੱਕ ਰੈਸਟ ਦਾ ਮੌਕਾ ਮਿਲਿਆ, ਠੀਕ ਹੈ। ਸਾਰਿਆਂ ਲਈ ਉਹ ਅਡੈਪਟ ਕਰਨਾ ਵਾਸ ਨਾਟ ਕਨਵੀਨੀਐਂਟ, ਇਨ ਫੈਕਟ ਮੈਨੂੰ ਵੀ ਬੜੀ ਪ੍ਰੋਬਲਮ ਆਈ ਸੀਗੀ ਇਨੀਸ਼ੀਅਲੀ, ਬਟ ਦੈਨ ਐਸ ਪਰ ਚੇਂਜ ਇਜ਼ ਦ ਲਾਅ ਆਫ ਨੇਚਰ, ਜੇ ਹਨੇਰਾ ਹੈਗਾ ਤੇ ਦਿਨ ਨੇ ਚੜਨਾ ਹੀ ਚੜਨਾ ਹੈ, ਜੇ ਸਰਦੀ ਹੈਗੀ ਗਰਮੀ ਨੇ ਆਣਾ ਹੀ ਆਣਾ ਹੈ। ਸੋ ਲਾਈਕ देयर इज अ डिफिकल्ट फेज गोइंग ऑन, बट जस्ट जे ਆਪਾਂ somehow ਉਹਦੇ ਥਰੂ ਆਪਣਾ ਸਰਵਾਈਵਲ ਕਰ ਲਈਏ, somehow ਆਪਣੇ ਆਪ ਨੂੰ ਮੇਨਟੇਨ ਕਰ ਲਈਏ, ਆਪਣੀ ਸਿਹਤ ਦਾ ਧਿਆਨ ਰੱਖ ਕੇ, ਆਪਣੇ ਆਪ ਨੂੰ ਕਿਤੇ ਨਾ ਕਿਤੇ ਪ੍ਰੋਡਕਟਿਵਲੀ ਆਕੂਪਾਈ ਕਰਕੇ, we have scope to learn everything just sitting at our home। YouTube ਖੋਲ ਕੇ ਦੇਖੋ, 1000 ਚੀਜ਼ਾਂ ਉੱਤੇ ਪਈਆਂ ਨੇ, you want to self train ਨੈਚੁਰਲੀ ਕਿ ਜਿੱਥੇ ਅਗਰ ਤੁਹਾਡੇ ਕੋ ਅਗਰ ਮੈਂ ਕਾਫੀ ਸਾਰੇ ਜਿਹੜੇ ਵੀ ਹੈਗੇ ਨਾ ਸਾਡੇ ਬੰਦੇ, ਜਿਹੜੇ ਵੀ ਮੇਰੇ ਘਰ 'ਚ ਵੀ ਇਵਨ ਮੇਰੇ ਫਾਦਰ, ਉਹ ਨਿਊਜ਼ ਦੇਖਦੇ ਸੀ ਕਿ ਆਹ ਦੇਖ ਯਾਰ ਕਿੰਨੇ ਇੰਨੇ ਮਰ ਗਏ ਬੰਦੇ। ਮੈਂ ਕਿਹਾ ਯਾਰ ਪਾਪਾ ਤੁਸੀਂ ਇਹ ਦੇਖੋ ਕਿ ਅਗਰ ਤੁਸੀਂ YouTube ਤੇ ਤੁਸੀਂ ਵਧੀਆ ਚੀਜ਼ਾਂ ਦੇਖਣਾ ਸ਼ੁਰੂ ਕਰੋਗੇ ਨਾ, ਤੇ ਉਹ ਤੁਹਾਨੂੰ ਫਿਰ ਵਧੀਆ ਹੀ ਚੀਜ਼ਾਂ ਸੁਜੈਸਟ ਕਰਨੇ ਸ਼ੁਰੂ ਕਰੇਗਾ। ਐਲਗੋਰਿਦਮ ਵੀ ਉਦਾਂ ਹੀ ਕੰਮ ਕਰਦੀ ਹੈ ਕਿ ਜਿੱਦਾਂ ਦੀ ਤੁਸੀਂ ਚੀਜ਼ ਦੇਖਦੇ ਹੋ ਤੁਹਾਨੂੰ ਉਦਾਂ ਦੀ ਹੀ ਦਿਖਾਣੀਆਂ ਸ਼ੁਰੂ ਕਰ ਦਿੰਦਾ ਫਿਰ, ਤੇ ਉਹ ਚੀਜ਼ ਹੁੰਦੀ ਹੈ ਕਿ ਇਹ ਸਾਡੇ ਹੱਥ 'ਚ ਹੈ ਕਿ ਅਸੀਂ ਕੀ ਦੇਖਣਾ ਚਾਹੁੰਦੇ। ਇਹਦਾ ਮਤਲਬ ਹੈ ਕਿ ਤੁਸੀਂ ਚੰਗੀਆਂ ਚੀਜ਼ਾਂ ਦੇਖੋ, ਸਿੱਖਣ ਵਾਲੀਆਂ ਚੀਜ਼ਾਂ ਦੇਖੋ ਮੇਰੇ ਹਿਸਾਬ ਨਾਲ, ਕਿ ਉਹ ਕਾਫੀ ਜ਼ਿਆਦਾ ਮੇਰੇ ਖਿਆਲ ਨਾਲ ਹੈਲਪਿੰਗ ਵੀ ਹੋ ਸਕਦਾ ਬੰਦੇ ਦੇ। ਆਪਣੇ ਆਪ ਬਾਰੇ ਵੀ ਕਾਫੀ ਕੁਝ ਪਤਾ ਲੱਗਾ, ਕਿਉਂਕਿ ਕਈ ਚੀਜ਼ਾਂ ਬਾਰੇ ਕੀ ਸੀਗਾ ਕਿ ਫੈਮਿਲੀ ਨਾਲ ਟਾਈਮ ਸਪੈਂਡ ਕੀਤਾ, ਸਾਰਿਆਂ ਨੂੰ ਲੱਗਿਆ ਨਾ ਘਰ ਦੇ ਵਧੀਆ ਹੈਗੇ ਤੁਹਾਡੇ। ਅਗਰ ਆਪਾਂ ਇੰਗੇਜ ਰਵਾਂਗੇ, ਸਾਨੂੰ ਨੈਗੇਟਿਵ ਥਾਟ ਲਈ ਟਾਈਮ ਨਹੀਂ ਮਿਲੇਗਾ, ਤਾਂ ਨੈਚੁਰਲੀ ਸਾਡਾ ਮੈਂਟਲ ਹੈਲਥ ਜਿਹੜੀ ਆ ਉਹ ਵਧੀਆ ਰਹੇਗੀ। ਬਿਲਕੁਲ। ਅਗਰ ਆਪਾਂ ਗੱਲ ਕਰੀਏ, ਜੋ ਮੈਨੂੰ ਕਾਫੀ ਸਾਰੇ ਜਿਹੜੇ ਕੁਐਸਚਨ ਜਿਹੜੇ ਰਿਸੀਵ ਹੋਏ ਸੀਗੇ, ਰਿਲੇਸ਼ਨਸ਼ਿਪ ਨੂੰ ਇੱਕ ਜਿਹੜੀ ਮਤਲਬ ਹੈਲਦੀ ਰਿਲੇਸ਼ਨਸ਼ਿਪ ਕਿੱਦਾਂ ਆਪਾਂ ਮੇਨਟੇਨ ਕਰਕੇ ਰੱਖੀਏ, ਜਿਹੜੇ ਲੋਕ ਇਹ ਆਪਣੀ ਮੈਰਿਜ ਨੂੰ ਲੈ ਕੇ ਖਰਾਬ ਹੋਏ ਪਏ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਵੈਸੇ ਆ ਕਪਲਸ ਐਡਵਾਈਸ ਤੇ ਤੁਹਾਡੇ ਦੋਨਾਂ ਤੋਂ ਬੈਟਰ ਕੌਣ ਦੇ ਸਕਦਾ, ਦੈਟ ਕਪਲਸ ਦੋ ਤੁਸੀਂ ਕਪਲ ਗੋਲਸ ਦੀ ਜਿਉਂਦੀ ਜਾਗਦੀ ਮਿਸਾਲ ਹੋ ਦੋਨੋਂ ਜਾਣੇ। ਬਟ ਚਲੋ ਖੈਰ ਇਹ ਕੁਐਸਚਨ ਜਿਹੜਾ ਹੈਗਾ ਸਾਡੇ ਸਮਾਜ ਵਾਸਤੇ ਵੀ ਕਾਫੀ ਏਰੀਆਜ਼ ਵਿੱਚ ਲਾਜ਼ਮੀ ਹੈਗਾ। ਪੀਪਲ are these days going through a lot of relationship disputes, we call them interpersonal relationship issues। ਇਹ ਸਾਈਕੋਲੋਜੀਕਲ ਸਟ੍ਰੈਸਰ ਨੰਬਰ 1 ਹੈ। ਜਿੰਨੀਆਂ ਵੀ ਸਾਈਕੋਲੋਜੀਕਲ ਡਿਸਆਰਡਰਸ ਨੇ ਉਹਨਾਂ ਦੇ ਜੇ ਆਪਾਂ ਸਟ੍ਰੈਸਰਸ ਨੂੰ ਦੇਖੀਏ ਕਿ ਕਿੰਨਾ ਕਾਰਨਾਂ ਕਰਕੇ ਸਾਈਕੋਲੋਜੀਕਲ ਡਿਸਆਰਡਰਸ ਲੋਕਾਂ ਨੂੰ ਸ਼ੁਰੂ ਹੋਏ ਨੇ, ਸੋ ਇੰਟਰਪਰਸਨਲ ਰਿਲੇਸ਼ਨਸ਼ਿਪ ਦੀ ਡਿਸਟਰਬੈਂਸ ਸਭ ਤੋਂ ਵੱਡਾ ਕਾਰਨ ਹੈ। ਸੋ ਐਜ਼ ਜੇ ਆਪਾਂ ਕਪਲਸ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਕਮਿਊਨੀਕੇਸ਼ਨ ਇਜ਼ ਦ ਕੀ। ਤੁਸੀਂ ਗੱਲਬਾਤ ਕਰੋ ਆਪਸ ਦੇ ਵਿੱਚ, ਜੇ ਤੁਸੀਂ ਇੱਕ ਤਰੀਕੇ ਦੀ ਆਪਣੀ ਕਮਿਊਨੀਕੇਸ਼ਨ ਕਰ ਪਾ ਰਹੇ ਹੋ ਨਾ ਪ੍ਰੋਪਰਲੀ, ਤਾਂ ਦੈਟ ਇਜ਼ ਦ ਫਾਊਂਡੇਸ਼ਨ ਆਫ ਯੋਰ ਰਿਲੇਸ਼ਨਸ਼ਿਪ। ਜੇ ਤੁਹਾਡੇ ਵਿੱਚ ਉਹ ਕਮਿਊਨੀਕੇਸ਼ਨ ਬੈਰੀਅਰ ਹੈ, ਦੇਖੋ ਫੀਲਿੰਗਸ ਓਵਰ ਦ ਪੀਰੀਅਡ ਆਫ ਟਾਈਮ ਡਿਵੈਲਪ ਹੋ ਜਾਂਦੀਆਂ। ਫੀਲਿੰਗਸ ਦਾ ਪੈਟਰਨ ਨਾ ਬਹੁਤ ਫਲਕਚੁਏਟਿੰਗ ਚੱਲਦਾ ਹੈ, ਮਤਲਬ ਇਹ ਕਹਿ ਲਓ ਇਨੀਸ਼ੀਅਲੀ ਇਨ ਦ ਇਨੀਸ਼ੀਅਲ ਫੇਜ਼ ਆਫ ਅ ਰਿਲੇਸ਼ਨਸ਼ਿਪ ਇੱਕ ਹਨੀਮੂਨ ਪੀਰੀਅਡ ਹੋਏਗਾ, ਤੁਹਾਡੀ ਇੱਕ ਤਰੀਕੇ ਦੀ ਇੰਟੈਂਸਿਟੀ ਹਾਈਕ ਤੇ ਹੋਏਗੀ, ਪੀਕ ਤੇ ਹੋਏਗੀ। ਨੈਚੁਰਲੀ ਦੇਖੋ ਹਨੀਮੂਨ ਟਾਈਮ ਤਾਂ ਹੁੰਦਾ, ਮੈਂ ਵੀ ਆਪਾਂ ਮੰਨੂਗਾ ਇਸ ਗੱਲ ਨੂੰ ਕਿ ਹਨੀਮੂਨ ਟਾਈਮ ਤਾਂ ਇੱਕ ਐਸਾ ਟਾਈਮ ਹੈ ਕਿ ਨੈਚੁਰਲੀ ਤੁਸੀਂ ਜਾਣੇ ਹੀ ਇਸ ਕਰਕੇ ਕਿ ਤੁਸੀਂ ਇੱਕ ਦੂਸਰੇ ਨੂੰ ਜਾਣ ਸਕੋ, ਕਲੋਜ਼ਲੀ ਜਾਣ ਸਕੋ ਤੁਸੀਂ ਇੱਕ ਦੂਸਰੇ ਨੂੰ, ਤੇ ਉਹਦੇ ਵਿੱਚੋਂ ਕਾਫੀ ਚੀਜ਼ਾਂ ਤੁਸੀਂ ਇੱਕ ਦੂਸਰੇ ਬਾਰੇ ਸਿੱਖਦੇ ਹੋ ਜਿਹਨੂੰ ਤੁਸੀਂ ਆਪਣੇ ਰਿਲੇਸ਼ਨਸ਼ਿਪ ਦੇ ਉੱਤੇ ਅਪਲਾਈ ਕਰ ਸਕਦੇ ਹੋ। ਸਾਨੂੰ ਵੀ ਕਿੰਨੇ ਸਾਡੇ ਡੀਐਮ ਦੇ ਵਿੱਚ ਵੀ ਕੁਐਸਚਨ ਆਉਂਦੇ ਕਿ ਤੁਸੀਂ ਹੈਲਦੀ ਰਿਲੇਸ਼ਨਸ਼ਿਪ ਕਿੱਦਾਂ ਮੇਨਟੇਨ ਕਰੋਗੇ, ਤੇ ਜੋ ਮੈਡਮ ਨੇ ਗੱਲ ਕਹੀ, ਇਹੀ ਗੱਲ ਆਪਾਂ ਜ਼ਿਆਦਾਤਰ ਲੋਕਾਂ ਨੂੰ ਇਹੀ ਕਹਿੰਦੇ ਕਿ ਕਮਿਊਨੀਕੇਸ਼ਨ ਕਰੋ, ਕਮਿਊਨੀਕੇਟ ਕਰੋ ਆਪਣੇ ਪਾਰਟਨਰ ਦੇ ਨਾਲ, ਉਹਦੀ ਪ੍ਰੋਬਲਮ ਸੁਣੋ। ਕੋਈ ਵੀ ਬੰਦਾ ਮਤਲਬ ਰੱਬ ਨਹੀਂ ਹੈਗਾ, ਉਹਨੂੰ ਇਹ ਨਹੀਂ ਪਤਾ ਲੱਗ ਸਕਦਾ ਕਿ ਇਹ ਵਾਰੀ ਹਰ ਬੰਦੇ ਨੂੰ ਆਪਣੀ ਟੈਨਸ਼ਨ ਹੋ ਸਕਦਾ ਤੁਹਾਡੇ ਹਸਬੈਂਡ ਨੂੰ ਕੋਈ ਟੈਨਸ਼ਨ ਹੋਵੇ, ਵਾਈਫ ਨੂੰ ਕੋਈ ਟੈਨਸ਼ਨ ਹੋਵੇ, ਤੇ ਉਹ ਆਪਣੀ ਵੀ ਟੈਨਸ਼ਨ ਦੇ ਵਿੱਚ ਹੋ ਸਕਦੇ ਹਨਾ, ਤੇ ਉਹ ਨਹੀਂ ਸ਼ਾਇਦ ਤੁਹਾਡੇ ਵੱਲ ਨਹੀਂ ਧਿਆਨ ਦੇ ਪਾਏ, ਕੋਈ ਤੁਹਾਡੀ ਨਹੀਂ ਗੱਲ ਨੂੰ ਸਮਝ ਪਾਏ, ਤਾਂ ਮੇਰੇ ਖਿਆਲ ਨਾਲ ਤੁਹਾਨੂੰ ਗੱਲ ਕਰਨੀ ਚਾਹੀਦੀ, ਕਿਉਂਕਿ
ਹਸਬੈਂਡ ਵਾਈਫ ਹੀ ਤੁਹਾਡਾ ਇੱਕ ਐਸਾ ਰਿਲੇਸ਼ਨ ਹੁੰਦਾ ਜਿੱਥੇ ਤੁਸੀਂ ਆਪਣੀ ਗੱਲ ਨੂੰ ਬੋਲ ਸਕਦੇ ਆ ਤੇ ਉਹਨੂੰ ਸੁਣਨੀ ਵੀ ਚਾਹੀਦੀ ਆ, ਕਿਉਂਕਿ ਉਹਦਾ ਬੋਲਣ ਵਾਲੇ ਦਾ ਪੂਰਾ ਹੱਕ ਆ ਤੇ ਸੁਣਨ ਵਾਲੇ ਨੂੰ ਵੀ ਪੂਰਾ ਉਹ ਹੈ ਕਿ ਉਹਨੂੰ ਸੁਣਨਾ ਹੀ ਚਾਹੀਦਾ। ਤੇ ਇੱਕ ਦੂਸਰੇ ਦੀ ਗੱਲ ਸੁਣੋ, ਅਗਰ ਨਹੀਂ ਸੁਣਦੇ ਉੱਥੇ ਹੀ ਪੰਗੇ ਪੈਂਦੇ ਸਰ। ਮੈਂ ਜ਼ਰੂਰ ਇੱਕ ਐਡ ਆਨ ਕਰਨਾ ਚਾਹੂੰਗੀ ਇਹਦੇ ਵਿੱਚ। ਦੇਖੋ, ਇੱਕ ਤਾਂ ਆ ਤੇ ਤੁਸੀਂ ਐਜ਼ ਅ ਮੈਰਿਡ ਕਪਲ ਆ ਚੀਜ਼ ਦੱਸ ਪਾ ਰਹੇ ਹੋ ਕਿ ਉਹ ਨੋਕ ਝੋਕ ਵੀ ਚੱਲਦੀ ਰਹਿਣੀ ਚਾਹੀਦੀ ਤੇ ਉਹ ਸਪਾਈਸ ਇੱਕ ਸਪਾਰਕ ਬਣਿਆ ਰਹਿੰਦਾ ਆ ਰਿਲੇਸ਼ਨਸ਼ਿਪ 'ਚ। ਬਟ ਜਿਹਨਾਂ ਦਾ ਰਿਲੇਸ਼ਨਸ਼ਿਪ ਨਵਾਂ ਬਿਗਿਨ ਕਰਦਾ ਹੈ ਉਹਨਾਂ ਵਾਸਤੇ ਮੇਰੀ ਇੱਕ ਐਡਵਾਈਸ ਹੈਗੀ ਕਿ ਦੇਖੋ ਇਨੀਸ਼ੀਅਲ ਹਨੀਮੂਨ ਫੇਜ਼ ਹੁੰਦਾ ਨਾ ਜਿਹੜਾ, many people if you see these days they don't have much to offer in a relationship other than physical pleasure, ਠੀਕ ਹੈ। ਲੋਕਾਂ ਕੋਲ ਸਿਵਾਏ ਇੰਟੀਮੇਸੀ ਦੇ ਨਾਂ ਤੇ ਮਤਲਬ ਯੂ ਜਸਟ ਸਲੀਪ ਆਊਟ ਵਿਦ ਪੀਪਲ, ਦੇਰ ਆਰ ਪੀਪਲ ਆਰ ਡੂਇੰਗ ਹੁੱਕਅਪਸ, ਤੇ ਇਵਨ ਅੱਜ ਕੱਲ੍ਹ ਦੀ ਤਰੀਕ ਦੇ ਵਿੱਚ ਤਾਂ ਲੋਕ ਇਸ ਚੀਜ਼ ਨੂੰ ਐਕਨੋਲੇਜ ਵੀ ਨਹੀਂ ਕਰਦੇ। ਕੁੜੀਆਂ ਉਡੀਕਦੀਆਂ ਰਹਿਣਗੀਆਂ ਕਿ ਮੈਨੂੰ ਹੁਣੇ ਕਮਿਟਮੈਂਟ ਮਿਲਦੀ ਹੈ, ਜਾਂ ਮੁੰਡੇ ਇਸੀ ਇਨਸਿਕਿਉਰਿਟੀ 'ਚ ਰਹਿੰਦੇ ਨੇ ਕਿ ਪਤਾ ਨਹੀਂ ਇਨਸਿਕਿਉਰਿਟੀ ਕਿਸੇ ਤਰੀਕੇ ਦੀ ਆਈ ਰਹੇਗੀ, ਪੋਜ਼ੈਸਿਵਨੈਸ ਆ ਜਾਂਦੀ ਕਦੀ, ਉਹ ਟੌਕਸਿਸਿਟੀ ਵੱਧਦੀ ਜਾਂਦੀ ਹੈ ਬਿਕੋਜ਼ ਆਫ ਸੀ ਐਵਰੀਬਡੀ ਹੈਜ਼ देयर ਪਾਸਟ। ਸਾਰੇ ਦੀ ਲਾਈਫ ਦੇ ਵਿੱਚ ਪਿਛਲੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਹੋਇਆ ਹੁੰਦਾ। ਦੂਜਾ ਇੱਕ ਜਿਹੜਾ ਮੈਂ ਪੈਟਰਨ ਦੇਖਿਆ ਲੋਕਾਂ ਦੀ ਲਾਈਫ ਵਿੱਚ ਕਿ ਜਦ ਆਪਣਾ ਪਾਰਟਨਰ ਨਵਾਂ ਬਣਾਉਂਦੇ ਨੇ ਉਹ ਉਹਦੀ ਆਈਡਲਾਈਜ਼ਡ ਵਰਜ਼ਨ ਦੇਖਦੇ ਨੇ, ਉਹਦੀ ਪਰਫੈਕਟ ਵਰਜ਼ਨ ਆਪਣੇ ਦਿਮਾਗ 'ਚ ਰੱਖਦੇ ਨੇ, ਸਾਰੇ ਫਲॉज ਜਿਹੜੇ ਹੈਗੇ ਨੇ ਉਹ ਸਾਈਡਲਾਈਨ ਹੋ ਜਾਂਦੇ ਨੇ ਤੇ ਪਰਫੈਕਟ ਆਈਡਲਾਈਜ਼ਡ ਵਰਜ਼ਨ ਆਫ ਦ ਪਾਰਟਨਰ ਇਜ਼ देयर ਇਨ ਫਰੰਟ ਆਫ ਯੂ। ਹੁਣ ਉਹ ਪਰਫੈਕਟ ਵਰਜ਼ਨ ਨੂੰ ਤੁਸੀਂ ਉਹ ਨਾ ਜਿੱਦਾਂ ਤੁਸੀਂ ਉਹੀ ਕਿ ਇਫ ਯੂ ਵਾਂਟ ਟੂ ਸੀ ਦ ਗ੍ਰਾਸ ਗ੍ਰੀਨ, ਤੁਸੀਂ ਗ੍ਰੀਨ ਸਪੈਕਸ ਲਾ ਲਏ, ਗ੍ਰੀਨ ਸ਼ੇਡ ਲਾ ਲਏ ਤੇ ਹਰਾ ਦਿਖੇਗਾ, ਲਾਲ ਲਾ ਲਓਗੇ ਤੇ ਲਾਲ ਹੀ ਦਿਖੇਗਾ। ਸੋ ਉਹ ਇਸ਼ਕ ਦਾ ਜਿਹੜਾ ਅਸਰ ਹੈਗਾ ਉਸ ਵੇਲੇ ਨਾਲ ਚੜਿਆ ਹੁੰਦਾ, ਸਿਰ ਚੜ ਕੇ ਬੋਲ ਰਿਹਾ ਹੁੰਦਾ ਕਿ ਤੁਸੀਂ ਆਪਣੇ ਪਾਰਟਨਰ ਦੀ ਰਿਐਲਿਟੀ ਨੂੰ ਕੰਪਰੋਮਾਈਜ਼ ਕਰ ਜਾਂਦੇ ਹੋ। ਬਟ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਆਪਾਂ ਕਿਤੇ ਕਹਿੰਦੇ, ਕਿਉਂਕਿ ਜੋ ਸਾਨੂੰ ਡੀਐਮਸ ਦੇ ਵਿੱਚ ਵੀ ਕੁਐਸਚਨ ਆਉਂਦੇ ਕਿ ਸਾਡੀ ਅਰੇਂਜ ਮੈਰਿਜ ਹੈ ਤੇ ਮੇਰੀ ਅਰੇਂਜ ਮੈਰਿਜ ਉਸ ਤਰ੍ਹਾਂ ਨਹੀਂ ਚੱਲਦੀ ਵੀ ਜੋ ਆਪਾਂ ਸੋਚਿਆ ਸੀਗਾ, ਜਾਂ ਫਿਰ ਕਈ ਆਪਾਂ ਇਹ ਸਿਰਫ ਅਰੇਂਜ ਮੈਰਿਜ ਕਰਕੇ ਨਹੀਂ ਆ, ਸਾਨੂੰ ਕਾਫੀ ਸਾਰੇ ਐਸੇ ਡੀਐਮ ਵੀ ਆਉਂਦੇ ਕਿ ਸਾਡੀ ਲਵ ਮੈਰਿਜ ਹੈ ਬਟ ਉਹ ਵਿਆਹ ਤੋਂ ਪਹਿਲਾਂ ਕੁਝ ਹੋਰ ਸੀਗਾ ਬਟ ਵਿਆਹ ਤੋਂ ਬਾਅਦ ਕੁਝ ਹੋਰ ਹੋ ਗਿਆ। ਹਾਂ, ਉਹ ਚੀਜ਼ ਨੂੰ ਕਿੱਦਾਂ ਮਤਲਬ ਕਿ ਉਹਦੇ ਵਿੱਚ ਉਹੀ ਸਪੈਕਟੀਕਲ ਵਾਲੀ ਗੱਲ ਹੋ ਗਈ ਕਿ ਤੁਸੀਂ ਬਿਕਾਜ਼ ਇਹਦੇ 'ਚ ਦੇਖੋ ਦੂਜੇ ਬੰਦੇ ਦਾ ਕਸੂਰ ਨਹੀਂ ਹੈ, ਦ ਪਰਸਨ ਇਜ਼ ਨਾਟ ਪੋਰਟਰੇਇੰਗ देयर ਪਰਫੈਕਟ ਸੈਲਫ, ਠੀਕ ਹੈ। ਭਾਵੇਂ ਡੇਟਸ ਵਿੱਚ ਤੁਸੀਂ 100% ਪਰਫੈਕਟ ਹੋ ਕੇ ਹੀ ਆਉਂਦੇ ਹੋ ਹਨਾ, ਪੂਰਾ ਬਣ ਠਣ ਕੇ ਕੋਈ ਫਲॉ ਨਹੀਂ ਕੁਝ ਨਹੀਂ, ਬਟ ਦ ਪੁਆਇੰਟ ਇਜ਼ ਵੈਨ ਇਟ ਇਜ਼ ਅਬਾਊਟ ਕੈਰਿੰਗ ਆਊਟ ਅ ਰਿਲੇਸ਼ਨਸ਼ਿਪ। ਕਿਉਂਕਿ ਮੇਰੇ ਖਿਆਲ ਨਾਲ ਅਰੇਂਜ ਮੈਰਿਜ ਦੇ ਵਿੱਚ ਆਪਾਂ ਫਿਰ ਵੀ ਦੇਖ ਸਕਦੇ ਹੋ ਕਿ ਤੁਸੀਂ ਬੰਦੇ ਨੂੰ ਮਿਲੇ ਨਹੀਂ, ਉਹ ਗੱਲ ਨਹੀਂ ਹੋਈ ਹੈ ਕਦੀ ਹਨਾ, ਤੇ ਉਹ ਥੋੜਾ ਤੁਸੀਂ ਟਾਈਮ ਲੈ ਸਕਦੇ ਹੋ ਕਿ ਉਹ ਟਾਈਮ ਹੁੰਦਾ ਹੈ। ਬਟ ਲਵ ਮੈਰਿਜ ਦੇ ਵਿੱਚ ਕੀ ਹੁੰਦਾ ਕਿ ਪਹਿਲਾਂ ਕੁਝ ਹੋਰ ਬਾਅਦ ਚ ਕੁਝ ਹੋਰ, ਮੈਨੂੰ ਬਾਅਦ ਚੋਂ ਫਿਰ ਕਹਿੰਦੇ ਨਾ ਕਿ ਵੀ ਤੁਹਾਡੀਆਂ ਇਲੂਜ਼ਨਸ ਟੁੱਟਦੀਆਂ ਨੇ, ਉਹ ਕਹਿੰਦੇ ਨਾ ਕਿ ਬੰਦੇ ਨੇ ਰੰਗ ਦਿਖਾਤਾ ਅਸਲੀ ਆਪਣਾ। ਉਹਦੇ ਵਾਸਤੇ ਸਿਰਫ ਇੱਕ ਜਿਹੜੀ ਚੀਜ਼ ਹੈਗੀ ਹੈ ਦੈਟ ਸੀ ਫਰਸਟ ਆਫ ਆਲ ਮੈਂ ਕਮਿਊਨੀਕੇਸ਼ਨ ਦੇ ਬਾਰੇ ਕੀ ਆਇਆ। ਸੋ ਵੈਨ ਯੂ ਆਰ ਗੋਇੰਗ ਔਨ ਵਿਦ ਅ ਪਾਰਟਨਰ ਟੇਕ ਅ ਲੋਟ ਆਫ ਟਾਈਮ, ਸਪੈਂਡ ਅ ਲੋਟ ਆਫ ਟਾਈਮ ਟੂਗੇਦਰ। ਉਹਦੇ ਵਿੱਚ ਤੁਸੀਂ ਇੱਕ ਦੂਜੇ ਦੀਆਂ ਹੈਬਿਟਸ ਨੂੰ ਜਾਣੋ ਤੇ ਦੂਜਾ ਕੰਫਰਟ ਲੈਵਲ ਦਾ ਧਿਆਨ ਰੱਖੋ। ਇਹ ਨਾ ਹੋਵੇ ਕਿ ਤੁਹਾਨੂੰ ਇੱਕ ਪਰਟੀਕੂਲਰ ਫਾਰਮ ਦੇ ਵਿੱਚ ਪਰਟੀਕੂਲਰ ਕ੍ਰਾਈਟੇਰੀਆ ਵਿੱਚ ਤੁਹਾਨੂੰ ਆਪਣੇ ਪਾਰਟਨਰ ਰਹਿਣਾ ਪਵੇ ਕਿ ਬਿਕੋਜ਼ ਤੁਸੀਂ ਹਮੇਸ਼ਾ ਤੁਹਾਨੂੰ ਆਹੀ ਇਨਸਿਕਿਉਰਿਟੀ ਰਹੇਗੀ ਕਿਤੇ ਇਹਨੂੰ ਆ ਨਾ ਬੁਰਾ ਲੱਗ ਜਾਵੇ, ਕਿਤੇ ਉਹ ਨਾ ਬੁਰਾ ਲੱਗ ਜਾਵੇ। ਇਫ ਯੂ ਆਰ ਨਾਟ ਏਬਲ ਟੂ ਬੀ ਐਟ ਯੋਰ ਨੈਚੁਰਲ ਸੈਲਫ ਵਿਦ ਯੋਰ ਪਾਰਟਨਰ ਦੈਨ ਦੇयर ਇਜ਼ ਨੋ ਮੀਨਿੰਗ ਆਫ ਰਿਲੇਸ਼ਨਸ਼ਿਪ। ਤੀਜੀ ਗੱਲ ਜਿਹੜਾ ਲੋਕਾਂ ਨੂੰ ਬਹੁਤ ਜ਼ਿਆਦਾ ਇਹ ਚੀਜ਼ ਕਹਿੰਦੇ ਨਾ ਫੀਅਰ ਆਫ ਲੋਨਲੀਨੈਸ ਬਹੁਤ ਤੰਗ ਕਰਦਾ ਹੈ। ਸੀ ਵੀ ਆਰ ਸੋਸ਼ਲ ਐਨੀਮਲਸ, ਠੀਕ ਹੈ। ਐਂਡ ਜਦੋਂ ਦਾ ਅਡਲਟਹੁੱਡ ਸ਼ੁਰੂ ਹੁੰਦਾ ਹੈ, ਸਾਡੀ ਜਵਾਨੀ ਸਾਡੀ ਟੀਨੇਜ ਤੋਂ ਸ਼ੁਰੂ ਹੁੰਦੀ ਹੈ, ਆਲਵੇਜ਼ ਐਵਰੀਬਡੀ ਸੀਕਸ ਅ ਪਾਰਟਨਰ, ਦੈਟਸ ਅ ਨੈਚੁਰਲ ਟੈਂਡੈਂਸੀ। ਉਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੈਗੀ, ਐਵਰੀਬਡੀ ਡਿਜ਼ਰਵਸ ਟੂ ਹੈਵ ਅ ਲੋਇਲ ਲਵਿੰਗ ਪਾਰਟਨਰ। ਉਹ ਪਾਰਟਨਰ ਦੀ ਜਿਹੜੀ ਚੋਇਸ ਹੈ ਉਹੀ ਕਰਨ ਦੇ ਵਿੱਚ ਲੋਕੀ ਪ੍ਰੋਬਲਮ 'ਚ ਫਸ ਜਾਂਦੇ ਨੇ। ਕਈ ਵਾਰੀ ਇਟ ਇਜ਼ ਟੌਕਸਿਕ ਲਵ, ਕਈ ਵਾਰੀ ਇਟ ਇਜ਼ ਜਸਟ ਸਮ ਪੀਪਲ ਆਰ ਲਾਈਕ ਆਈ ਐਮ ਡਾਈਂਗ ਫॉर ਦ ਪਰਸਨ ਆਈ ਲਵ। ਮੈਨੂੰ ਯਾਦ ਹੈ ਮੈਂ ਇੱਕ ਵਾਰੀ ਹਸਪੀਟਲ 'ਚ ਵੈਨ ਆਈ ਵਾਸ ਵਰਕਿੰਗ ਇਨ ਕੈਪੀਟਲ ਹਸਪੀਟਲ, ਉਦੋਂ ਇੱਕ 13 ਸਾਲ ਦਾ ਮੁੰਡਾ ਆਇਆ ਸੀਗਾ। ਸੋ ਹੀ ਕਮਿਟਡ ਸੁਸਾਈਡ, ਲਾਈਕ ਹੀ ਕੱਟ ਹਿਜ਼ ਰਿਸਟਸ ਐਂਡ ਉਹਨੂੰ ਅਸੀਂ ਪੁੱਛਿਆ ਕਿ ਵੀ ਬਈ ਤੂੰ ਆ ਕੀ ਕੀਤਾ, ਤੇ ਉਹਦੀ ਮੰਮਾ ਨੇ ਦੱਸਿਆ ਕਿ ਰਾਂਝਾ ਬਣਨ ਚੱਲਿਆ ਸੀ। 13 ਸਾਲ ਦਾ ਮੁੰਡਾ, ਕੈਨ ਯੂ ਬਿਲੀਵ ਇਟ? ਸੋ ਬਸ ਕੋਈ ਮੈਂ ਜਿੱਦਾਂ ਹੁਣ ਮੈਂ ਆਪਾਂ ਗੱਲ ਵੀ ਕਰਦੇ ਪਏ ਸੀਗੇ ਕਿ ਵੀ ਮੈਂ ਵੀ ਪਰਸੋਂ ਚੌਥੀ ਅਜੇ ਖਬਰ ਪੜ੍ਹੀ ਹੈ ਕਿ ਇੱਕ 12 ਸਾਲ ਦੀ ਕੁੜੀ ਨੇ ਸੁਸਾਈਡ ਕਮਿਟ ਕਰ ਲਿਆ ਤੇ ਸੁਸਾਈਡ ਨੋਟ ਦੇ ਵਿੱਚ ਉਹਨੇ ਇਹ ਲਿਖਿਆ ਕਿ ਪਿਆਰ ਨੂੰ ਮੁਝੇ ਧੋਖਾ ਮਿਲਾ। ਓ ਗॉड। ਮਤਲਬ ਮੈਂ ਸਪੈਸ਼ਲੀ ਆਪਣੇ ਫੇਸਬੁੱਕ ਦੇ ਉੱਤੇ ਸਟੇਟਸ ਪਾਇਆ ਯਾਰ ਕਿਉਂਕਿ ਕਰਦੇ ਕੀ ਪਏ ਹੋ ਯਾਰ। ਆਪਣਾ ਜਦੋਂ ਇੰਨੀ ਛੋਟੇ ਉਮਰ 'ਚ ਹੁੰਦੇ ਸੀਗੇ ਆਪਾਂ, ਸਾਨੂੰ ਫਲਿੰਟਸਟੋਨ ਤੇ ਟੌਮ ਐਂਡ ਜੈਰੀ ਨਹੀਂ ਛੱਡਦਾ ਹੁੰਦਾ ਸੀਗਾ, ਤੇ ਤੁਹਾਨੂੰ ਕੌਣ ਧੋਖਾ ਦਿੰਦਾ ਪਿਆ? ਮਤਲਬ ਸ਼ਿਨਚੈਨ ਧੋਖਾ ਦਿੰਦਾ ਪਿਆ। ਚਲੋ ਉਹ ਇੱਕ ਮੈਂਟਲ ਹੈਲਥ ਆ ਬੱਚੇ ਦੀ, ਹੁਣ ਇਹ ਨਹੀਂ ਪਤਾ ਸਿਚੁਏਸ਼ਨ ਕੀ ਹੈ ਕਿਉਂਕਿ ਕਿਤੇ ਨਾ ਕਿਤੇ ਮੈਂ ਦੇਖਿਆ ਕਿ ਇੰਡੀਆ ਦੇ ਵਿੱਚ ਹਜੇ ਤੱਕ ਵੀ ਜਿਹੜਾ ਇੱਕ ਸਟਿਗਮਾ ਦਾ ਕੀ ਇੱਕ ਜਿਹੜਾ ਉਹ ਰਿਚੁਅਲ ਚੱਲਦਾ ਆ ਰਿਹਾ ਨਾ ਪੁਰਾਣਾ, ਕਿ ਜੋ ਚਾਈਲਡ ਮੈਰਿਜ ਦਾ ਜਾਂ ਫਿਰ ਜੋ ਆਪਾਂ ਯਾਰ ਜੋ ਆਪਾਂ ਦੇਖਾਂਗੇ ਸੁਣਾਂਗੇ ਨਾ ਆਪਣੇ ਆਸ-ਪਾਸ,
ਬੱਚੇ ਉਦਾਂ ਦੇ, ਬੱਚਾ ਕੱਚਾ ਘੜਾ ਹੁੰਦਾ ਉਹਨੇ ਉਦਾਂ ਦਾ ਹੀ ਬਣ ਜਾਣਾ। ਬਿਲਕੁਲ ਠੀਕ ਹੈ ਨਾ। ਅਗਰ ਇੱਕ ਬੱਚੀ ਛੋਟੀ ਅਗਰ ਇਦਾਂ ਦਾ ਕੁਝ ਕਰ ਰਹੀ ਹੈ ਨਾ, ਮਤਲਬ ਉਹਨੇ ਆਸ-ਪਾਸ ਕੁਝ ਇਦਾਂ ਦਾ ਦੇਖਿਆ ਆ ਕਿ ਉਹਨੂੰ ਲੱਗਾ ਕਿ ਮੈਂ ਵੀ ਇਹ ਦੇਖਾਂ ਕਰਕੇ, ਤਾਂ ਕੁਝ ਹੋਇਆ ਇਦਾਂ ਦਾ। ਇਹਦੇ ਨਾਲ ਪੈਰੈਂਟਲ ਰਿਲੇਸ਼ਨਸ਼ਿਪਸ ਦੇ ਉੱਤੇ ਮਤਲਬ ਅਸੀਂ ਇੱਕ ਤਰੀਕੇ ਦਾ ਚਾਨਣ ਪਾ ਸਕਦੇ ਹਾਂ that how are parents being there in terms of their children, because ਬੱਚੇ ਘਰੋਂ ਸਿੱਖਦੇ ਆ। ਲਾਈਕ ਵੱਡਾ ਹੋ ਕੇ ਵੀ ਜੇ ਕੋਈ ਇਨਸਾਨ ਆਪਣੇ ਰਿਸ਼ਤੇ ਪ੍ਰੋਬਲਮ ਲਾਈਕ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਜਿਹੜੀਆਂ ਹੈਗੀਆਂ ਫੇਸ ਕਰ ਰਿਹਾ, that means that ਕਿਤੇ ਨਾ ਕਿਤੇ ਉਹਦਾ ਫੈਮਿਲੀ এনवायरमेंट ਉਨਾ ਕੰਪਲੀਟ ਨਹੀਂ ਸੀ, ਕੋਈ ਵੀ foreseen ਰੀਜ਼ਨ ਕਰਕੇ। you might have seen that thing amongst his parents or ਕੋਈ ਵੀ ਫੈਮਿਲੀ ਮੈਂਬਰ ਦੇ ਵਿੱਚ ਉਹਨੇ ਦੇਖਿਆ ਹੁੰਦਾ, ਜਿੱਥੋਂ ਉਹਨੇ ਸਿੱਖਿਆ, ਤਾਂ ਹੀ ਕਰਕੇ ਉਹਦੇ ਟਰਬੂਲੈਂਸ ਆ ਗਈ ਬਿਹੇਵੀਅਰ ਦੇ ਵਿੱਚ ਕਿ ਉਹ ਆਪਣੇ ਹੀ ਰਿਸ਼ਤੇ ਹੁਣ ਵੱਡੀ ਉਮਰ ਵਿੱਚ ਸਸਟੇਨ ਨਹੀਂ ਕਰ ਪਾ ਰਿਹਾ। ਸੋ ਇਹ ਵੀ ਇੱਕ ਚੀਜ਼ ਹੋ ਸਕਦੀ ਹੈ। ਤੇ ਆਪਾਂ ਹੁਣ ਅਗਰ ਆਪਾਂ ਨੈਕਸਟ ਦੀ ਗੱਲ ਕਰੀਏ ਕਿ ਹੁਣ ਜਿੱਦਾਂ ਨੈਚੁਰਲੀ ਕੋਵਿਡ ਦਾ ਟਾਈਮ ਚੱਲਦਾ ਪਿਆ ਹੈ, ਠੀਕ ਹੈ, ਕਾਫੀ ਸਾਰੇ ਲੋਕ ਆਪਾਂ ਗੱਲ ਕਰਦੇ ਹੀ ਆ ਕਿ ਡਿਪਰੈਸ਼ਨ ਕਰਕੇ ਸੁਸਾਈਡ ਕਰ ਲਿਆ, ਜਾਂ ਓਵਰ ਐਂਗਜ਼ਾਈਟੀ ਕਰਕੇ, ਜਾਂ ਜ਼ਿਆਦਾ ਪ੍ਰੈਸ਼ਰ ਕਰਕੇ ਸੁਸਾਈਡ ਕਮਿਟ ਕਰ ਲਿਆ। ਚਲੋ ਉਹ ਜਾਣ ਵਾਲਾ ਤਾਂ ਚਲਾ ਗਿਆ, ਉਹਨੇ ਤਾਂ ਸੁਸਾਈਡ ਕਰ ਲਿਆ, ਬਟ ਜਿਹੜੇ ਪਿੱਛੇ ਰਹਿ ਗਏ ਬੰਦੇ ਹਨਾ, ਜਿਹੜੇ ਬੰਦੇ ਉਹਨੂੰ ਪਿਆਰ ਕਰਦੇ ਆ ਹਨਾ, ਉਹ ਉਸ ਚੀਜ਼ ਤੋਂ ਕਿੱਦਾਂ ਬਾਹਰ ਆ? ਕਿਉਂਕਿ ਚਾਹੇ ਉਹ ਇੱਕ ਪੈਟ ਹੋਵੇ, ਚਾਹੇ ਉਹ ਤੁਹਾਡਾ ਲਵ ਵਨ ਹੋਵੇ, ਉਹਨੂੰ ਡੀਲ ਕਰਨਾ ਬਹੁਤ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਆਪਣੇ ਲਵ ਵਨ ਨੂੰ ਖੋਣਾ, ਤੇ ਉਹਨੂੰ ਆਪਾਂ ਕਿੱਦਾਂ ਟੈਕਲ ਕਰੀਏ ਇਸ ਚੀਜ਼ ਨੂੰ? ਦੇਖੋ, ਇਟਸ ਅ ਵੈਰੀ ਡਿਫਿਕਲਟ ਪੀਰੀਅਡ ਇਨ ਲਾਈਫ ਵੈਨ ਯੂ ਮੋਰਨ ਦ ਡੈਥ ਆਫ ਅ ਲਵਡ ਵਨ। ਜਦ ਤੁਸੀਂ ਕਿਸੇ ਆਪਣੇ ਪਿਆਰੇ ਹਰਮਨ ਪਿਆਰੇ ਬੰਦੇ ਦਾ ਜਾਂ ਜਾਨਵਰ ਦਾ ਜਾਂ ਕੋਈ ਵੀ ਤੁਹਾਨੂੰ ਬਹੁਤ ਜਿਹੜਾ ਦਿਲ ਦੇ ਕਰੀਬ ਹੋਵੇ, ਇੱਦਾਂ ਦਾ ਕੋਈ ਵੀ ਵਿਅਕਤੀ ਤੁਹਾਡੀ ਲਾਈਫ ਤੋਂ ਜਾਂਦਾ ਹੈ, ਤੇ ਡੈਥ ਕੁਡ ਬੀ ਦ ਮੇਨ ਰੀਜ਼ਨ। ਉਹਦੇ ਕਰਕੇ ਨਾ ਇੱਕ ਤਰੀਕੇ ਦਾ ਲਾਈਕ ਇਟ ਇਜ਼ ਲਾਈਕ ਅ ਵੈਰੀ ਬਿਗ ਇਮੋਸ਼ਨਲ ਸ਼ੌਕਰ ਐਂਡ ਇਟ ਇਜ਼ ਵੈਰੀ ਡਿਫਿਕਲਟ ਟੂ ਡੀਲ ਵਿਦ, ਸਪੈਸ਼ਲੀ ਅਗਰ ਉਹ ਕੋਈ ਜਵਾਨ ਬੰਦਾ ਹੋਵੇ, ਬਿਲਕੁਲ ਜਵਾਨ ਬੱਚਾ। ਫॉर ਅ ਮਦਰ ਇਟ ਇਜ਼ ਵੈਰੀ ਪੇਨਫੁਲ, ਆਈ ਕੈਨ ਅੰਡਰਸਟੈਂਡ ਦੈਟ। ਬਟ ਦ ਪੁਆਇੰਟ ਇਜ਼ ਕਿ ਦੇਖੋ, ਹਿਊਮਨ ਰਿਲੇਸ਼ਨਸ਼ਿਪਸ ਸਾਡੀ ਹਿਊਮਨ ਲਾਈਫ ਕਰਕੇ ਹੀ ਹੈਗੇ ਆ। ਅਸੀਂ ਸੰਸਾਰ ਵਿੱਚ ਹੈਗੇ ਹਾਂ, ਸਾਨੂੰ ਇੱਕ ਆਈਡੈਂਟੀਟੀ ਮਿਲੀ ਹੋਈ ਹੈ, ਸਾਨੂੰ ਇੱਕ ਵਿਅਕਤਿਤਵ ਮਿਲਿਆ ਹੋਇਆ ਹੈ, এনवायरमेंट ਮਿਲੀ ਹੋਈ ਹੈ, ਐਂਡ ਉਸੀ এনवायरमेंट ਦੇ ਚੱਲਦੇ ਜਿਹੜੇ ਸਾਡੇ ਆਸ-ਪਾਸ ਦੇ ਰਿਸ਼ਤੇ ਨਾਤੇ ਨੇ, ਉਹਨਾਂ ਦੇ ਬੇਸ 'ਤੇ ਹੀ ਅਸੀਂ ਆਪਣੀ ਜ਼ਿੰਦਗੀ ਕੱਢ ਰਹੇ ਹੁੰਦੇ ਹਾਂ, ਹੈ ਨਾ। ਸੋ ਬਟ ਦ ਪੁਆਇੰਟ ਇਜ਼ ਕਿ ਇਹ ਜ਼ਿੰਦਗੀ ਦਾ ਦਸਤੂਰ ਹੈ, ਐਜ਼ ਪਰ ਜਿੱਦਾਂ ਚੇਂਜ ਇਜ਼ ਅ ਲਾਅ ਆਫ ਨੇਚਰ। ਸੋ ਟਾਈਮ ਜਿਹੜਾ ਹੈਗਾ ਚੱਲਦਾ ਜਾ ਰਿਹਾ। ਇੱਕ ਵਾਰੀ ਅਕਬਰ ਬੀਰਬਲ ਦੇ ਕਿਸੇ ਤੁਸੀਂ ਸੁਣੇ ਹੋਣੇ, ਆਪਸ 'ਚ ਗੱਲ ਕਰਦੇ ਸੀ। ਸੋ ਅਕਬਰ ਨੇ ਬੀਰਬਲ ਨੂੰ ਪੁੱਛਿਆ ਕਿ ਮੈਨੂੰ ਕਿਹੋ ਜਿਹੀ ਗੱਲ ਦੱਸੋ ਜਿਹਨੂੰ ਸੁਣ ਕੇ ਮੈਂ ਬਿਲਕੁਲ ਨਿਊਟਰਲਾਈਜ਼ ਹੋ ਜਾਵਾਂ, ਭਾਵੇਂ ਕੋਈ ਵੀ ਸਥਿਤੀ ਹੋਵੇ, ਖੁਸ਼ੀ ਹੋਵੇ, ਗਮ ਹੋਵੇ, ਮੈਂ ਹਿੱਲ ਨਾ ਸਕਾਂ। ਉਹਨੇ ਬੜੀ ਸੋਹਣੀ ਗੱਲ ਕੀਤੀ, ਉਹਨੇ ਕਿਹਾ ਇਹ ਸਮੇਂ ਵੀ ਬੀਤ ਜਾਏਗਾ, ਇਹ ਵਕਤ ਵੀ ਗੁਜ਼ਰ ਜਾਏਗਾ। ਤੇ ਉਹ ਇੱਕ ਇਹੋ ਜਿਹੀ ਗੱਲ ਸੀ ਜਿਹੜੀ ਕਹਿਣ ਨੂੰ ਬੜੀ ਛੋਟੀ ਹੈ, ਬਹੁਤ ਜ਼ਿਆਦਾ ਉਹਦਾ ਗਹਿਰਾ ਮੀਨਿੰਗ ਬਹੁਤ ਜ਼ਿਆਦਾ ਹੈ ਕਿ ਦੇਖੋ, ਵਕਤ ਬਦਲ ਰਿਹਾ ਹੈ, ਵਕਤ ਗੁਜ਼ਰ ਜਾਂਦਾ ਹੈ, ਠੀਕ ਹੈ। ਤੇ ਹਰ ਵਕਤ ਦਾ ਜਿਹੜਾ ਕਹਿ ਲਓ, ਕਹਿੰਦੇ ਨਾ ਕਿ ਜਿਵੇਂ ਉਮਰ ਦਾ ਤਕਾਜ਼ਾ ਹੁੰਦਾ, ਹਰ ਵਕਤ ਆਪਣਾ ਇੱਕ ਅਸਰ ਛੱਡ ਕੇ ਜਾਂਦਾ ਹੈ, ਬਟ ਜਿਵੇਂ ਜਿਵੇਂ ਉਹ ਤੁਸੀਂ ਸਮਾਂ ਕੱਢਦੇ ਜਾਂਦੇ ਹੋ, ਚੀਜ਼ਾਂ ਜਿਹੜੀਆਂ ਹੈਗੀਆਂ ਬੈਟਰ ਹੁੰਦੀਆਂ ਜਾਂਦੀਆਂ। ਨਹੀਂ, ਬਹੁਤ ਸੋਹਣੀ ਲਾਈਨ ਕਹੀ ਤੁਸੀਂ ਕਿ ਇਹ ਵਕਤ ਗੁਜ਼ਰ ਜਾਂਦਾ, ਕਿਉਂਕਿ ਅਗਰ ਇਹ ਲਾਈਨ ਆਪਾਂ ਆਪਣੇ ਅੰਦਰ ਹੀ, ਅਗਰ ਤੁਸੀਂ ਟਰਾਈ ਕਰ ਸਕਦੇ ਹੋ ਇਹ ਲਾਈਨ ਨੂੰ, ਕਿ ਅਗਰ ਤੁਸੀਂ ਇੱਕ ਖੁਸ਼ੀ ਵਾਲੇ ਇਮੋਸ਼ਨ ਦੇ ਨਾਲ ਅਗਰ ਇਸ ਲਾਈਨ ਨੂੰ ਬੋਲੋਗੇ ਨਾ ਕਿ ਇਹ ਵਕਤ ਗੁਜ਼ਰ ਜਾਏਗਾ, ਤਾਂ ਤੁਹਾਨੂੰ ਗਮ ਮਹਿਸੂਸ ਹੋਏਗਾ। ਤੇ ਅਗਰ ਗਮ ਦੇ ਵਿੱਚ ਅਗਰ ਤੁਸੀਂ ਇਹ ਲਾਈਨ ਨੂੰ ਬੋਲੋਗੇ ਕਿ ਇਹ ਵਕਤ ਗੁਜ਼ਰ ਜਾਏਗਾ, ਤਾਂ ਤੁਹਾਨੂੰ ਖੁਸ਼ੀ ਮਹਿਸੂਸ ਹੋਏਗੀ। ਇਹਦੇ ਨਾਲ ਮੈਨੂੰ ਇੱਕ ਹੋਰ ਲਾਈਨ ਯਾਦ ਆਈ, ਦੇਵਦਾਸ ਮੂਵੀ ਦੇਖੀ ਹੈ ਤੁਸੀਂ? ਉਹਦੇ ਵਿੱਚ ਜਿਹੜੀ ਚੰਦਰਮੁਖੀ ਹੈ, ਉਹ ਇੱਕ ਡਾਇਲੌਗ ਬੋਲਦੀ ਹੁੰਦੀ ਹੈ ਕਿ ਹਰ ਦੁੱਖ ਆने वाले सुख की चिट्ठी होती है और हर नुकसान होने वाले फायदे का इशारा। तो that's also very neutralizing। ਸਹੀ ਗੱਲ। ऑप्टिमिस्टिक ਰਹੋ। ਮੇਰੇ ਹਿਸਾਬ ਨਾਲ ਤਾਂ ਜਿੰਨਾ ਬੰਦੇ ਨੂੰ ਜਿਹੜਾ ਬੰਦਾ ऑप्टिमिस्टिक ਰਹਿੰਦਾ ਨਾ, ਕਾਫੀ ਓਵਰ ਮਤਲਬ ਉਹ ਵੀ ਨਾ ਕਰੋ ਕਿ ਹਾਂ ਵੀ ਜ਼ਿਆਦਾ ਹੀ ਆਪਾਂ ਸੋਚ ਲਿਆ ਕੁਛ, ਬਟ ਹਾਂ ਇੱਕ ਸਹੀ ऑप्टिमिज्म ਰੱਖੋ ਆਪਣੇ ਅੰਦਰ ਕਿ ਵੀ ਹਾਂ ਅਗਰ ਇਹ ਚੀਜ਼ ਟੈਕਲ ਕਰਨਾ ਸਕੋ, ਬੀ ਅ ਵਾਰੀਅਰ, ਕਿ ਅਗਰ ਇਹ ਮੁਸ਼ਕਿਲ ਆਈ ਹੈ, ਇਹਨੂੰ ਟੈਕਲ ਕਰੋ, ਹਾਰ ਨਾ ਮੰਨੋ ਉਹਦੇ ਅੱਗੇ। ਤੇ ਅਗਰ ਆਪਾਂ ਗੱਲ ਕਰੀਏ ਕਿ ਜਿੱਦਾਂ ਆਪਾਂ ਪਿੱਛੇ ਮੈਰਿਜ ਦੀ ਗੱਲ ਕਰਦੇ ਪਏ ਸੀਗੇ, ਤੇ ਉਹਦੇ ਵਿੱਚ ਇੱਕ ਬਹੁਤ ਵੱਡਾ ਡਿਪਰੈਸ਼ਨ ਦੇ ਵਿੱਚ ਖਾਸ ਕਰਕੇ ਕੁੜੀਆਂ ਲਈ, ਸਿਰਫ ਕੁੜੀਆਂ ਲਈ ਨਹੀਂ, ਮੈਂ ਕਹਿੰਦਾ ਮੈਜੋਰਿਟੀ ਆਫ ਕੁੜੀਆਂ ਲਈ, ਕਿ ਇਹੀ ਹੁੰਦਾ ਕਿ ਡੋਮੈਸਟਿਕ ਵਾਇਲੈਂਸ ਇੱਕ ਬਹੁਤ ਵੱਡਾ ਕਾਰਨ ਹੈਗਾ ਆ ਇਹਦੇ ਪਿੱਛੇ। ਤੇ ਉਹਦੇ ਪਿੱਛੇ ਆਪਾਂ ਮਤਲਬ ਉਸ ਚੀਜ਼ ਨੂੰ ਆਪਾਂ ਕਿੱਦਾਂ ਟੈਕਲ ਕਰਨ, ਕੁੜੀਆਂ ਕਿੱਦਾਂ ਟੈਕਲ ਕਰਨ? ਦੇਖੋ, ਡੋਮੈਸਟਿਕ ਵਾਇਲੈਂਸ ਇੱਕ ਨਾ ਸਾਡੇ ਕਲਚਰ ਵਿੱਚ ਦੇਰ ਇਜ਼ ਦਿਸ ਆਈ ਡੋਨਟ ਨੋ ਰੋਂਗ ਕੰਡੀਸ਼ਨਿੰਗ ਆਲਰੇਡੀ ਡਨ। ਇੱਕ ਤਰੀਕੇ ਦੀ ਕਲਚਰਲ ਐਕਸੈਪਟੈਂਸ ਹੈ ਦੈਟ ਇਟ ਇਜ਼ ਓਕੇ ਜੇ ਘਰ ਦੇ ਵਿੱਚ ਲੜਾਈ ਝਗੜੇ ਹੋ ਰਹੇ ਹੈ, ਮਾਰਤਾੜ ਹੋ ਰਹੀ ਹੈ ਜਾਂ ਵਾਇਲੈਂਸ ਹੋ ਰਹੀ ਹੈ, ਤੁਹਾਨੂੰ ਦੇਖਿਆ ਜਾਂਦਾ ਹੈ ਕਿ ਹਾਂ, ਇਟ ਇਜ਼ ਓਕੇ ਟੂ ਹੈਵ ਫੈਮਿਲੀ ਵਾਇਲੈਂਸ ਔਰ ਡਿਸਪਿਊਟਸ ਲਾਈਕ
ਔਨ ਸੱਚ ਅ ਉਹ ਲਾਰਜ ਜਿੱਦਾਂ ਆਪਾਂ ਗੱਲ ਕੀਤੀ ਕਿ ਬੱਚਾ ਘਰੋਂ ਹੀ ਸਿੱਖਦਾ ਹੈ। ਹਾਂ, ਬੱਚਾ ਛੋਟੇ ਘਰੋਂ ਛੋਟੇ ਹੁੰਦੇ ਤੇ ਅਗਰ ਬੱਚਾ ਸਿੱਖੇਗਾ ਇਹ ਤੇ ਫਿਰ ਨੈਚੁਰਲੀ ਐਗਜ਼ੈਕਟਲੀ ਬਟ ਦ ਪੁਆਇੰਟ ਇਜ਼ ਭਾਵੇਂ ਉਹ ਕਿਸੇ ਕੁੜੀ ਨਾਲ ਹੋ ਰਿਹਾ ਹੋਵੇ ਭਾਵੇਂ ਉਹ ਮੁੰਡੇ ਨਾਲ ਹੋ ਰਿਹਾ ਹੋਵੇ, ਦੋਨੋਂ ਹੀ ਸਿਚੁਏਸ਼ਨਸ ਵਿੱਚ ਗੱਲ ਬਹੁਤ ਨਾਜਾਇਜ਼ ਹੈ। ਤੇ ਪੁਆਇੰਟ ਇਜ਼ ਜੇ ਤੁਸੀਂ ਉਸ ਚੀਜ਼ ਦੇ ਵਿਕਟਮ ਵੀ ਹੋ, ਉਸ ਚੀਜ਼ ਨੂੰ ਤੁਸੀਂ ਸਹਿਨ ਵੀ ਕਰ ਰਹੇ ਹੋ, ਤੁਸੀਂ ਅੱਗੇ ਆਪਣੇ ਲਈ ਗਲਤ ਮੈਸੇਜ ਆਪਣੇ ਯੰਗਰ ਵਨ ਵਾਸਤੇ ਜਾਂ ਆਪਣੇ ਆਲੇ ਦੁਆਲੇ ਵਾਸਤੇ ਨਹੀਂ ਗਲਤ ਮੈਸੇਜ ਥਰੂ ਕਰ ਰਹੇ ਹੋ। ਦੇਖੋ, ਡੋਮੈਸਟਿਕ ਵਾਇਲੈਂਸ ਅਕੋਰਡਿੰਗ ਟੂ ਮੀ ਸ਼ੁੱਡ ਹੈਵ ਅ ਨੋ ਟੋਲਰੈਂਸ ਪਾਲਿਸੀ ਕਿ ਮਤਲਬ ਜੇ ਤੁਸੀਂ ਟੋਲਰੇਟ ਕਰਦੇ ਰਹੋਗੇ, ਜੇ ਤੁਸੀਂ ਸਹਿੰਦੇ ਰਹੋਗੇ, ਉਸੇ ਚੀਜ਼ ਨੂੰ ਹੋਰ ਵਧਾਵਾ ਮਿਲਦਾ ਰਹੇਗਾ। ਜਸਟ ਬਿਕੋਜ਼ ਕਲਚਰਲੀ ਇਸ ਚੀਜ਼ ਦੇ ਬਾਰੇ ਕੁਝ ਕੀਤਾ ਨਹੀਂ ਗਿਆ, ਕਹਿਣ ਨੂੰ ਤੇ NGOs ਬਣੇ ਨੇ, ਸੰਸਥਾਵਾਂ ਬਣੀਆਂ ਨੇ, ਪਰ ਕਈ ਲੋਕੀ ਨੇ ਜਿਹੜੇ ਹਜੇ ਵੀ ਕਹਿ ਲਓ ਜ਼ਿਆਦਾਤਰ ਤਾਦਾਦ ਵਿੱਚ ਇਸ ਚੀਜ਼ ਦੇ ਵਿਕਟਮ ਬਣਦੇ ਪਏ ਨੇ। ਰੋਜ਼ ਦੀ ਵਿੱਚ ਜੇ ਤੁਸੀਂ ਦੇਖੋ ਆਪਣੇ ਆਲੇ ਦੁਆਲੇ ਵੀ ਕਿਸੇ ਡੈਂਸ ਲੋਕੈਲਿਟੀ 'ਚ ਤੁਸੀਂ ਦੇਖੋ ਤੇ ਹਜੇ ਪਤਾ ਨਹੀਂ ਪਹਿਲਾਂ ਹੀ ਕੁਝ ਚਿਰ ਪਹਿਲਾਂ ਕੁਝ ਸੋਸ਼ਲ ਇਨਫਲੂਐਂਸਰਸ ਨੇ ਮੁਹਿੰਮ ਸ਼ੁਰੂ ਕੀਤੀ ਸੀ ਇੰਸਟਾਗ੍ਰਾਮ ਤੇ ਰਿੰਗ ਦ ਬੈਲ ਦੀ ਕਿ ਮਤਲਬ ਜੇ ਤੁਹਾਨੂੰ ਕਿਤੇ ਕਿਸੇ ਘਰ ਦੇ ਵਿੱਚ ਇਹਦਾ ਡੋਮੈਸਟਿਕ ਵਾਇਲੈਂਸ ਦੇ ਨੋਇਜ਼ ਆ ਰਹੇ ਨੇ, ਹੈ ਨਾ, ਮਾਰ ਧਾੜ ਦੀਆਂ ਆਵਾਜ਼ਾਂ ਆ ਰਹੀਆਂ ਨੇ, ਤੁਸੀਂ ਘੰਟੀ ਵਜਾ ਕੇ ਦੌੜ ਜਾਓ ਉੱਥੋਂ ਤਾਂ ਕਿ ਉਹ ਡਿਸਟਰੈਕਟ ਹੋ ਜਾਂਦੇ, ਤਾਂ ਕਿ ਕਿਸੇ ਦੀ ਲਾਈਫ ਉਸ ਵੇਲੇ ਨਾ ਹੋਰ ਜ਼ਿਆਦਾ ਡੈਮੇਜ ਹੋਣ ਤੋਂ ਬਚ ਜਾਵੇ। ਇੱਕ ਚੀਜ਼ ਉਹਨਾਂ ਨੇ ਟਾਸਕ ਜਿਹਾ ਸ਼ੁਰੂ ਕੀਤਾ ਸੀਗਾ। ਬਟ ਦੈਨ ਅਗੇਨ ਵੈਨ ਇਟ ਕਮਸ ਟੂ ਕੰਟਰੋਲਿੰਗ ਦ ਡੋਮੈਸਟਿਕ ਵਾਇਲੈਂਸ, ਫਸਟ ਆਫ ਆਲ ਇੱਕ ਤਰੀਕੇ ਦੀ ਐਜੂਕੇਸ਼ਨ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਆਪਸ 'ਚ ਘਰਦਿਆਂ ਨੂੰ ਕਹਿੰਦੇ ਨਾ ਸਰਵ ਸਹਿਮਤੀ ਦੇ ਨਾਲ discussions ਕਰਨੀਆਂ ਚਾਹੀਦੀਆਂ ਨੇ। ਐਂਡ instead of getting toxic, instead of lashing out on each other, I think so ਲੋਕਾਂ ਨੂੰ ਥੈਰੇਪੀ ਲੈਣੀ ਚਾਹੀਦੀ ਹੈ, ਸਾਈਕੋਥੈਰੇਪੀ 'ਚ ਜਾਣਾ ਚਾਹੀਦਾ ਹੈ। ਬਿਕਾਜ਼ ਬਟ ਉਸ ਕੇਸ ਦੇ ਵਿੱਚ ਇਹ ਹੈ ਨਾ ਕਿ ਥੈਰੇਪੀ ਕੌਣ ਲਵੇ, ਜਿਹੜਾ ਮਾਰ ਰਿਹਾ ਉਹ ਜਾਂ ਜਿਹੜਾ ਸਹਿ ਰਿਹਾ ਉਹ? ਦੋਨੋਂ। ਬਿਕਾਜ਼ ਜਿਹੜਾ ਮਾਰ ਰਿਹਾ ਉਹਨੂੰ ਐਗਰੈਸ਼ਨ ਇਸ਼ੂਜ਼ ਨੇ ਤੇ ਜਿਹੜਾ ਸਹਿ ਰਿਹਾ ਉਹਨੂੰ ਵਿਕਟਮਾਈਜੇਸ਼ਨ ਸਿੰਡਰੋਮ ਹੈ ਨਾ, ਕਿ ਉਹ ਹਰ ਇੱਕ ਚੀਜ਼ 'ਚ ਵਿੱਚ ਆਪਣੇ ਆਪ ਨੂੰ ਸਕੇਪਗੋਟ ਕਰਾ ਰਿਹਾ, ਆਪਣੇ ਆਪ ਦੇ ਉੱਤੇ ਬਲੇਮਸ ਲੈ ਰਿਹਾ, ਸਹਿ ਰਿਹਾ ਹੈ ਨਾ, ਤਾਂ ਕਿ ਮੇਰੇ ਨਾਲ ਦੇ ਪਾਰਟਨਰ ਨੂੰ ਤਕਲੀਫ ਨਾ ਹੋਵੇ ਜਾਂ ਉਹਦਾ ਗੁੱਸਾ ਮੇਰੇ ਤੇ ਨਿਕਲ ਜਾਵੇ। ਅਕਸਰ ਮਤਲਬ ਮੂਵੀਜ਼ 'ਚ ਵੀ ਦਿਖਾਉਂਦੇ ਨੇ ਤੇ ਘਰ ਦੀਆਂ ਵੂਮਨ ਲਾਈਕ ਔਰਤਾਂ ਦੇ ਉੱਤੇ ਚੀਜ਼ ਆਉਂਦੀ ਹੈ ਕਿ ਹਾਂ ਤੇਰੇ ਪਾਪਾ ਕੋ ਗੁੱਸਾ ਚੜਾ हुआ है, तेरे दादाजी का मूड ठीक नहीं है, तो ਬੱਚਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਪਰੇ ਰਹੋ ਤੇ ਅਸੀਂ ਵੀਲ ਹੈਂਡਲ ਇਟ। ਬਟ ਇਹ ਚੀਜ਼ ਮੈਂ ਦੇਖਦਾ ਕਿ ਜਿੱਦਾਂ ਹੁਣ ਸਾਡੀ ਬੇਬੀ ਸਹਿਨੂਰ ਤਾਂ ਬਹੁਤ ਛੋਟੀ ਹੈ, ਹਜੇ 1 ਸਾਲ ਦੀ ਹੈ। ਅਗਰ ਆਪਾਂ ਦੋਵੇਂ ਏਦਾਂ ਕੋਲ ਖੜੇ ਵੀ ਹੈ ਨਾ, ਉਹਨੇ ਚੀਕ ਮਾਰ ਦੇਣੀ ਜ਼ੋਰ ਦੀ, ਚੀਕ ਮਾਰ ਦੇ ਪਤਾ ਨਹੀਂ ਕਿਉਂ। ਤੇ ਅਗਰ ਇਹ ਮੈਨੂੰ ਏਦਾਂ ਘੁੱਟਦੀ ਪਈ ਆ ਤੇ ਇਹਨੂੰ ਲੱਗਣਾ ਕਿ ਪਤਾ ਨਹੀਂ ਕੀ ਹੁੰਦਾ ਪਿਆ, ਫਿਰ ਉਹਨੂੰ ਚੀਕ ਮਾਰ ਦੇਣੀ ਜ਼ੋਰ ਦੀ। ਅੱਛਾ, ਉਹਨੂੰ ਐਕਚੁਅਲੀ ਇੱਕ ਵਾਰੀ ਗਿਆ ਆਪਾਂ ਨਾ ਵੀਡੀਓ ਬਣਾ ਰਹੇ ਸੀ ਕੋਈ, ਉਹਦੇ 'ਚ ਇਹ ਸੀਨ ਸੀਗਾ ਕਿ ਸ਼ਾਇਦ ਮੈਂ ਇਹਨਾਂ ਨੂੰ ਮਾਰਨਾ ਸੀ ਜਾਂ ਇਹਨਾਂ ਨੇ ਮੈਨੂੰ ਮਾਰਨਾ ਸੀ, ਉਹਨੂੰ ਲੱਗਿਆ ਇਹ ਲੜਨ ਲੱਗ ਗਿਆ ਸ਼ਾਇਦ, ਉਹ ਰੋਣ ਲੱਗ ਗਈ ਉੱਚੀ ਉੱਚੀ। ਤੇ ਮਤਲਬ ਇਸ ਚੀਜ਼ ਦਾ ਬੱਚਿਆਂ ਦੇ ਉੱਤੇ ਬਹੁਤ ਅਸਰ ਪੈਂਦਾ। ਉਹ ਹਲੇ ਛੋਟੀ ਆ ਤੇ ਉਹਨੇ ਆਪਣਾ ਇਮੋਸ਼ਨ ਸ਼ੋ ਕਰਤਾ। ਜਿਹੜੇ ਥੋੜੇ ਬੱਚੇ ਵੱਡੇ ਹੋ ਜਾਂਦੇ ਨਾ ਉਹ ਘੁੱਟ ਜਾਂਦੇ ਆ। ਇਸ ਚੀਜ਼ ਨੂੰ ਸਾਈਕੋਲੋਜੀ 'ਚ ਕਹਿੰਦੇ ਨੇ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ, ਕਿ ਜਦ ਤੁਹਾਡੇ ਬਚਪਨ ਦੇ ਵਿੱਚ ਜਾਂ ਤੁਹਾਡੀ ਲਾਈਫ ਵਿੱਚ ਇੱਕ ਟਰਾਮੈਟਿਕ ਐਕਸਪੀਰੀਅੰਸ ਇਹੋ ਜਿਹਾ ਹੋਇਆ ਹੋਵੇ, ਸਪੈਸ਼ਲੀ ਵਾਇਲੈਂਸ ਹੀ ਹੋਏਗੀ, ਹੈ ਨਾ, ਸਾਰਿਆਂ ਦੇ ਲਈ ਐਗਰੈਸਿਵ, ਬਹੁਤ ਓਵਰ ਐਗਰੈਸਿਵ ਤੁਹਾਡੇ ਨਾਲ ਕਿਸੇ ਨੇ ਕੁਝ ਬਿਹੇਵ ਕੀਤਾ ਹੋਵੇ ਤੇ ਤੁਸੀਂ ਇੱਦਾਂ ਇੰਨੇ ਗੰਦੇ ਤਰੀਕੇ ਨਾਲ ਤੁਹਾਨੂੰ ਖੌਫ ਪੈ ਜਾਂਦਾ, ਡਰ ਪੈ ਜਾਂਦਾ ਇਸ ਚੀਜ਼ ਦਾ, ਤੁਸੀਂ ਕਈ ਵਾਰੀ ਤੇ ਸਾਰੀ ਉਮਰ ਨਹੀਂ ਉੱਭਰ ਪਾਉਂਦੇ। ਬੱਚਿਆਂ ਨੂੰ ਤਾਂ ਜਿੰਨਾ ਹੋ ਸਕੇ ਵਾਇਲੈਂਸ ਤੋਂ ਦੂਰ ਰੱਖੋ, ਕਿਉਂਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬੱਚਾ ਕੱਚਾ ਘੜਾ ਹੁੰਦਾ ਆ, ਜੋ ਉਹਨੇ ਦੇਖਣਾ ਕਰੇ ਉਹ ਉਹਨੇ ਬਾਅਦ ਚੋਂ ਕਰਨਾ ਹੈ। ਕਿਉਂਕਿ ਅਗਰ ਤੁਸੀਂ ਬੱਚੇ ਦੇ ਮੂਹਰੇ ਡੋਮੈਸਟਿਕ ਵਾਇਲੈਂਸ ਨੂੰ ਬੜਾਵਾ ਦੋਗੇ ਜਾਂ ਕਰੋਗੇ ਤਾਂ ਵੱਡਾ ਹੋ ਕੇ ਉਹ ਵੀ ਆਪਣੇ ਹਸਬੈਂਡ ਜਾਂ ਆਪਣੀ ਵਾਈਫ ਦੇ ਨਾਲ ਉਹੀ ਕਰੇਗਾ। ਤੇ ਅੱਛਾ, ਆਪਾਂ ਗੱਲ ਕਰੀਏ ਜਿੱਦਾਂ ਹੁਣ ਫੈਮਿਲੀ ਇਸ਼ੂਜ਼ ਦੇ ਵਿੱਚ, ਜਦੋਂ ਆਪਾਂ ਕੁਝ ਇਸ਼ੂਜ਼ ਇਹ ਵੀ ਹੁੰਦੇ ਕਿ ਜਿੱਦਾਂ ਸਾਨੂੰ ਮੈਸੇजेस ਵੀ ਆਏ, ਆਪਾਂ ਪੜ੍ਹੇ ਵੀ ਹੈ ਕਿ ਕਾਫੀ ਸਾਰੇ ਮੁੰਡਿਆਂ ਦੇ ਮੈਸੇਜ ਸੀਗੇ ਕਿ ਮੇਰੇ ਫਾਦਰ ਨਾਲ ਨਹੀਂ ਬਣਦੀ, ਮੇਰੇ ਫਾਦਰ ਮੇਰੀ ਗੱਲ ਨਹੀਂ ਸੁਣਦੇ, ਜਾਂ ਆਪਾਂ ਕੁਝ ਸਾਨੂੰ ਪੇਰੈਂਟਸ ਦੇ ਵੀ ਆਏ ਸੀਗੇ ਕਿ ਵੀ ਸਾਡੇ ਜਿਹੜੇ ਬੱਚੇ ਉਹ ਸਾਡੀ ਗੱਲ ਨਹੀਂ ਸੁਣਦੇ, ਬਹਿਸਦੇ ਆ ਸਾਡੇ ਨਾਲ, ਇੱਦਾਂ ਕਰਦੇ ਆ। ਤੇ ਉਹ ਜਿਹੜਾ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਜਿਹੜਾ ਆਈਡੀਓਲੋਜੀ ਕਲੈਸ਼ ਹੁੰਦਾ ਆ, ਉਹਨੂੰ ਆਪਾਂ ਕਿੱਦਾਂ ਡੀਲ ਕਰੀਏ ਕਿ ਉਹਨਾਂ ਨੂੰ ਆਪਾਂ ਕੀ ਦੱਸੀਏ ਕਿ ਵੀ ਕਿੱਥੇ ਗਲਤੀ ਆ? ਦੇਖੋ, ਇੱਕ ਤਰੀਕੇ ਦਾ ਜਨਰੇਸ਼ਨਲ ਗੈਪ ਤੇ ਅੱਜਕੱਲ ਐਡੀ ਸਪੀਡ ਨਾਲ ਚੱਲ ਰਿਹਾ ਹੈ ਕਿ ਤੁਸੀਂ 5-6 ਸਾਲ ਦੇ ਦਰਮਿਆਨ ਵੀ ਜੇ ਤੁਸੀਂ ਆਪਣੇ ਤੋਂ 5-6 ਸਾਲ ਛੋਟੇ ਜਾਂ ਵੱਡੇ ਵਿਅਕਤੀ ਨਾਲ ਵੀ ਇੰਟਰੈਕਟ ਕਰ ਰਹੇ ਹੋ, ਤੁਹਾਨੂੰ ਜਨਰੇਸ਼ਨਲ ਗੈਪ ਬਕਾਇਦਾ ਮਹਿਸੂਸ ਹੋਏਗਾ। ਪਹਿਲਾਂ ਤਾਂ ਹੁੰਦਾ ਸੀ ਕਿ ਸਾਡੀ ਦਾਦੀ ਦੇ ਜ਼ਮਾਨੇ 'ਚ ਇੱਦਾਂ, ਮੰਮਾ ਦੇ ਜ਼ਮਾਨੇ 'ਚ ਇੱਦਾਂ ਹੈ ਨਾ, ਹੁਣ ਸਾਡਾ ਜ਼ਮਾਨਾ ਇੱਦਾਂ ਹੈ, ਠੀਕ ਹੈ। ਤੇ ਜਾਂ ਤੇ ਸਾਡੇ ਜੇ ਬਹੁਤ ਛੋਟੇ ਕੋਈ ਕਜ਼ਨ ਸਿਸਟਰ ਬ੍ਰਦਰ ਹੋਣਗੇ ਜਿਹੜੇ ਸਾਡੇ 10-15 ਸਾਲ ਦਾ ਐਟਲੀਸਟ ਗੈਪ ਹੋਣਾ ਚਾਹੀਦਾ ਉਹਨਾਂ ਨਾਲ, ਤੇ ਉਹ ਜਨਰੇਸ਼ਨਲ ਗੈਪ ਇੱਕ ਆਈਡੀਓਲੋਜੀ ਵਿੱਚ ਦਿਖਦਾ ਹੁੰਦਾ ਸੀ। ਬਟ ਹੁਣ ਉਹ ਚੀਜ਼ ਰਿਡਿਊਸ ਹੁੰਦੀ ਜਾ ਰਹੀ ਹੈ, ਬਿਕੋਜ਼ ਜਿਵੇਂ ਟੈਕਨੋਲੋਜੀਕਲ ਐਡਵਾਂਸਮੈਂਟ ਹੋ ਰਹੀ ਹੈ, ਜਿਵੇਂ ਚੀਜ਼ਾਂ ਹੋਰ ਇਲੈਬੋਰੇਟ ਹੋ ਕੇ ਸਾਰਿਆਂ ਨੂੰ ਅਵੇਲੇਬਲ ਹੋ ਰਹੀਆਂ। ਤੁਸੀਂ ਇੰਟਰਨੈਟ ਖੋਲ ਕੇ ਦੇਖੋ, ਲਾਈਕ ਤੁਹਾਡੇ ਜਸਟ ਟੱਚ ਪੁਆਇੰਟ ਦੇ ਉੱਤੇ ਸਾਰੀ ਦੁਨੀਆ ਤੁਹਾਡੇ ਕੋਲ ਅਵੇਲੇਬਲ ਹੈ। ਐਵਰੀ ਸੌਰਟ ਆਫ ਕੰਟੈਂਟ ਇਜ਼ ਅਵੇਲੇਬਲ, ਹੈ ਨਾ, ਜਿਹੜੀ ਮਤਲਬ ਕਹਿ ਲਓ
ਜੇ ਆਪਾਂ ਮੈਂਟੈਲਿਟੀ ਦੀ ਹੀ ਗੱਲ ਕਰੀਏ, ਸਾਡੀ ਮੈਂਟੈਲਿਟੀ, ਸਾਡੀ ਪਰਸਨੈਲਿਟੀ ਕਿਵੇਂ ਇਵੋਲਵ ਹੁੰਦੀ? ਸਾਡੀ এনवायरमेंट ਸਟਿਮੂਲੇਸ਼ਨ ਦੇ ਨਾਲ ਹੀ। ਅਸੀਂ ਕਿਹੜੀ ਚੀਜ਼, ਕਿਹੜਾ ਕੰਟੈਂਟ ਗ੍ਰੈਸਪ ਕਰ ਰਹੇ ਹਾਂ, ਸਾਨੂੰ ਕੀ ਸਿਖਾਇਆ ਜਾ ਰਿਹਾ ਹੈ, ਅਸੀਂ ਕਿਹੜੀ ਚੀਜ਼ ਨੂੰ ਸੋਸ਼ਲ ਮੀਡੀਆ ਤੇ ਵੀ ਜੇ ਆਪਾਂ ਵੱਖਰੀਆਂ ਸਾਈਟਸ ਤੇ ਜਾਂਦੇ ਹਾਂ, ਪੇजेस ਦੇਖਦੇ ਹਾਂ, ਜਿਨ੍ਹਾਂ ਨੂੰ ਵੀ ਫੋਲੋ ਕਰਦੇ ਹਾਂ, ਉਹਨਾਂ ਦਾ ਕੰਟੈਂਟ ਸਾਨੂੰ ਬਕਾਇਦਾ ਅਸਰ ਕਰਦਾ ਹੈ। ਠੀਕ ਹੈ, ਸੋ ਇੱਥੇ ਕੀ ਪ੍ਰੋਬਲਮ ਆ ਰਹੀ ਹੈਗੀ ਕਿ ਸਿਆਣੇ ਲੋਕਾਂ ਨੂੰ ਲੱਗਦਾ ਹੈ ਕਿ ਮੇਬੀ ਸਾਡੀ ਜਨਰੇਸ਼ਨ ਜਿਹੜੀ ਵਧੀਆ ਸੀ, ਜਦ ਕੋਈ ਮੋਬਾਈਲ ਫੋਨ ਨਹੀਂ ਹੁੰਦੇ ਸੀ, ਮੰਮੀਆਂ ਦਾ ਕਮੈਂਟ ਅਲੱਗ ਹੁੰਦਾ ਤੇ ਫੋਨ ਨੂੰ ਅੱਗ ਲੱਗ ਜਾਂਦੀ, ਫੋਨ ਨੂੰ ਅੱਗ ਲੱਗ ਜੇ ਤੁਹਾਡੇ ਇਹ ਸਾਰਾ ਕਿੱਤਾ ਕਰਾਇਆ ਹੀ ਫੋਨ ਦਾ ਹੈ। ਐਗਜ਼ੈਕਟਲੀ, ਸੋ ਲਾਈਕ ਉਹ ਇਨੀਸ਼ੀਅਲੀ ਉਹ ਇੱਕ ਚੀਜ਼ ਰਹਿੰਦੀ ਸੀ, ਫਿਰ ਉਹ ਫੇਸ ਚੇਂਜ ਹੋਇਆ, ਹੁਣ ਪੈਰੈਂਟਸ ਆਰ ਆਲਸੋ ਯੂਜ਼ਿੰਗ ਦ ਟੈਕਨੋਲੋਜੀ ਲਾਈਕ ਦੈਟ, ਸੋ ਹੁਣ ਉਹ ਇਨਗ੍ਰੋਸਡ ਹੁੰਦੇ ਨੇ ਉੱਤੇ, ਤੇ ਅਸੀਂ ਇੱਥੇ ਦੇਖੀਦਾ ਕਿ ਵੀ ਹਾਂ ਸਵੇਰੇ ਵੀ ਗੁੱਡ ਮਾਰਨਿੰਗ, ਦੁਪਹਿਰੇ ਗੁੱਡ ਆਫਟਰਨੂਨ, ਤੇ ਗੁੱਡ ਨਾਈਟ ਹੋ ਰਹੀ ਹੁੰਦੀ ਹੈ, ਫੈਮਿਲੀ ਗਰੁੱਪਸ ਬਣੇ ਹੋਏ ਨੇ। ਬਟ ਦ ਪੁਆਇੰਟ ਇਜ਼ ਕਿ ਇੱਕ ਤਰੀਕੇ ਦਾ ਜਿਹੜਾ ਮੈਂਟੈਲਿਟੀ ਸ਼ਿਫਟ ਆ ਰਿਹਾ, ਪੈਰੈਂਟਸ ਨੂੰ ਇਹ ਦਿੱਕਤ ਆ ਰਹੀ ਹੈ ਕਿ ਦੇਖੋ ਉਹਨਾਂ ਨੇ ਜਿਹੜਾ ਜ਼ਮਾਨਾ ਦੇਖਿਆ, ਉਹਨਾਂ ਨੂੰ ਹਰ ਇੱਕ ਚੀਜ਼ ਉਮਰ ਦੇ ਹਿਸਾਬ ਨਾਲ, ਕਹਿੰਦੇ ਨਾ ਉਮਰ ਦਾ ਤਕਾਜ਼ਾ, ਉਸ ਹਿਸਾਬ ਨਾਲ ਅਵੇਲੇਬਲ ਹੋਈ। ਸੋ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਲਈ ਐਟ ਅ ਟਾਈਮ ਬੰਬਾਰਡ ਹੋਣਾ ਇਨਫੋਰਮੇਸ਼ਨ ਦੇ ਨਾਲ, ਬਸ ਆਪਣੇ ਬੱਚਿਆਂ ਨੂੰ ਇਨਫੋਰਮੇਸ਼ਨ ਨਾਲ ਬੰਬਾਰਡ ਹੁੰਦੇ ਦੇਖਣਾ ਸ਼ੌਕ ਹੈ। ਠੀਕ ਹੈ, ਮਤਲਬ ਅੱਜ ਕੱਲ ਜਿਸ ਹਿਸਾਬ ਨਾਲ ਬੱਚੇ ਜਿਹੜੇ ਹੈਗੇ, ਤੁਸੀਂ 2-3 ਸਾਲ ਦੇ ਬੱਚੇ ਨੂੰ ਵੀ ਫੋਨ ਫੜਾ ਦਿਓ, ਉਹਨੂੰ ਸਭ ਕੁਝ ਚਲਾਉਣਾ ਆਉਂਦਾ ਹੋਏਗਾ ਕਿ ਵੀ ਕਿੱਧਰੋਂ ਕਿਹੜੀ ਐਪ ਔਨ ਕਰਨੀ, YouTube ਔਨ ਕਰਕੇ ਉਹ ਆਪਣਾ ਉਹ ਕਿਹੜਾ ਬੇਬੀ ਸ਼ਾਰਕ ਲਗਾ ਕੇ ਸ਼ੁਰੂ ਹੋ ਜਾਏਗਾ ਡਾਂਸ ਵੀ ਕਰਨਾ। ਐਗਜ਼ੈਕਟਲੀ, ਆਪਾਂ ਤੁਸੀਂ ਦੇਖਦੇ ਰਹਿ ਜਾਓਗੇ। ਆਪਾਂ ਸੈਨੂਰ ਨੂੰ ਇਦਾਂ ਦਿੰਦੇ ਹੁੰਦੇ ਆ ਫੋਨ ਕਈ ਵਾਰੀ ਕਿ ਆਪਣਾ ਉਹ ਕੋਕੋ ਮੈਲਨ ਦੇਖਦੀ ਹੈ ਜ਼ਿਆਦਾਤਰ, ਤੇ ਉਹਦੇ ਵਿੱਚ ਉਹਨੂੰ ਅਗਰ ਉਹ ਗਾਣਾ ਨਹੀਂ ਪਸੰਦ, ਉਹਨੇ ਸਕਰੋਲ ਕਰਨਾ ਸ਼ੁਰੂ ਕਰ ਦੇਣਾ, ਤੇ ਜਿਹੜਾ ਉਹਨੂੰ ਪਸੰਦ ਹੋਣਾ ਟੱਚ ਉੱਤੇ ਮਾਰ ਦੇਣਾ। she knows it already, right? So ਸਾਡੇ ਪੈਰੈਂਟਸ ਨੂੰ ਜਾਂ ਜਿਹੜੇ ਮਤਲਬ ਜਿਹਨੇ ਲਾਈਕ ਪੈਰੈਂਟਸ ਇਸ ਏਜ ਵਿੱਚ ਹੈਗੇ ਨੇ, ਮਤਲਬ ਜਿਹੜੇ ਮਿਡਲ ਏਜ ਪੈਰੈਂਟਸ ਹੈਗੇ ਨੇ, ਉਹਨਾਂ ਨੂੰ ਜਿਹੜਾ ਸਭ ਤੋਂ ਜ਼ਿਆਦਾ ਚੈਲੰਜ ਇਹ ਆ ਰਿਹਾ ਹੈ ਕਿ ਆਪਣੇ ਬੱਚਿਆਂ ਦੀ ਜਿਹੜੀ ਇੱਕ ਮੈਂਟਲ ਬੰਬਾਰਡਿੰਗ ਹੋ ਗਈ ਹੈ, ਉਹਨਾਂ ਨੂੰ ਸਮੇਂ ਤੋਂ ਪਹਿਲਾਂ ਇਹੋ ਜਿਹੀ ਇਨਫੋਰਮੇਸ਼ਨ, ਇਹੋ ਜਿਹੇ ਸੋਰਸਿਸ ਅਵੇਲੇਬਲ ਨਹੀਂ ਉਹਨਾਂ ਕੋਲ ਕਿ ਉਹਨਾਂ ਨੂੰ ਨਹੀਂ ਸਮਝ ਆਉਂਦਾ ਕਿ ਅਸੀਂ ਆਪਣੇ ਬੱਚੇ ਨੂੰ ਕੀ ਤਾਲੀਮ ਦੇਈਏ, ਕੀ ਨਾ ਦੇਈਏ, ਕਿ ਸਾਡਾ ਬੱਚਾ ਕਿਤੇ ਗਲਤ ਜਾਂ ਸਹੀ ਜਿਹੜਾ ਹੈਗਾ ਉਹ ਕਿਤੇ ਹੋਰ ਐਕਸਪਲੋਇਟ ਨਾ ਹੋ ਜਾਵੇ। ਤੇ ਬੱਚਿਆਂ ਨੂੰ ਦੂਜੀ ਜਗ੍ਹਾ ਤੇ ਯੰਗ ਜਨਰੇਸ਼ਨ ਵਾਲਿਆਂ ਨੂੰ ਆ ਪ੍ਰੋਬਲਮ ਆ ਰਹੀ ਹੈ, ਵਾਟ ਟੂ ਡੂ ਵਿਦ ਆਲ ਦਿਸ ਬੰਬਾਰਡਡ ਇਨਫੋਰਮੇਸ਼ਨ ਜੋ ਉਹਨਾਂ ਨੂੰ ਮਿਲ ਰਹੀ ਹੈ ਨਾ। ਇੰਨੀਆਂ ਸਾਰੀਆਂ ਚੀਜ਼ਾਂ ਤੁਸੀਂ ਇੰਟਰਨੈਟ ਦੇ ਥਰੂ ਹੀ ਸਟਿਮੂਲੇਸ਼ਨ ਤੁਹਾਨੂੰ ਸਭ ਤੋਂ ਜ਼ਿਆਦਾ ਮਿਲਦੀ ਹੈ, ਸਭ ਕੁਝ ਅਵੇਲੇਬਲ ਹੈ ਉੱਥੇ। ਨੈਚੁਰਲੀ ਜਿੱਦਾਂ ਆਪਾਂ ਵੀ ਜਦੋਂ ਛੋਟੇ ਹੁੰਦੇ ਸੀਗੇ, ਸਾਡੇ ਕੋਲ ਵੀ ਇੰਨਾ ਤਾਂ ਨਹੀਂ ਹੁੰਦਾ ਸੀਗਾ ਕਿ ਹਾਂ ਨਹੀਂ ਹੁੰਦਾ ਸੀਗਾ ਜ਼ਿਆਦਾ ਕਿ ਆਪਾਂ ਸਕੂਲ ਫੇਸਬੁੱਕ ਹੀ ਉਦੋਂ ਸਕੂਲ ਦੀ ਸਕੂਲ ਜੋ ਉਹ ਤਾਂ ਬਹੁਤ ਬਾਅਦ ਚ ਹੋਇਆ 2010 ਦੇ ਵਿੱਚ। ਮਤਲਬ ਆਪਾਂ ਕਹਿੰਦੇ ਜਦੋਂ ਆਪਾਂ 5ਵੀਂ 6ਵੀਂ ਚ ਹੁਣੇ ਆ, ਉਦੋਂ ਸਾਡੇ ਕੋਲ ਕਿੱਥੇ ਸੀਗਾ ਜ਼ਿਆਦਾ ਕੀ ਅਗਰ ਕੁਝ ਇਨਫੋਰਮੇਸ਼ਨ ਲੈਣੀ ਹੈ ਤਾਂ ਸਕੂਲ ਦੀ ਲਾਇਬ੍ਰੇਰੀ ਚਲੇ ਜਾਓ। ਦੇਖਿਆ ਜਾਵੇ ਪਿਛਲੇ 20 ਸਾਲਾਂ ਤੋਂ ਟ੍ਰਾਂਸਫਰਮੇਸ਼ਨ ਆਈ ਹੈ, ਸਾਰੀ ਇੰਟਰਨੈਟ ਜਨਰੇਸ਼ਨ ਹੁੰਦੀ ਹੈ। ਜਿੱਦਾਂ ਸਾਡਾ ਟਾਈਮ ਅਲੱਗ ਸੀਗਾ ਤੇ ਸਾਡੇ ਪੇਰੈਂਟਸ ਨੂੰ ਲੱਗਦਾ ਹੁੰਦਾ ਸੀਗਾ ਕਿ ਇਹਨਾਂ ਨੂੰ ਇਹ ਚੀਜ਼ ਟਾਈਮ ਤੋਂ ਪਹਿਲਾਂ ਮਿਲ ਗਈ, ਉਦਾਂ ਹੀ ਇਨ ਫਿਊਚਰ ਸਾਨੂੰ ਵੀ ਸ਼ਾਇਦ ਲੱਗੇਗਾ। ਤੇ ਸਾਡੇ ਪੇਰੈਂਟਸ ਨੂੰ ਇਦਾਂ ਲੱਗਦਾ ਹੋਏਗਾ ਕਿ ਇਹਨਾਂ ਨੂੰ ਇਨਫੋਰਮੇਸ਼ਨ ਪਹਿਲਾਂ ਮਿਲ ਗਈ। ਉਹ ਟਾਈਮ ਦੇ ਨਾਲ ਜਿੱਦਾਂ ਟੈਕਨੋਲੋਜੀ ਵੱਧਦੀ ਗਈ, ਜਿਸ ਤਰ੍ਹਾਂ ਟੈਕਨੋਲੋਜੀ ਅਵੇਲੇਬਲ ਹੁੰਦੀ ਗਈ, ਜਿੰਨੀ ਸਸਤੀ ਹੁੰਦੀ ਗਈ, ਉਸ ਹਿਸਾਬ ਨਾਲ ਮਿਲਦੀ ਗਈ। ਸਾਨੂੰ ਐਡਜਸਟ ਕਰਨਾ ਪੈਣਾ। ਦੇਖੋ ਬੱਚਿਆਂ ਕੋਲ ਟੈਕਨੋਲੋਜੀ ਲਿਆਉਣ ਵਾਲੇ ਤੁਸੀਂ ਆਪ ਹੀ ਆ, ਠੀਕ ਹੈ। ਅਗਰ ਤੁਸੀਂ ਟੈਕਨੋਲੋਜੀ ਨੂੰ ਯੂਜ਼ ਕਰ ਰਹੇ ਹੋ ਤਾਂ ਹੀ ਉਹ ਤੁਹਾਡੇ ਬੱਚਿਆਂ ਕੋਲ ਵੀ ਆਈ ਹੈ, ਤਾਂ ਹੀ ਤੁਹਾਡੇ ਬੱਚਿਆਂ ਕੋਲ ਜਿਹੜੀ ਜਦੋਂ ਵੀ ਕਹਿੰਦੇ ਬੰਬਾਰਡਿੰਗ ਇਨਫੋਰਮੇਸ਼ਨ ਦਾ ਆ ਗਿਆ ਹੈ। ਅਗਰ ਤੁਸੀਂ ਕੰਪਿਊਟਰ ਯੂਜ਼ ਕਰਦੇ ਹੋ ਤਾਂ ਤੁਹਾਡਾ ਬੱਚਾ ਅਗਰ 4th ਕਲਾਸ ਦੇ ਵਿੱਚ ਜਾਂ ਮੈਂ ਕਹਿੰਦਾ 3rd ਕਲਾਸ ਜਾਂ 1st ਕਲਾਸ ਦੇ ਵਿੱਚ ਅਗਰ ਕੰਪਿਊਟਰ ਚਲਾ ਸਕਦਾ ਹੈ ਤਾਂ ਇਹਦਾ ਉਹਦੇ ਵਿੱਚ ਕੁਝ ਵੀ ਜ਼ਿਆਦਾ ਮੇਰੇ ਖਿਆਲ ਨਾਲ ਸ਼ੌਕ ਹੋਣ ਵਾਲੀ ਗੱਲ ਨਹੀਂ ਹੈ, ਕਿਉਂਕਿ ਹੁਣ ਉਹ ਜ਼ਮਾਨਾ ਆ ਗਿਆ ਕਿ ਘਰ ਘਰ ਦੇ ਵਿੱਚ ਕੰਪਿਊਟਰ ਹੈ, ਘਰ ਘਰ ਦੇ ਵਿੱਚ ਪੈਡਸ ਹੈਗੇ ਆ, ਫੋਨਸ ਹੈਗੇ ਆ, ਸਮਾਰਟਫੋਨਸ ਹੈਗੇ ਆ। ਅਗਰ ਬੱਚਾ ਤੁਹਾਡਾ ਚਲਾ ਸਕਦਾ, ਉਹ ਟੈਕਨੋਲੋਜੀ ਨੂੰ ਯੂਜ਼ ਕਰ ਸਕਦਾ ਹੈ, ਤੇ ਉਹ ਜ਼ਿਆਦਾ ਸ਼ੌਕ ਵਾਲੀ ਉਹ ਸਾਡੇ ਲਈ ਹੈਗਾ ਸੀਗਾ ਕਿ ਸਾਡੇ ਹੋਸ਼ ਦੇ ਵਿੱਚ ਉਹ ਚੀਜ਼ ਆਈ ਆ ਤੇ ਸਾਨੂੰ ਚਲਾਉਣਾ ਸਿੱਖਣਾ ਆ। ਉਹ ਜਿਹੜੇ ਬੱਚੇ ਆ ਉਹ ਉਸ ਚੀਜ਼ ਦੇ ਵਿੱਚ ਗਰੋ ਅਪ ਹੁੰਦੇ ਪਏ, ਤੇ ਉਹਨਾਂ ਦਾ ਉਹ ਲਰਨਿੰਗ ਸਟੇਜ ਹੈ, ਤੇ ਉਹ ਉਸ ਚੀਜ਼ ਨੂੰ ਜ਼ਿਆਦਾ ਜਲਦੀ ਗ੍ਰੈਬ ਕਰੂਗੇ। ਦ ਪੁਆਇੰਟ ਇਜ਼ ਕਿ ਹੁਣ ਜੇ ਤੁਸੀਂ ਆਈਡੀਓਲੋਜੀਜ਼ ਦੀ ਵੀ ਗੱਲ ਕਰੋ ਨਾ, ਕਨਫਲਿਕਟ ਉੱਥੇ ਹੀ ਆਉਂਦਾ ਹੈ ਜਿੱਥੇ ਇੱਕ ਤਰੀਕੇ ਦੀ ਕਹਿ ਲਓ ਤਾਲੀਮ ਮੈਚ ਨਹੀਂ ਕਰਦੀ। ਪੈਰੈਂਟਸ ਨੂੰ ਲੱਗਦਾ ਹੈ ਕਿ ਵੀ ਹਾਊ ਟੂ ਟੈਕਲ ਵਿਦ ਦਿਸ ਥਿੰਗ, ਕਿ ਸਾਡੇ ਬੱਚੇ ਨੂੰ ਸਮੇਂ ਤੋਂ ਪਹਿਲਾਂ ਹੀ ਸਾਰਾ ਕੁਝ ਪਤਾ ਹੈ, ਸਾਡੇ ਬੱਚੇ ਨੂੰ ਸਮੇਂ ਤੋਂ ਪਹਿਲਾਂ ਹੀ ਚੀਜ਼ਾਂ ਦੇ ਬਾਰੇ ਪਤਾ ਹੈਗਾ, ਤੇ ਅਸੀਂ ਆਪਣੇ ਬੱਚੇ ਦੇ ਲੈਵਲ ਤੇ ਕਿਵੇਂ ਮੈਚ ਅਪ ਕਰੀਏ। ਤੇ ਬੱਚਿਆਂ ਨੂੰ ਲੱਗਦਾ ਸਾਰੇ ਪੈਰੈਂਟਸ ਨੂੰ ਕੁਝ ਆਉਂਦਾ ਨਹੀਂ ਹੈਗਾ ਜਾਂ ਸਾਡੇ ਪੇਰੈਂਟਸ ਪਿੱਛੇ ਰਹਿ ਗਏ। ਹਾਂ, ਸੋ ਦ ਪੁਆਇੰਟ ਇਜ਼ ਕਿ ਇਹ ਜਿਹੜਾ ਕਨਫਲਿਕਟ ਰਹਿੰਦਾ ਨਾ, ਇਹ ਐਡੋਲੈਸੈਂਸ ਤੋਂ ਸ਼ੁਰੂ ਹੁੰਦਾ। ਅੱਛਾ, ਇਹ ਚੀਜ਼ ਮੈਂ ਇੱਕ ਹੋਰ ਦੇਖੀ ਬੱਚਿਆਂ ਦੇ ਵਿੱਚ, ਇਸ ਕਾਰਨ ਨਾਲ ਬੱਚੇ ਜਿਹੜੇ ਆ ਬਹੁਤ ਜ਼ਿਆਦਾ ਨਾ ਇਨਸਿਕਿਉਰ ਵੀ ਫੀਲ ਕਰਦੇ ਕਿ ਯਾਰ ਮੈਂ ਆਪਣੇ ਦੋਸਤਾਂ ਦੇ ਮੇਰੇ ਦੋਸਤਾਂ ਦੇ ਪੇਰੈਂਟਸ ਤਾਂ ਇਦਾਂ ਆ, ਮੈਂ ਆਪਣੇ ਪੇਰੈਂਟਸ ਨੂੰ ਕਿੱਦਾਂ ਆਈਡੈਂਟੀਟੀ ਮੇਰੇ ਖਿਆਲ ਨਾਲ ਨਾ ਤੇ ਉਹ ਆਈਡੈਂਟੀਟੀ ਕ੍ਰਾਈਸਿਸ ਨਾਲ ਫਿਰ ਕਿੱਦਾਂ ਇੱਕ ਬੱਚਾ ਡੀਲ ਕਰੇ। ਦੇਖੋ, ਆਈਡੈਂਟੀਟੀ ਕ੍ਰਾਈਸਿਸ ਇਟ ਇਜ਼ ਅ ਨੈਚੁਰਲ ਪ੍ਰੋਸੈਸ ਆਫ ਗਰੋਥ,
ਠੀਕ ਹੈ ਇਹ ਸਾਰਿਆਂ ਦੇ ਰਾਹੀਂ ਹੁੰਦਾ ਉਹੀ ਮੈਂ ਐਡੋਲੈਸੈਂਸ ਦਾ ਜਿਹੜਾ ਨਾਂ ਦਿੱਤਾ ਆ ਕਿ ਜਦ ਤੁਸੀਂ ਟੀਨੇਜ ਐਂਟਰ ਕਰਦੇ ਹੋ ਤੁਸੀਂ ਦੁਨੀਆਦਾਰੀ ਨੂੰ ਕੁਐਸਚਨ ਕਰਨਾ ਸ਼ੁਰੂ ਕਰਦੇ ਹੋ ਤੁਹਾਨੂੰ ਦੁਨੀਆਦਾਰੀ ਸਮਝ ਆਉਣਾ ਸ਼ੁਰੂ ਕਰਦੀ ਉਸ ਤੋਂ ਪਹਿਲਾਂ ਤਾਂ ਖੇਡਣ ਕੁੱਦਣ ਤੋਂ ਇਹਨੂੰ ਵੇਲ ਮਿਲਦੀ ਹੁੰਦੀ ਹੈ ਨਾ ਤੇ ਮਤਲਬ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਨੋ देयर इज मोर टू द वर्ल्ड जस्ट बियॉन्ड माय ओन इनर सर्कल ਤੇ ਤੁਸੀਂ ਆਪਣੀ ਇੱਕ ਤਰੀਕੇ ਦੀ ਖੁਦ ਦੀ ਆਈਡੈਂਟੀਫਿਕੇਸ਼ਨ ਸੋਸਾਇਟੀ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹੋ ਆਪਣੇ ਆਪ ਨੂੰ ਕਲਾਸ ਵਿੱਚ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਫਰੈਂਡ ਸਰਕਲ ਦੇ ਵਿੱਚ ਕਿ ਆਈ ਸ਼ੁੱਡ ਬੀ ਨੋਨ ਬਾय ਮਾਈ ਨੇਮ ਹੈ ਨਾ ਕਿ ਮੈਨੂੰ ਮੇਰੇ ਲੋਕੀ ਮੇਰੇ ਨਾਂ ਨਾਲ ਜਾਣਨ ਮੇਰੀ ਕਿਸੇ ਕਪੈਸਿਟੀ ਜਾਂ ਕੁਆਲਿਟੀ ਦੇ ਕਾਰਨ ਜਾਣਨ ਸੋ ਉਹ ਸਾਰੀ ਸਟਰਗਲ ਹੀ ਉਹੀ ਹੁੰਦੀ ਹੈ ਆਈਡੈਂਟੀਟੀ ਕ੍ਰਾਈਸਿਸ ਯੰਗ ਅਡਲਟਹੁੱਡ ਦੇ ਪੀਰੀਅਡ ਤੱਕ ਚੱਲਦੇ ਨੇ ਬਿਕੋਜ਼ ਯੂ نو ਤਦ ਤੱਕ ਤੁਸੀਂ ਆਪਣੀ ਕਰੀਅਰ ਫਾਰਮੇਸ਼ਨ ਪੀਰੀਅਡ ਚ ਵਿੱਚ ਹੋ ਹੈ ਨਾ ਤੁਸੀਂ ਪੜ੍ਹਦੇ ਪਏ ਹੋ ਤੁਹਾਡੇ ਕੋਲ ਹਜੇ ਤੁਸੀਂ ਕਿਤੇ ਨਾ ਕਿਤੇ ਕਈ ਬੱਚੇ ਮੈਕਸਿਮਮ ਡਿਪੈਂਡੈਂਟ ਵੀ ਹੁੰਦੇ ਪੈਰੈਂਟਸ ਕੋਲ ਸੋ ਉਹਨਾਂ ਨੂੰ ਲੱਗਦਾ ਕਿ ਵੀ ਯਾਰ ਮੈਂ ਉਹ ਕਹਿੰਦੇ ਨੇ ਤੁਹਾਨੂੰ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਵੀ ਹੋਣ ਲੱਗ ਪੈਂਦੇ ਮੈਂ ਦੁਨੀਆ 'ਚ ਕਰਨ ਕੀ ਆਇਆ ਜੇ ਸਾਰਾ ਕੁਝ ਕਹਿੰਦੇ ਪੈਰੈਂਟਸ ਨੇ ਇੱਕ ਡਾਇਲੌਗ ਬੋਲਦੇ ਹੁੰਦੇ ਨੇ ਕਿ ਤੁਹਾਨੂੰ ਤੇ ਖਾਂਦੇ ਪੀਂਦੇ ਉਹਨੂੰ ਰੋਣ ਦੀ ਆਦਤ ਹੈ ਉਹ ਕੀ ਹੁੰਦਾ ਹੈ ਕਿ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਵੀ ਸਟ੍ਰਾਈਕ ਕਰ ਜਾਂਦੇ ਨੇ ਕਈ ਵਾਰੀ ਦੈਟ ਵੈਨ ਯੂ ਆਰ ਗੈਟਿੰਗ ਐਵਰੀਥਿੰਗ ठीक है you are getting a home to live you are having food to eat you are getting everything at your expense ਤੁਹਾਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ ਭਈ ਮੇਰਾ ਕੀ ਪਰਪਸ ਹੈ ਮੈਂ ਜ਼ਿੰਦਗੀ 'ਚ ਕਰਨ ਕੀ ਆਇਆ ਮੈਂ ਕੀ ਕਰਨਾ ਹੈ ਤੇ ਕਈ ਲੋਕੀ ਇਸ ਚੀਜ਼ ਦੇ ਵਿੱਚ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਕਲਚਰ ਨੂੰ ਕੁਐਸਚਨ ਕਰਨਾ ਸ਼ੁਰੂ ਕਰ ਦੇਗੀ ਸੋਸਾਇਟੀ ਨੂੰ ਕੁਐਸਚਨ ਕਰਨਾ ਸ਼ੁਰੂ ਕਰ ਦੇਗੀ ਉਹ ਚੀਜ਼ ਕਰੋ ਅੱਛੀ ਗੱਲ ਹੈ ਰਿਫਾਰਮ ਆ ਰਿਹਾ ਉਹਦੇ ਨਾਲ ਸੋਸਾਇਟੀ ਬਦਲ ਰਹੀ ਹੈ ਜ਼ਮਾਨਾ ਬਦਲ ਰਿਹਾ ਅਵੇਅਰਨੈਸ ਆ ਰਹੀ ਹੈ ਲੋਕਾਂ ਨੂੰ ਬਟ ਉਹਦੇ ਨਾਲ ਨਾਲ ਦਾ ਪੁਆਇੰਟ ਇਜ਼ ਕਿ ਇਹ ਜਿਹੜਾ ਤੁਹਾਡਾ ਪੀਰੀਅਡ ਹੈ ਇਸ ਪੀਰੀਅਡ ਨੂੰ ਬਜਾਏ ਪੈਨਿਕੀ ਹੋਣ ਦੇ ਇੱਕ ਇਸ ਤਰੀਕੇ ਦੀ ਓਰੀਐਂਟੇਸ਼ਨ ਨਾਲ ਲੈਣਾ ਚਾਹੀਦਾ ਆ ਕਿ ਦਿਸ ਇਜ਼ ਮਾਈ ਪ੍ਰੋਸੈਸ ਆਫ ਗਰੋਥ है ना ਹੁਣ ਦਾ ਪੁਆਇੰਟ ਹੈ ਜੇ ਤੁਸੀਂ 100 ਪੌੜੀਆਂ ਦੀ ਮੰਜ਼ਿਲ ਨੂੰ ਚੜ੍ਹਨਾ ਹੈ ਤੁਸੀਂ ਇੱਕ ਸਟੈਪ ਮਾਰ ਕੇ 100ਵੀਂ ਪੌੜੀ ਤੇ ਨਹੀਂ ਪਹੁੰਚੋਗੇ ਹੈ ਨਾ ਤੁਸੀਂ ਤੁਹਾਨੂੰ one step at a time ਲੈਣਾ ਪੈਣਾ ਸੋ this is going to be a process of growth so just like meanwhile train yourself into various activities that you want to ਤੁਸੀਂ ਜੋ ਵੀ ਲਰਨ ਕਰਨਾ ਚਾਹੁੰਦੇ ਹੋ ਆਪਣੇ ਡਾਇਨਾਮਿਜ਼ਮ ਨੂੰ ਵਧਾਓ ਆਪਣੀ ਪਰਸਨੈਲਿਟੀ ਤੇ ਕੰਮ ਕਰੋ ਆਪਣੇ ਆਪ ਨੂੰ ਹੋਰ ਐਡੂਕੇਟ ਕਰੋ ਆਪਣੇ ਆਪ ਨੂੰ ਅਵੇਅਰ ਕਰੋ ਆਪਣੇ ਘਰਦਿਆਂ ਨੂੰ ਵੀ ਪੋਲਾਈਟਲੀ ਅਵੇਅਰ ਕਰਾਓ ਠੀਕ ਹੈ ਬਿਕੋਜ਼ ਸੀ ਪੈਰੈਂਟਸ ਜਿਹੜੇ ਹੈਗੇ ਆ ਉਹਨਾਂ ਤੋਂ ਜ਼ਿਆਦਾ ਕੰਸਰਨਡ ਕੋਈ ਨਹੀਂ ਹੁੰਦਾ ਦੁਨੀਆ ਵਿੱਚ ਨਾਲੇ ਤੁਹਾਡੇ ਪੈਰਾਂ ਤੇ ਤੋਰਨ ਵਾਲਾ ਬੰਦਾ ਹੀ ਤੁਹਾਡੇ ਪੇਰੈਂਟਸ ਹੈਗੇ ਉਹਨਾਂ ਨਾਲ ਪੋਲਾਈਟਲੀ ਗੱਲ ਕਰੋ ਕਿਉਂਕਿ ਜਦੋਂ ਤੁਹਾਨੂੰ ਕੁਝ ਨਹੀਂ ਆਉਂਦਾ ਸੀਗਾ ਉਦੋਂ ਉਹਨਾਂ ਨੇ ਹੀ ਤੁਹਾਨੂੰ ਸਿਖਾਇਆ ਤੇ ਜਦੋਂ ਹੁਣ ਉਹਨਾਂ ਨੂੰ ਅਗਰ ਕੁਝ ਨਹੀਂ ਆ ਰਿਹਾ ਤੇ ਤੁਸੀਂ ਉਹ ਉਹਨਾਂ ਨੂੰ ਸਿਖਾਓ ਕਿਤੇ ਨਾ ਕਿਤੇ ਇੱਕ ਨਵੀਂ ਚੀਜ਼ ਆਪਾਂ ਗੱਲ ਕਰਾਂਗੇ ਕਿ ਓਵਰਥਿੰਕਿੰਗ ਕਰਨ ਲੱਗ ਪੈਂਦੇ ਆ ਬੱਚੇ ਹੋਵੇ ਓਵਰਥਿੰਕਿੰਗ ਕਰਨ ਲੱਗ ਪੈਂਦੇ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਆ ਗਿਆ ਮੈਂ ਇਹ ਕਿੱਦਾਂ ਕਰੂੰਗਾ ਮੈਂ ਉਹਦਾ ਕਰੂੰਗਾ ਪੇਰੈਂਟਸ ਇਸ ਚੀਜ਼ ਨੂੰ ਆਪਣੇ ਬੱਚੇ ਦਾ ਖਿਆਲ ਕਰਕੇ ਉਹ ਬਹੁਤ ਓਵਰਥਿੰਕਿੰਗ ਕਰਦੇ ਆ ਜਾਂ ਫਿਰ ਅਗਰ ਕੋਈ ਵੀ ਕੰਸਰਨ ਪਰਸਨ ਲੈ ਕੇ ਆਪਾਂ ਓਵਰਥਿੰਕਿੰਗ ਕਰਨ ਲੱਗ ਪੈਂਦੇ ਆ ਤੇ ਉਹ ਓਵਰਥਿੰਕਿੰਗ ਨੂੰ ਕਿੱਦਾਂ ਆਪਾਂ ਟੈਕਲ ਕਰੀਏ ਦੇਖੋ ਸਾਡਾ ਜਿਹੜਾ ਮਾਈਂਡ ਹੈ ਅਸੀਂ ਕੀ ਸੋਚਦੇ ਹਾਂ ਲਾਈਕ ਜਿੱਦਾਂ ਸਾਡੀ ਸੋਚ ਕਿੱਥੋਂ ਆਉਂਦੀ ਹੈ ਵੀ ਸੇ ਕਿ ਅਸੀਂ ਆਪਣੇ ਬ੍ਰੇਨ ਤੋਂ ਸੋਚਦੇ ਹਾਂ ਫਿਰ ਆਪਾਂ ਮਾਈਂਡ ਤੋਂ ਕੀ ਕਰਦੇ ਹਾਂ ਮਾਈਂਡ ਕੀ ਹੋਇਆ ਜੇ ਆਪਾਂ ਸਾਰਾ ਸੋਚਣ ਸਮਝਣ ਦਾ ਕੰਮ ਜਿਹੜਾ ਬ੍ਰੇਨ ਤੋਂ ਕਰ ਰਹੇ ਸੀ ਮਾਈਂਡ ਤੋਂ ਕੀ ਕਰ ਰਹੇ ਹਾਂ ਆਪਣਾ ਦੇਖੋ ਮਾਈਂਡ ਇਜ਼ ਲਾਈਕ ਦ ਸੌਫਟਵੇਅਰ ਇਨ ਦ ਹਾਰਡਵੇਅਰ ਆਫ ਬ੍ਰੇਨ ਜੇ ਬ੍ਰੇਨ ਸਾਡਾ ਹਾਰਡਵੇਅਰ ਹੈ ਮਾਈਂਡ ਸਾਡਾ ਸੌਫਟਵੇਅਰ ਹੈ ਠੀਕ ਹੈ ਤੇ ਮਾਈਂਡ ਦਾ ਇੱਕ ਇਹੋ ਜਿਹਾ ਜਿਹੜਾ ਸਿਨੈਰੀਓ ਹੁੰਦਾ ਆ ਕਿ ਮਾਈਂਡ ਨਾ ਕਹਿੰਦੇ ਨੇ ਕਿ ਵੀ ਜੇ ਇਹਨੂੰ ਤੁਸੀਂ ਇਹਦੇ ਹਾਲ ਤੇ ਛੱਡ ਦਿਓ ਇਹ ਟੁੱਟੇ ਛਿੱਤਰ ਵਾਂਗ ਲੱਗਦਾ ਰਹੇ ਇਹ ਕਿਤੇ ਵੀ ਜਾਏਗਾ ਬਿਕੋਜ਼ ਇਟ ਇਜ਼ ਅ ਲਰਨਿੰਗ ਡਾਇਨਾਮਿਕ ਆਫ ਆਰ ਮਾਈਂਡ ਦੈਟਸ ਹਾਊ ਆਰ ਐਵੋਲੂਸ਼ਨ ਹੈਜ਼ ਬੀਨ ਡਿਜ਼ਾਈਨਡ ਠੀਕ ਹੈ ਜੇ ਮਾਈਂਡ ਲਰਨ ਨਹੀਂ ਕਰੇਗਾ ਆਪਣੇ ਆਪ ਚੀਜ਼ਾਂ ਨੂੰ ਸਿੱਖੇਗਾ ਸਮਝੇਗਾ ਨਹੀਂ ਅਸੀਂ ਆਪਣੀ ਸਸਟੇਨੈਂਸ ਕਿਵੇਂ ਕਰਾਂਗੇ ਹੈ ਨਾ ਅਸੀਂ ਆਪਣੀ ਐਗਜ਼ਿਸਟੈਂਸ ਨੂੰ ਡਿਫਾਈਨ ਕਿਵੇਂ ਕਰਾਂਗੇ ਸੋ ਮਾਈਂਡ ਆਪਣਾ ਸਿੱਖਣ ਦਾ ਕੰਮ ਕਰ ਰਿਹਾ ਉਹਨੇ ਨਾ ਜਿਵੇਂ ਮਤਲਬ ਇੱਕ ਤਰੀਕੇ ਦਾ ਜੇ ਤੁਸੀਂ ਦੇਖੋ ਮਾਈਕਰੋਸਕੋਪ ਦੇ ਅੰਦਰ ਕਈ ਵਾਰੀ ਬੈਕਟੀਰੀਆ ਨੂੰ ਵੱਧਦੇ ਆ ਵਾਇਰਸ ਨੂੰ ਵੱਧਦੇ ਦੇਖੋਗੇ ਤੇ ਮੈਂ ਥੋੜਾ ਜਿਹਾ ਬਰੂਟਲ ਐਗਜ਼ਾਮਪਲ ਦੇ ਰਹੀ ਹਾਂ ਤੇ ਉਹਦੇ ਵਿੱਚ ਉਹ ਚੀਜ਼ ਫੈਲਦੀ ਜਾਂਦੀ ਹੈ ਸੋ ਮਾਈਂਡ ਨੇ ਵੀ ਫੈਲੀ ਜਾਣਾ ਆਪਣੇ ਹਿਸਾਬ ਨਾਲ ਚੀਜ਼ਾਂ ਨੂੰ ਲਰਨ ਕਰਨ ਦੇ ਲਾਈਕ ਤਕਾਜ਼ੇ ਦੇ ਨਾਲ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਵੀ ਸਾਨੂੰ ਆ ਕ੍ਰਾਈਸਿਸ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਜਿਹੜੀਆਂ ਚੀਜ਼ਾਂ ਸਾਡੀ ਲਾਈਫ 'ਚ ਵਾਪਰ ਰਹੀਆਂ ਹੁੰਦੀਆਂ ਨੇ ਠੀਕ ਹੈ ਹੁਣ ਦਾ ਪੁਆਇੰਟ ਇਸ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਨਾਰਮਲੀ ਜਾ ਰਹੇ ਹਾਂ ਇੱਕ ਥਾਟ ਆਉਂਦਾ ਹੈ ਸਾਨੂੰ ਬਾਈ ਚਾਂਸ ਹੈ ਨਾ ਹੁਣ ਜਾਂ ਤੇ ਅਸੀਂ ਉਹ ਥਾਟ ਨੂੰ ਬਾਰ-ਬਾਰ ਸੋਚਣ ਦੇ ਵਿੱਚ ਇੰਗੇਜ ਹੋ ਜਾਵਾਂਗੇ ਜਾਂ ਉਹਨੂੰ ਨਾ ਸੋਚਣ ਦੇ ਵਿੱਚ ਇੰਗੇਜ ਹੋ ਜਾਵਾਂਗੇ ਬਟ ਕਿਤੇ ਨਾ ਕਿਤੇ ਓਵਰਥਿੰਕਿੰਗ ਫਿਰ ਜਦੋਂ ਬੰਦੇ ਨੂੰ ਐਂਜ਼ਾਇਟੀ ਦੇਣ ਲੱਗ ਪੈਂਦੀ ਹੈ ਤੇ ਉਹ ਫਿਰ ਉਸ ਕੇਸ ਦੇ ਵਿੱਚ ਮਤਲਬ ਵਨ ਥਿੰਗ ਲੀਡਸ ਟੂ ਅਨਦਰ ਹੋ ਜਾਂਦਾ ਨਾ ਜਦੋਂ ਯੈਸ ਉਹੀ ਨਾ ਕਿ ਕੜੀ ਨਾ ਕੜੀ ਜੁੜਦੀ ਹੈ ਜਾਂ ਤੁਸੀਂ ਥਾਟ ਨਾਲ ਦੋ ਕੰਮ ਕਰਦੇ ਹੋ ਇੱਕ ਤੁਸੀਂ ਥਾਟ ਨੂੰ ਸੋਚੀ ਜਾਂਦੇ ਹੋ ਬਾਰ-ਬਾਰ ਜਾਂ ਤੁਸੀਂ ਥਾਟ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋ ਮੈਂ ਨਹੀਂ ਸੋਚਣਾ ਹੁਣ ਤੁਸੀਂ ਥਾਟ ਨੂੰ ਨਾ ਸੋਚਣ ਦੇ ਚੱਕਰ ਵਿੱਚ ਵੀ ਥਾਟ ਬਾਰੇ ਹੀ ਸੋਚ ਰਹੇ ਹੁੰਦੇ ਹੋ ਥਾਟ ਤੇ ਕਿਤੇ ਜਾਂਦੇ ਹੀ ਨਹੀਂ ਹੈ ਤਾਂ ਪੁਆਇੰਟ ਇਜ਼ ਹੁਣ ਬੰਦਾ ਕਵੇ ਕਿ ਵੀ ਮੇਰੇ ਥਾਟਸ ਮੈਨੂੰ ਬਹੁਤ ਕੰਟਰੋਲ ਕਰਦੇ ਨੇ ਮੈਨੂੰ ਓਵਰਪਾਵਰ ਕਰ ਲੈਂਦੇ ਨੇ ਮੈਂ ਆਪਣੇ ਥਾਟਸ ਦੇ ਰਾਹੀਂ ਮੈਂ ਮਤਲਬ ਆਈ ਐਮ ਅ ਬਿਗ ਵਿਕਟਮ ਟੂ ਮਾਈ ਥਾਟਸ ਤੇ ਮੇਰਾ ਬਸ ਨਹੀਂ ਚੱਲਦਾ ਮੇਰੇ ਖਿਆਲਾਂ ਦੇ ਉੱਤੇ ਖਿਆਲਾਂ ਨੂੰ ਹੈਂਡਲ ਕਰਨ ਦਾ ਇੱਕੋ ਹੀ ਤਰੀਕਾ ਖਿਆਲਾਂ ਨੇ ਆਉਣਾ ਠੀਕ ਹੈ ਬਿਕੋਜ਼ ਖਿਆਲ ਸਾਡਾ ਜੇ ਖਿਆਲ ਆ ਰਹੇ ਨੇ ਮਤਲਬ ਸਾਡਾ ਮਾਈਂਡ ਫੰਕਸ਼ਨਲ ਹੈਗਾ
ਇਹ ਅੱਛੀ ਚੀਜ਼ ਹੈ, ਠੀਕ ਹੈ। ਦੈਟ ਇਜ਼ ਅ ਨੈਚੁਰਲ ਪ੍ਰੋਸੈਸ, ਦੈਟ ਇਜ਼ ਹਾਊ ਇਟ ਸ਼ੁੱਡ ਬੀ ਲਾਈਕ। ਥੋਟਸ ਨੂੰ ਆਉਣ ਦੇਣਾ ਚਾਹੀਦਾ। एक ਅਸੀਂ थेरेपी ਦੇ ਵਿੱਚ ਲਾइन यूज़ करते हैं, सोच को सोचना नहीं है, सोच को रोकना नहीं है, क्या करना है उसको चलने देना है। अगर वो डिस्टर्ब करे तो उसको इग्नोर करना है। कैसे? अटेंशन ना देके। उससे क्या होगा, इवेंचुअली आपकी हैबिचुएशन होने लग जाएगी, आदत पड़ने लग जाएगी। हुण तुसी घड़ियां लगियां होंदियां सारियां दे घरे, घड़ी दी टिक 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 चल रही है, इट इज सिंस इटर्निटी, है ना। जदों तुसी पैदा होए हो घड़ी दी टिक 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 चल रही है, उदां बॉदर नहीं करदी ओदी आवाज़। जिवें तुसी उस चीज़ नूं सुनो, रात दे सन्नाटे दे विच तुसी घड़ी दी आवाज़ नूं सुनो, टस टस करके सिर च वजदी है, इरिटेट करना शुरू कर बहुत ज़्यादा। सही गल है। सो ਉਹੀ ਤੁਸੀਂ ਆਪਣੇ ਸਵੇਰੇ ਉੱਠ ਕੇ ਕੰਮਾਂ ਕਾਜਾਂ 'ਚ ਇੰਗੇਜ ਹੋ। ਅੱਜ ਅਸੀਂ ਗੱਲ ਕਰ ਰਹੇ ਜੇ ਕੋਈ ਘੜੀ ਇਸ ਰੂਮ 'ਚ ਹੋਏਗੀ ਵੀ ਸਾਨੂੰ ਆਵਾਜ਼ ਨਹੀਂ ਸੁਣੇਗੀ, ਬॉदर ਹੀ ਨਹੀਂ ਕਰੇਗੀ, ਬਟ ਘੜੀ ਹੈ, ਘੜੀ ਕਿਤੇ ਗਈ ਨਹੀਂ ਹੈ। ਸੇਮ ਥਿੰਗ ਅਕਰਸ ਵਿਦ ਆਰ ਥਾਟਸ। ਥਾਟਸ come, thoughts go. Point is we should not be hanging with the thoughts. ਸਾਨੂੰ thoughts ਨੂੰ ਲਟਕਣਾ ਨਹੀਂ ਚਾਹੀਦਾ। We should not be trying to deliberately drag the thoughts away. ਸਾਨੂੰ ਉਹਨਾਂ ਦੇ ਨਾਲ ਅਟਕਣਾ ਵੀ ਨਹੀਂ ਚਾਹੀਦਾ, ਸਾਨੂੰ ਉਹਨਾਂ ਨੂੰ ਚੱਲਣ ਦੇਣਾ ਚਾਹੀਦਾ। ਬਿਕੋਜ਼ ਉਹ ਇੱਕ ਮੂਮੈਂਟਲੀ ਆ ਰਹੇ, ਠੀਕ ਹੈ। ਆਪਣਾ ਟਾਈਮ ਲੈ ਕੇ, ਮੂਮੈਂਟ ਲੈ ਕੇ, ਉਹਨਾਂ ਨੇ ਅਗਲੀ ਘੜੀ ਤੁਹਾਡੇ ਨਾਲ ਕੁਝ ਹੋਰ ਹੋ ਜਾਏਗਾ, ਤੁਸੀਂ ਉੱਥੇ ਹੀ ਗੇਟ ਤੋਂ ਨਿਕਲ ਜਾਣਾ। ਇੱਕ ਸਿੰਪਲ ਜੀ ਗੱਲ ਹੈ, ਥੋੜਾ ਜਿਹਾ ਕੰਪਲਿਕੇਟਿਡ ਟੈਕਨੀਕ ਹੈ ਇਹਨੂੰ ਕਰਨ ਦੀ, ਬਟ ਜੇ ਤੁਸੀਂ ਇਹਨੂੰ ਓਵਰ ਦ ਪੀਰੀਅਡ ਆਫ ਟਾਈਮ ਕਰਦੇ ਚਲੋ, ਪ੍ਰੈਕਟਿਸ ਕਰਦੇ ਚਲੋ ਇਵੈਂਚੁਅਲੀ ਤੁਹਾਡੀ ਐਂਜ਼ਾਈਟੀ ਜਿਹੜੀ ਹੈਗੀ ਹੈ ਉਹ ਰਿਡਿਊਸ ਕਰਨਾ ਸ਼ੁਰੂ ਹੋ ਜਾਏਗੀ। ਆਪਾਂ ਹੁਣ ਦੇਖੀਏ ਕਿ ਸਾਨੂੰ ਬਹੁਤ ਸਾਰੇ ਕੁਐਸਚਨ ਆਉਂਦੇ ਪਏ ਸੀਗੇ, ਜਿਹੜੇ ਹੋਮੋਸੈਕਸ਼ੁਅਲਿਟੀ ਦੇ ਉੱਤੇ ਬਹੁਤ ਜ਼ਿਆਦਾ ਕੁਐਸਚਨ ਆਉਂਦੇ ਪਏ ਸੀਗੇ ਕਿ ਬਹੁਤ ਸਾਰੇ ਲੋਕੀ ਕਹਿੰਦੇ ਪਏ ਕਿ ਵੀ ਮੈਂ ਇੱਦਾਂ ਆ, ਬਟ ਮੈਨੂੰ ਸੁਸਾਇਟੀ ਇੱਦਾਂ ਦੇਖਦੀ ਆ, ਮੈਨੂੰ ਬਹੁਤ ਜ਼ਿਆਦਾ ਟੌਰਚਰ ਕਰਦੇ ਆ, ਮੈਂ ਬਹੁਤ ਜ਼ਿਆਦਾ ਸਟ੍ਰੈਸ ਮੈਨੂੰ ਬਹੁਤ ਜ਼ਿਆਦਾ ਆਇਆ ਹੋਇਆ ਕਿ ਮੇਰੀ ਸੁਸਾਇਟੀ ਜਿੱਦਾਂ ਦਾ ਮੈਂ ਹੈਗਾ, ਮੈਨੂੰ ਉੱਦਾਂ ਕਿਉਂ ਨਹੀਂ ਐਕਸੈਪਟ ਕਰਦੇ ਪਏ। ਹੋਮੋਸੈਕਸ਼ੁਅਲ ਦੇ ਉੱਤੇ ਆਪਾਂ ਅਗਰ ਗੱਲ ਕਰੀਏ ਤੇ ਫਿਰ ਉਹ ਉੱਦਾਂ ਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਕਿੱਦਾਂ ਆਪਾਂ ਕਰੀਏ? ਦੇਖੋ ਐਜ਼ ਪਰ ਜਿਵੇਂ LGBTQ ਕਮਿਊਨਿਟੀ ਕਾਫੀ ਐਕਟੀਵੇਸ਼ਨ 'ਚ ਹੈਗੀ ਹੈ ਇਸ ਟਾਈਮ 'ਤੇ, ਹੋਣਾ ਵੀ ਚਾਹੀਦਾ ਹੈ, ਬਿਕੋਜ਼ ਹਰ ਹਿਊਮਨ ਬੀਇੰਗ ਦੀ ਆਪਣੀ ਰਾਈਟਸ ਹੈਗੀਆਂ। ਦੇਰ ਇਜ਼ ਅ ਰਾਈਟ ਟੂ ਐਗਜ਼ਿਸਟੈਂਸ ਫॉर एवरीवन, ਬਟ ਦਾ ਪੁਆਇੰਟ ਇਜ਼ ਇੱਕ ਸੋਸਾਈਟਲ ਸਟਿਗਮਾ ਜਿਹੜਾ ਬਣਿਆ ਹੋਇਆ, ਲੋਕਾਂ ਨੂੰ ਬੇਸਿਕ ਡਿਫਰੈਂਸ ਹੀ ਨਹੀਂ ਪਤਾ LGBTQ ਕਮਿਊਨਿਟੀ ਦੇ ਵਿੱਚ ਕਿਹੋ ਜਿਹੇ ਲੋਕੀ ਹੁੰਦੇ ਨੇ, ਠੀਕ ਹੈ। ਪੀਪਲ ਵੁੱਡ ਆਈਦਰ ਰੈਫਰ ਐਸ, ਹੁਣ ਇੱਕ ਕੈਟੇਗਰੀ ਹੁੰਦੀ ਹੈ ਯੂਨਕਸ ਦੀ। ਯੂਨਕਸ ਹੁੰਦੇ ਜਿਨ੍ਹਾਂ ਨੂੰ ਸਾਡੀ ਭਾਸ਼ਾ 'ਚ ਹੀਜੜਾ ਕਿਹਾ ਜਾਂਦਾ ਜਾਂ ਖੁਸਰੇ ਕਿਹਾ ਜਾਂਦਾ ਆ। ਉਹਨਾਂ ਦੀ ਇੱਕ ਨੈਚੁਰਲ ਡਿਫਾਰਮਿਟੀ ਕਿ ਉਹਨਾਂ ਦੇ ਔਰਗਨਸ ਪ੍ਰੋਪਰਲੀ ਫਾਰਮਡ ਹੀ ਨਹੀਂ ਹੋਏ ਹੁੰਦੇ, ਤਾਂ ਕਰਕੇ ਉਹਨਾਂ ਨੂੰ ਕੁਦਰਤ ਦੇ ਘਰੋਂ ਹੀ ਉਹ ਇਹੋ ਜਿਹੇ ਆਏ ਨੇ, ਬਟ ਸਿਰਫ ਉਹਨਾਂ ਦੀ ਔਰਗਨ ਡਿਫਾਰਮਿਟੀ ਦੇ ਕਰਕੇ ਉਹ ਇਨਕੰਪਲੀਟ ਹਿਊਮਨ ਬੀਇੰਗਸ ਨਹੀਂ ਹੈਗੇ। ਉਹਨਾਂ ਦਾ ਮਾਈਂਡ ਇਕੁਅਲੀ ਫੰਕਸ਼ਨਲ ਹੈ, ਉਹਨਾਂ ਦੇ ਬਾਕੀ ਸਰੀਰ ਦੇ ਔਰਗਨਸ ਇਕੁਅਲੀ ਫੰਕਸ਼ਨਲ ਨੇ। ਸੋ ਜੇ ਉਹ ਚਾਹਣ, ਦੇ ਹੈਵ ਦ ਰਾਈਟ ਟੂ ਗੈਟ ਐਜੂਕੇਟਿਡ, ਦੇ ਹੈਵ ਦ ਰਾਈਟ ਟੂ ਮੂਵ ਇਨ ਦ ਸੋਸਾਇਟੀ ਐਜ਼ ਅ ਫੁੱਲੀ ਫੰਕਸ਼ਨਲ ਇੰਡੀਵਿਜੂਅਲ, ਇੰਸਟੈਡ ਆਫ ਬੀਇੰਗ ਜਜਡ ਅਪॉन देयर ऑर्गन डिफॉर्मिटी just because they don't have a developed organ। ਉਹ ਕੀ ਹੈਗਾ ਕਿ ਜਦੋਂ ਕਨਸੈਪਸ਼ਨ ਦੇ ਵੇਲੇ ਉਹਨਾਂ ਦੀ ਮਦਰਸ ਨੇ ਕਨਸੀਵ ਕੀਤਾ ਹੋਣਾ ਹੈ, ਉਹ XY ਕ੍ਰੋਮੋਸੋਮ ਦਾ ਇੱਕ ਤਰ੍ਹਾਂ ਦੀ ਰੋਂਗ ਮਿਊਟੇਸ਼ਨ ਹੋ ਗਈ, ਉਹਦੇ ਕਰਕੇ ਦੇ ਆਰ ਲਾਈਕ ਦੈਟ। ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ। ਜੀਨੋਮ ਦੇ ਵਿੱਚ ਜਦੋਂ XY ਜਦੋਂ ਹੋ ਜਾਂਦਾ ਫਿਰ ਉਹ ਟ੍ਰਾਂਸ ਦੇ ਵਿੱਚ ਚਲੇ ਜਾਂਦੇ, ਟ੍ਰਾਂਸੈਕਸ਼ੁਅਲਿਟੀ ਵਿੱਚ ਤੇ ਉਹੀ ਚੀਜ਼ ਇਹ these are the eunuchs, ਹੈ ਨਾ। ਇਹਦੇ ਵਿੱਚ ਮਤਲਬ ਉਹਨਾਂ ਦੇ organ deformity। ਬਟ ਫਿਰ ਉਸ ਤਰ੍ਹਾਂ ਦੇ ਸਟ੍ਰੈਸ ਨੂੰ ਜਿੱਦਾਂ ਹੁਣ ਸਪੋਜ਼ ਚਲੋ ਇਹ ਤਾਂ ਹੋ ਗਿਆ ਕਿ ਆਪਾਂ ਜਿਹੜੇ ਜਿਹਨੂੰ ਆਪਾਂ ਕਹਿੰਦੇ ਖੁਸਰੇ ਹੋ ਗਏ ਜਾਂ ਫਿਰ LGBTQ ਜਿਹੜੀ ਕਮਿਊਨਿਟੀ ਹੈਗੀ ਉਹਨਾਂ ਨੂੰ ਆਪਾਂ ਦੇਖੀਏ, ਪਰ ਜਿਹੜੇ ਲਾਈਕ ਗੇਜ਼ ਹੋ ਗਏ ਜਾਂ ਫਿਰ ਜਿਹੜੀਆਂ ਕੁੜੀਆਂ ਆ, ਠੀਕ ਆ, ਲੈਸਬੀਅਨਸ ਹੋ ਗਈਆਂ, ਉਹ ਕਹਿੰਦੇ ਕਿ ਸਾਨੂੰ ਹੋਰ ਤਰ੍ਹਾਂ ਦੀ ਨਜ਼ਰਾਂ ਨਾਲ ਦੇਖਿਆ ਜਾਂਦਾ ਆ ਕਿ ਮਤਲਬ ਇੱਕ ਔਛੀ ਨੂੰ ਆਪਾਂ ਕਹਿੰਦੇ ਔਛੀ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ, ਤੇ ਉਹ ਉਸ ਚੀਜ਼ ਨੂੰ, ਉਸ ਪ੍ਰੈਸ਼ਰ ਨੂੰ ਕਿੱਦਾਂ ਹੈਂਡਲ ਕਰਨ? देखो homosexuality is present in nature, it is just not us human beings। ਇਹ ਹੋਰ ਵੀ ਐਨੀਮਲ ਸਪੀਸ਼ੀਜ਼ ਹੈਗੀਆਂ ਨੇ ਜਿਨ੍ਹਾਂ ਵਿੱਚ ਹੋਮੋਸੈਕਸ਼ੁਅਲਿਟੀ ਪ੍ਰੈਜ਼ੈਂਟ ਹੈਗੀ ਹੈ। ਡੌਗਸ ਵਿੱਚ ਵੀ ਹੁੰਦੀ ਹੈ, ਕ੍ਰੋਕੋਡਾਈਲਸ 'ਚ ਹੁੰਦੀ ਹੈ, ਪੈਂਗੁਇਨਸ 'ਚ ਹੁੰਦੀ ਹੈ, ਗੋਰਿਲਾਸ 'ਚ ਵੀ ਹੁੰਦੀ ਹੈ। ਸੋ ਇਟ ਇਜ਼ ਅ ਪੋਸਿਬਿਲਿਟੀ ਆਫ ਨੈਚੁਰਲ ਅਕਰੈਂਸ, ਠੀਕ ਹੈ। ਐਂਡ ਵੈਨ ਯੂ ਟਾਕ ਅਬਾਊਟ ਅ ਸੈਕਸ਼ੂਅਲ ਓਰੀਐਂਟੇਸ਼ਨ, ਉਹ ਹਰ ਇੱਕ ਵਿਅਕਤੀ ਦਾ ਆਪਣਾ ਹੱਕ ਹੈ, ਠੀਕ ਹੈ। ਸਾਡੀ ਸੋਸਾਇਟੀ ਦੇ ਵਿੱਚ ਸਟ੍ਰੇਟ ਸੈਕਸ ਪ੍ਰੈਕਟਿਸਿਸ ਨੂੰ ਹੀ ਮੰਨਿਆ ਜਾਂਦਾ, ਬਿਕੋਜ਼ ਉਹਦੇ ਨਾਲ ਤੁਸੀਂ ਕਹਿ ਲਓ ਅੱਗੇ ਰੀਪਰੋਡਿਊਸ ਕਰਦੇ ਹੋ, ਤੁਸੀਂ ਅੱਗੇ ਆਪਣੀ ਸੋਸਾਇਟੀ ਨੂੰ ਵਧਾ ਰਹੇ ਹੋ, ਤੁਸੀਂ ਬੱਚੇ ਲਿਆ ਰਹੇ ਹੋ, ਤੁਸੀਂ ਆਪਣਾ ਕਹਿ ਲਓ ਨਾ ਕਿ ਵੀ ਅੰਸ਼ ਅੱਗੇ ਵਧਾ ਰਹੇ ਹੋ, ਹੈ ਨਾ। ਤੇ ਉਹ ਦੇਖੋ ਸੈਕਸ਼ੂਅਲ ਸਿਲੈਕਸ਼ਨ ਦਾ ਨੇਚਰ ਦੇ ਹਿਸਾਬ ਨਾਲ ਆਹੀ ਤਕੱਲੁਫ ਹੈਗਾ ਆ ਕਿ ਤੁਸੀਂ ਅੱਗੇ ਰੀਪਰੋਡਿਊਸ ਕਰਨਾ, ਤੁਸੀਂ ਅੱਗੇ ਆਪਣੀ ਜਨਰੇਸ਼ਨ ਨੂੰ ਵਧਾਉਣਾ, ਠੀਕ ਹੈ। ਐਂਡ ਹਰ ਇੱਕ ਜਿੰਨੇ ਵੀ ਐਨੀਮਲ ਸਪੀਸ਼ੀਜ਼ ਦੇ ਹਿਸਾਬ ਨਾਲ ਦੇਖਿਆ ਜਾਏ ਤੇ ਉਹਨਾਂ ਦਾ ਅਲਟੀਮੇਟ ਗੋਲ ਇਜ਼ ਰੀਪਰੋਡਕਸ਼ਨ, ਦੈਟਸ ਹਾਊ ਪਾਰਟਨਰ ਸਿਲੈਕਸ਼ਨ ਵਰਕਸ, ਠੀਕ ਹੈ। ਸੋ ਉਹ ਇੱਕ ਤਰੀਕਾ ਹੈ ਜਿਹਦੇ ਕਰਕੇ ਸੋਸਾਇਟੀ ਵਿੱਚ ਸਟਿਗਮਾ ਬਣਿਆ ਹੋਇਆ ਕਿ ਜਿਹੜੀ ਪਾਰਟਨਰ ਸਿਲੈਕਸ਼ਨ ਹੈਗੀ ਹੈ ਦੈਟ ਸ਼ੁੱਡ ਬੀ ਸਟ੍ਰੇਟ, ਬਿਕੋਜ਼ ਉਹਦੇ ਨਾਲ ਤੁਹਾਨੂੰ ਤੁਸੀਂ ਆਪਣਾ ਖਾਨਦਾਨ ਵਧਾ ਰਹੇ ਹੋ, ਵੰਸ਼ ਵਧਾ ਰਹੇ ਹੋ ਅੱਗੇ,
ਹੈ ਨਾ, ਤੇ ਤੁਸੀਂ ਮਤਲਬ ਆਪਣੀ ਸੋਸਾਇਟੀ ਨੂੰ ਕੰਟਰੀਬਿਊਟ ਕਰ ਰਹੇ ਹੋ, ਦੁਨੀਆ 'ਚ ਕੰਟਰੀਬਿਊਸ਼ਨ ਕਰ ਰਹੇ ਹੋ, ਤੇ ਉੱਥੇ ਇਹੋ ਜਿਹੇ ਜਿਹੜੇ ਕਪਲਸ ਆ ਜਾਂਦੇ ਨੇ ਜਾਂ ਲੋਕੀ ਆ ਜਾਂਦੇ ਨੇ ਜਿਨ੍ਹਾਂ ਦੀ ਓਰੀਐਂਟੇਸ਼ਨ ਹੀ ਜਿਹੜੀ ਹੈਗੀ ਆ, ਜਾਂ ਤੇ ਉਹਨਾਂ ਦੀ ਓਰੀਐਂਟੇਸ਼ਨ ਮੁੰਡਿਆਂ ਦੀ ਮੁੰਡਿਆਂ ਵੱਲ ਹੈ, ਜਿਨ੍ਹਾਂ ਨੂੰ ਗੇਸ ਕਿਹਾ ਜਾਂਦਾ, ਕੁੜੀਆਂ ਦੀ ਕੁੜੀਆਂ ਵੱਲ ਹੈ, ਜਿਨ੍ਹਾਂ ਨੂੰ ਲੈਸਬੀਅਨਸ ਕਿਹਾ ਜਾਂਦਾ। ਦੈਨ ਦੇਰ ਇਜ਼ ਅ ਕੈਟੇਗਰੀ ਆਫ ਸੈਕਸ਼ੁਅਲੀ ਫਲੂਇਡ ਪੀਪਲ ਹੂ ਡੂ ਨਾਟ ਮਾਈਂਡ ਟੂ ਗੈਟ ਇੰਗੇਜਡ ਔਰ ਇੰਟੀਮੇਟ ਵਿਦ ਐਨੀਬਾਡੀ, ਠੀਕ ਹੈ, ਭਾਵੇਂ ਉਹ ਕਿਸੇ ਵੀ ਸੈਕਸ ਦਾ ਹੋਵੇ, ਭਾਵੇਂ ਉਹ ਕਿਸੇ ਵੀ ਜੈਂਡਰ ਦਾ ਹੋਵੇ, ਥਰਡ ਜੈਂਡਰ ਦੇ ਵੀ ਹੋ ਸਕਦਾ। ਇੱਕ ਮੈਂ ਸੁਣਿਆ ਸੀਗਾ ਇੱਕ ਏਸੈਕਸ਼ੁਅਲ ਕਿ ਜਿਨ੍ਹਾਂ ਨੂੰ ਕਿਸੇ 'ਚ ਵੀ ਇੰਟਰਸਟ ਨਹੀਂ ਹੈ। ਹਾਂ, ਏਸੈਕਸ਼ੁਅਲ ਕੈਟੇਗਰੀ ਵੀ ਹੁੰਦੀ ਹੈ ਕਿ ਜਿਨ੍ਹਾਂ ਨੂੰ ਅੰਦਰੋਂ ਲਿਬਿਡਨਲ ਉਹ ਆਂਦੀ ਨਹੀਂ ਹੈ। ਸੋ ਐਵਰੀਬਡੀ ਹੈਜ਼ ਯੂ ਨੋ ਐਸ ਪਰ ਦ ਰਾਈਟ ਆਫ ਐਗਜ਼ਿਸਟੈਂਸ ਦੇ ਹੈਵ ਦ ਰਾਈਟ ਟੂ ਚੂਜ਼ देयर ਲਾਈਫਵਾਈਜ਼ ਪਾਰਟਨਰ ਐਂਡ ਯੂ ਨੋ ਸਸਟੇਨ देयर ਲਾਈਫ ਦ ਵੇ ਦੈਟ ਪਲੀਜ਼ਸ them। ਇਹਦੇ ਵਿੱਚ ਸੋਸਾਇਟੀ ਦਾ ਕਿਸੇ ਵੀ ਬੰਦੇ ਨੂੰ ਉਸ ਤਰੀਕੇ ਨਾਲ ਲੇਬਲ ਕਰਨਾ, ਇਸ ਤਰੀਕੇ ਨਾਲ ਇੱਦਾਂ ਦੇਖਣਾ ਜਾਇਜ਼ ਨਹੀਂ ਬਣਦਾ। ਉਹ ਹੁੰਦਾ ਕਿਉਂ ਹੈ? ਬਿਕੋਜ਼ ਆਫ ਲੈਕ ਆਫ ਐਜੂਕੇਸ਼ਨ, ਬਿਕੋਜ਼ ਆਫ ਕਹਿ ਲਓ ਇਨਸਿਕਿਉਰਿਟੀ ਇਨ ਦਾ ਹੈਡਸ ਕਿ ਵੀ ਹੁਣੇ ਕਿੱਦਾਂ ਹੋਏਗਾ। ਜਿੱਦਾਂ ਜੇ ਇੰਡੀਅਨ ਫੈਮਿਲੀ ਦੇ ਹਿਸਾਬ ਨਾਲ ਗੱਲ ਕਰੀਏ ਤੇ ਸਾਡੇ ਤੇ ਲਾਈਕ ਘਰਦਿਆਂ ਨੂੰ ਆਹੀ ਚੀਜ਼ ਦਾ ਜ਼ਿਆਦਾ ਮੈਂ ਦੇਖਿਆ ਹੋਈ ਜ਼ਿਆਦਾਤਰ ਕਿ ਆਪਣੀ ਜਿਹੜੀ ਇੰਡੀਅਨ ਕਮਿਊਨਿਟੀ ਹੈਗੀ ਹੈ, ਇੰਡੀਅਨ ਕਮਿਊਨਿਟੀ ਦੇ ਵਿੱਚ ਹੀ ਜ਼ਿਆਦਾ ਇਹਨੂੰ ਬਹੁਤ ਐਜ਼ ਸਟਿਗਮਾ ਦੇਖਿਆ ਜਾਂਦਾ ਕਿ ਵੀ ਇਹ ਹੈਗਾ ਆ ਕਿ ਵੀ ਇਹ ਤਾਂ ਨਹੀਂ, ਇਹ ਤਾਂ ਹੈ ਹੀ ਨਹੀਂ, ਇਹ ਤਾਂ ਮਤਲਬ ਨੇਚਰ ਦੇ ਖਿਲਾਫ ਚਲਾ ਗਿਆ, ਇਹ ਤਾਂ ਇਦਾਂ ਹੈ। ਬਟ ਅਗਰ ਇਹ ਕਿਸੇ ਦੇ ਨਾਲ ਹੁੰਦਾ ਪਿਆ ਹੈ, ਸਟ੍ਰੈਸਫੁਲ ਲਾਈਫ ਹੋ ਗਈ ਹੈ ਉਸ ਬੰਦੇ ਨੈਚੁਰਲੀ, ਇੱਕ ਹਿਊਮਨ ਬੀਇੰਗ ਤਾਂ ਹੈ ਤਾਂ ਹਿਊਮਨ ਬੀਇੰਗ ਹੀ, ਤੇ ਅਗਰ ਉਸ ਚੀਜ਼ ਦੇ ਵਿੱਚ ਬੰਦਾ ਹੈਗਾ ਹੈ ਤੇ ਉਸ ਸਟ੍ਰੈਸ ਤੋਂ ਬੰਦਾ ਕਿੱਦਾਂ ਉਭਰੇ, ਉਸ ਸਟ੍ਰੈਸ ਤੋਂ ਕਿੱਦਾਂ ਨਿਕਲੇ ਬੰਦਾ? ਫਸਟ ਆਫ ਆਲ ਆਈ ਵੁੱਡ ਸੁਜੈਸਟ ਕਿ ਜੇ ਮੈਂ ਇਸ ਥਾਂ ਹੋਵਾਂ, ਠੀਕ ਹੈ, ਤੇ ਮੈਂ ਤੇ ਇਸ ਚੀਜ਼ ਨੂੰ ਇੱਦਾਂ ਹੀ ਲਵਾਂਗੀ ਕਿ ਯੂ ਸ਼ੁਡ ਲਰਨ ਟੂ ਓਨ ਯੋਰ ਆਈਡੈਂਟੀਟੀ। If you are somebody who is either a gay or a lesbian or sexually fluid, pansexual हो, जो भी हो, ਤੁਹਾਡੀ ਜੋ ਵੀ sexual orientation ਹੈ, ਉਹਨੂੰ ਬਹੁਤ pride ਦੇ ਨਾਲ own ਕਰੋ। ਬਿਕੋਜ਼ ਜੇ ਤੁਸੀਂ ਸੋਸਾਇਟੀ ਦੇ ਸਾਹਮਣੇ ਡਰ ਕੇ, ਆਪਣੇ ਆਪ ਨੂੰ ਹੀ ਡਰ ਕੇ ਤੁਸੀਂ ਪ੍ਰੈਜ਼ੈਂਟ ਕਰੋਗੇ, ਸੋਸਾਇਟੀ ਤਾਂ ਤੁਹਾਨੂੰ ਖਾ ਜਾਏਗੀ। ਸੋਸਾਇਟੀ won't be regarding you as an you know empowered individual. So you need that power, that strength first of all, because ਤੁਸੀਂ ਕੁਝ ਗਲਤ ਨਹੀਂ ਕਰ ਰਹੇ ਹੋ, ਠੀਕ ਹੈ। ਤੁਹਾਡੀ ਨਜ਼ਰ ਦੇ ਵਿੱਚ ਉਹ ਚੀਜ਼ ਤੁਹਾਨੂੰ ਲਾਈਫ ਟਾਈਮ ਦਾ ਪਲੇਜ਼ਰ ਦੇ ਰਹੀ ਹੈ, ਸੈਟਿਸਫੈਕਸ਼ਨ ਦੇ ਰਹੀ ਹੈ, ਤੁਹਾਡੀ ਐਗਜ਼ਿਸਟੈਂਸ ਨੂੰ ਡਿਫਾਈਨ ਕਰ ਰਹੀ ਹੈ, ਤੇ ਜੇ ਤੁਸੀਂ ਉਸੇ ਚੀਜ਼ ਨੂੰ ਹੀ ਓਨ ਨਹੀਂ ਕਰ ਸਕਦੇ ਤੇ ਉਹਦੀ ਕਿਸੇ ਹੋਰ ਤੋਂ ਤੁਸੀਂ ਰਿਸਪੈਕਟ ਕਿਵੇਂ ਐਕਸਪੈਕਟ ਕਰ ਸਕਦੇ ਹੋ? ਫਸਟ ਆਫ ਆਲ ਯੂ ਸ਼ੁਡ ਓਨ ਇਟ, come out as confident as you can about it, and also be graceful with it, ਠੀਕ ਹੈ। ਜੇ ਤੁਸੀਂ ਉਹਨੂੰ ਗ੍ਰੇਸਫੁਲੀ ਰਿਪਰੈਜ਼ੈਂਟ ਕਰੋਗੇ, ਗ੍ਰੇਸਫੁਲੀ ਬਣਾਓਗੇ। ਹੁਣ देयर इज अ यूनक एक्टिविस्ट नेम्ड लक्ष्मी प्रसाद, ਉਹਨਾਂ ਦੀ ਇੰਟਰਵਿਊਜ਼ ਦੇਖੀਆਂ ਕਦੇ। ਸ਼ੀ ਇਜ਼ ਅ ਹਾਈਲੀ ਐਜੂਕੇਟਿਡ ਪਰਸਨ, ਆਈ ਹੈਵ ਮੈਟ ਹਰ ਪਰਸਨਲੀ, ਮਤਲਬ ਮਜ਼ਾ ਆਉਂਦਾ ਹੈ ਉਹਨਾਂ ਨਾਲ ਗੱਲ ਕਰਕੇ। ਐਂਡ ਆਪਣੇ ਟਾਈਮ ਦੇ ਵਿੱਚ ਉਹਨਾਂ ਦੀ ਫੈਮਿਲੀ ਨੇ ਉਹਨਾਂ ਨੂੰ ਅਬੈਂਡਨ ਕਰਤਾ ਸੀ। ਸੋ ਇਹੋ ਜਿਹੇ ਕਾਫੀ ਮਤਲਬ ਕਹਿ ਲਓ ਪਰਸਨੈਲਿਟੀਜ਼ ਹੈਗੀਆਂ ਨੇ ਜਿਹੜੀਆਂ ਉੱਭਰ ਕੇ ਸਾਹਮਣੇ ਆਈਆਂ, ਜਿਨ੍ਹਾਂ ਨੇ ਆਪਣੀਆਂ ਵੀਕਨੈਸਿਸ ਆਪਣੇ ਅੱਗੇ ਨਹੀਂ ਆਉਣ ਦਿੱਤੀਆਂ। ਉਹਨਾਂ ਨੇ ਆਪਣੀ ਕੈਲੀਬਰ ਤੇ ਕੰਮ ਕੀਤਾ, ਨਾ ਜੋ ਰੌਕ ਕਰ ਰਹੇ ਨੇ। ਇੱਕ ਮੈਂ ਦੇਖਿਆ, ਜਿੱਦਾਂ ਹੁਣ ਆਪਾਂ ਗੱਲ ਕਰਦੇ ਪਏ ਹਾਂ ਇਹਦੇ ਉੱਤੇ, ਕਿ ਇਹ ਸੈਕਸਿਜ਼ਮ ਜਿਹੜਾ ਆ, ਸੈਕਸਿਜ਼ਮ ਬਹੁਤ ਵੱਡਾ ਇਸ਼ੂ ਇਸ ਟਾਈਮ ਹੁੰਦਾ ਜਾ ਰਿਹਾ ਆਪਣੇ ਇੰਡੀਅਨ ਕਮਿਊਨਿਟੀ ਦੇ ਵਿੱਚ। ਬੋਡੀ ਸ਼ੇਮਿੰਗ ਬਹੁਤ ਜ਼ਿਆਦਾ ਹੁੰਦੀ ਪਈ ਆ। ਮਤਲਬ ਤੁਸੀਂ ਜਿਹੜਾ ਸਾਹਮਣੇ ਵਾਲਾ ਬੰਦਾ ਆ ਉਹ ਆਪਣੇ ਆਪ ਨੂੰ ਇੱਦਾਂ ਸੋਚਦਾ ਕਿ ਮੈਂ ਜਾਂ ਫਿਰ ਸਾਡੇ ਅੰਦਰ ਇੱਕ ਉਹ ਆ ਜਾਂਦਾ ਆ ਕਿ ਯਾਰ ਪਤਾ ਨਹੀਂ ਲੋਕ ਕੀ ਸੋਚਦੇ ਵੀ ਮੇਰੇ ਬਾਰੇ, ਪਤਾ ਨਹੀਂ ਮੈਂ ਕਿੱਦਾਂ ਸੋਚਦਾ ਮੈਂ। ਔਰ ਅਗਰ ਤੁਹਾਨੂੰ ਸਾਹਮਣੇ ਤੋਂ ਕਿਸੇ ਨੇ ਕਿ ਮੋਟਾ ਕਹਿਤਾ ਜਾਂ ਪਤਲਾ ਕਹਿਤਾ ਜਾਂ ਜੋ ਵੀ ਆ, ਆਪਾਂ ਨੈਚੁਰਲੀ ਸਪੈਸ਼ਲੀ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਬਹੁਤ ਹੁੰਦਾ ਕਿ ਆਪਾਂ ਕਲੋਲਾਂ ਕਰਦੇ ਬਹੁਤ ਜ਼ਿਆਦਾ। ਬਟ ਤੁਸੀਂ ਕਦੀ ਇਹ ਸੋਚਿਆ ਕਿ ਜਿਹਨੂੰ ਤੁਸੀਂ ਕਲੋਲਾਂ ਉਹ ਮਾਰਦੇ ਪਏ ਆ, ਉਹਦੇ ਉੱਤੇ ਮਤਲਬ ਸਪੈਸ਼ਲੀ ਉਹਦੀ ਬੋਡੀ ਨੂੰ ਰਿਲੇਟਡ, ਕਿ ਅਗਰ ਤੁਸੀਂ ਉਹ ਕਲੋਲ ਮਾਰਦੇ ਪਏ ਆ ਤੇ ਤੁਸੀਂ ਸੋਚਿਆ ਕਿ ਉਹ ਬੰਦੇ ਤੇ ਕੀ ਬੀਤਦੀ ਪਈ ਹੈ? ਤੇ ਐਸ ਅਗਰ ਮੈਨੂੰ ਉਹ ਕਲੋਲ ਅਗਰ ਵੱਜੀ ਹੈ, ਜਿਹਨੂੰ ਆਪਾਂ ਕਹਿ ਦਈਏ, ਅਗਰ ਮੈਨੂੰ ਅਗਰ ਕਿਸੇ ਨੇ ਬੋਡੀ ਸ਼ੇਮਿੰਗ ਕੀਤੀ ਹੈ ਤਾਂ ਮੈਂ ਉਸ ਚੀਜ਼ ਨੂੰ ਕਿੱਦਾਂ ਹੈਂਡਲ ਕਰਾਂ? ਸੋ ਇਹ ਜਿਹੜਾ ਕੁਐਸਚਨ ਹੈਗਾ ਆ, ਇਹ ਸਮਾਜਿਕ ਤੌਰ ਤੇ ਇੱਕ ਜਿਹੜੀ ਕਲਚਰਲ ਟੌਕਸਿਸਿਟੀ ਹੈ ਉਹਨੂੰ ਸ਼ੀਸ਼ਾ ਦਿਖਾਉਣ ਵਾਲਾ ਕੁਐਸਚਨ ਹੈ ਇੱਕ ਤਰੀਕੇ ਦਾ। ਬਿਕੋਜ਼ ਥੀਸ ਥਿੰਗਸ ਸਟਾਰਟ ਫਰੋਮ ਹੋਮ, ਲੈਟਸ ਜਸਟ ਟੇਕ ਇਟ ਦੈਟ ਵੇ। ਬੋਡੀ ਸ਼ੇਮਿੰਗ ਦੀਆਂ ਪ੍ਰੋਬਲਮਸ ਜਾਂ ਇੱਕ ਤਰੀਕੇ ਦੀ ਆਈਡੈਂਟੀਟੀ ਕੰਪਲੈਕਸਿਸ ਆ ਜਾਂਦੇ ਨੇ, ਇਨਫੀਰੀਓਰਿਟੀ ਕੰਪਲੈਕਸਿਸ ਆ ਜਾਂਦੇ ਨੇ, ਘਰੋਂ ਹੀ ਸ਼ੁਰੂ ਹੁੰਦੀਆਂ ਨੇ ਚੀਜ਼ਾਂ। ਬਿਕੋਜ਼ ਸੀ ਦੇਖੋ, ਗਰੋਥ ਦਾ ਪ੍ਰੋਸੈਸ ਹੀ ਇਹੋ ਜਿਹਾ ਹੈਗਾ, ਜਦੋਂ ਅਸੀਂ ਐਡੋਲੈਸੈਂਸ ਵਿੱਚ ਆਉਂਦੇ ਹਾਂ, ਵੀ ਆਰ ਗੋਇੰਗ ਥਰੂ ਬੋਡੀਲੀ ਚੇਂਜਸ, ਠੀਕ ਹੈ। देयर इज हार्मोनल इंबैलेंस ऑल्सो, देन लाइक कई लोग हाइट ग्रो कर रहे होंगे ने, कई लोग वेट ज़्यादा आ जाते हैं। हुण सारा अली खान नूं ही देख लो, इफ यू गो चेक आउट हर टीनेज पिक्चर्स या वीडियोस, वो अपने आप को बहुत ओपनली फ्लॉन्ट करती है, आई हैव बीन दैट, आई वाज वेरी हैवी, आई वाज वेरी फैट, बट आई एम्ब्रेस्ड इट। मैनूं कभी भी इदां दी प्रॉब्लम आई नहीं। या पीपल ट्राई टू बॉडी शेम मी, बिकॉज एक वो कहते ना कि भी हर एक चीज़ नूं लैके ना इत्थे ब्यूटीफिकेशन का बहुत ही बोलबाला है
ਕਹਿਣ ਨੂੰ ਜੇ ਆਪਾਂ ਸੋਸਾਇਟੀ ਦੇ ਹਿਸਾਬ ਨਾਲ ਦੇਖੀਏ ਬਿਊਟੀ ਦਾ ਸੋਸਾਇਟੀ ਦੀ ਪ੍ਰੋਗਰੈਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬਿਊਟੀ ਇਜ਼ ਜਸਟ ਲਿਮਿਟਡ ਵਿਦ ਦ ਫੈਕਟ ਕਿ ਬੱਚੇ ਸੋਹਣੇ ਹੋਣਗੇ। ਉਹੀ ਕਿ ਅੱਗੇ ਤੁਸੀਂ ਜੇ ਆਪਣਾ ਰੀਪਰੋਡਿਊਸ ਕਰੋ ਤੁਹਾਡੀਆਂ ਪ੍ਰੋਜਨੀਜ਼ ਬਿਊਟੀਫੁਲ ਨਿਕਲਣਗੀਆਂ ਐਂਡ ਇਟ ਇਜ਼ ਜਸਟ ਗੋਇੰਗ ਟੂ ਬੀ ਐਨ ਆਈ ਕੈਂਡੀ ਫॉर एवरीवन टू सी। बट द पॉइंट इज दैट इट हैज लीस्ट कंट्रीब्यूशन टू द प्रोग्रेशन ऑफ सोसाइटी ਜੇ ਦੇਖਿਆ ਜਾਵੇ। ਨਹੀਂ ਬਟ ਕਈ ਜਿੱਦਾਂ ਹੁਣ ਕਈ ਬੰਦੇ ਕਹਿੰਦੇ ਨਾ ਕਿ ਯਾਰ ਫੇ ਆਪਾਂ ਕਹੀਏ ਕਿ ਹੈ ਮੋਟੇ ਨੂੰ ਮੋਟਾ ਨਾ ਕਹੀਏ, ਪਤਲੇ ਨੂੰ ਪਤਲਾ ਨਾ ਕਹੀਏ, ਲੰਬੇ ਨੂੰ ਲੰਬਾ ਨਾ ਕਹੀਏ। ਕਹਿਣਾ ਜ਼ਰੂਰੀ ਹੈ, ਕਹਿਣ ਦੀ ਲੋੜ ਹੀ ਨਹੀਂ ਹੈ ਯਾਰ। ਤੁਸੀਂ ਜਸਟ ਉਹਦਾ ਨਾਮ ਹੋਊਗਾ ਬੰਦੇ ਦਾ, ਉਹਦਾ ਨਾਂ ਲਓ, ਉਹਦੇ ਨਾਂ ਨਾਲ ਗੱਲ ਕਰੋ। ਤੇ ਚਲੋ ਦੋਸਤਾਂ ਦੇ ਵਿੱਚ ਤੁਹਾਡੇ ਚੱਲਦਾ ਕੋਈ ਚੱਕਰ ਨਹੀਂ ਹੈਗਾ, ਬਟ ਕੋਈ ਫਲਾਣਾ ਬੰਦਾ ਓਏ ਮੋਟਿਆ ਇਧਰ ਓਏ ਇਦਾਂ ਨਾ ਕਰੋ ਯਾਰ, ਘੱਟੋ ਘੱਟ ਇਦਾਂ ਦਾ ਨਾ ਕਰੋ। ਹਾਂ ਸੋ ਬਸ ਬੋਡੀ ਸ਼ੇਮਿੰਗ ਦਾ ਅਸੀਂ ਨੇ ਕਿਸੇ ਸਾਡਾ ਜਿੱਦਾਂ ਜਿਹੜੀ ਇੰਟਰਨੈਟ ਜਨਰੇਸ਼ਨ ਹੈ, ਇੰਸਟਾਗ੍ਰਾਮ ਖੋਲ ਕੇ ਦੇਖੋ ਤੁਸੀਂ, ਲਾਈਕ ਇੰਨੇ ਸਾਰੇ ਓਵਰ enthusiastic beauty bloggers are there, then there is propagation about body transformation and weight loss measures and all that। देखो body image issues are a natural thing because जब तुसी growth process ਵਿੱਚ ਹੈਗੇ ਹੋ you might be finding faults with yourself, but there is no single person in the entire world ਜਿਹੜਾ perfect ਹੈ। everybody has their own imperfections, everybody has their own problems। ਕਈਆਂ ਨੂੰ ਉਹਨਾਂ ਦੀ ਪਰਫੈਕਸ਼ਨ ਦਾ ਪਤਾ ਹੈ, ਇੰਪਰਫੈਕਸ਼ਨ ਦਾ ਪਤਾ ਹੈ, ਕਈਆਂ ਨੂੰ ਨਹੀਂ ਪਤਾ, ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਚਲੋ ਨਹੀਂ ਪਤਾ, ਚਲੋ ਠੀਕ ਆ। ਪਰ ਤੁਸੀਂ ਅਗਰ ਉਹਨੂੰ ਹਾਈਲਾਈਟ ਕਰਕੇ ਦੱਸੋਗੇ ਕਿ ਇਹ ਤੂੰ ਇਸ ਚੀਜ਼ 'ਚ ਇੰਪਰਫੈਕਟ ਆ, ਤੇ ਉਹ ਬੰਦੇ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਹੈ। ਉਹ ਚੀਜ਼ ਇੱਕ ਤਰੀਕੇ ਦਾ ਇਮੋਸ਼ਨਲ ਟਰਾਮਾ ਤੁਹਾਨੂੰ ਦੇਣਾ ਸ਼ੁਰੂ ਕਰ ਦਿੰਦੀ ਹੈ, ਉੱਥੇ ਤੁਹਾਨੂੰ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਤੁਸੀਂ ਉਸੇ ਚੀਜ਼ ਦੇ ਵਿੱਚ ਯੂ ਆਰ ਆਲਵੇਜ਼ ਪ੍ਰੀਓਕਿਊਪਾਈਡ ਵਿਦ ਯੋਰ ਬੋਡੀਲੀ ਚੇਂਜਸ, ਹੈ ਨਾ। ਹੁਣ ਮੈਂ ਪਤਲਾ ਹੋ ਗਿਆ, ਮੈਂ ਮੋਟਾ ਹੋ ਗਿਆ, ਹੁਣ ਮੇਰੀ ਸਕਿਨ ਦਾ ਕਲਰ ਇਦਾਂ ਹੋ ਗਿਆ, ਉਦਾਂ ਹੋ ਗਿਆ ਐਂਡ ਆਲ ਦੈਟ ਵੀ ਠੀਕ ਹੈ ਤੁਹਾਡੇ ਲਈ ਹੈ। ਮੈਂ ਮੋਟਾ ਹੀ ਗਈ, ਹੁਣ ਮੈਂ ਪਤਲੀ ਹੋ ਗਈ, ਹੁਣ ਮੈਂ ਜ਼ਿਆਦਾ ਪਤਲੀ ਹੋ ਗਈ, ਹੁਣ ਮੈਂ ਥੋੜਾ ਮੋਟਾ ਹੋਣਾ, ਮੈਂ ਵੇਟ ਵਧਾਣਾ। ਮੈਂ ਨਾਰਮਲ ਹੋਣਾ। I think so healthy lifestyle ਜੇ ਆਪਾਂ ਅਡਾਪਟ ਕਰੀਏ, ਹੈ ਨਾ, healthy lifestyle ਦੇ ਵਿੱਚ that you are indulging in। ਮੇਰੇ ਖਿਆਲ ਨਾਲ ਉਹ ਕਰਨਾ ਚਾਹੀਦਾ ਜੋ ਤੁਹਾਨੂੰ ਪਸੰਦ ਆ। ਹੁਣ ਮੈਂ ਕਿਸੇ ਨੂੰ ਦਿਖਾਉਣ ਵਾਸਤੇ ਥੋੜੀ ਕੀਤਾ ਜੋ ਵੀ ਕੀਤਾ ਨਾ, ਆਪਣੇ ਲਈ ਕੀਤਾ। ਮੈਨੂੰ ਮੈਂ ਜਿੱਦਾਂ ਰਹਿਣਾ ਚਾਹਨੀ ਮੈਂ ਉਦਾਂ ਰਹਿਣਾ ਚਾਹਨੀ, ਮੈਂ ਕਿਸੇ ਦੀ ਉਹ ਗੱਲ ਦਾ ਮੈਟਰ ਨਹੀਂ ਕਰਦਾ। ਨਹੀਂ ਐਕਚੁਅਲੀ ਦੇਖੋ ਆਪਾਂ ਦੇਖੋ ਹੁਣ ਐਜ਼ ਅ ਸੋਸ਼ਲ ਮੀਡੀਆ ਇਨਫਲੂਐਂਸਰਸ ਆਪਾਂ ਜਦੋਂ ਪਿਕਚਰਸ ਵਗੈਰਾ ਪੋਸਟ ਕਰਦੇ ਆ ਨਾ, ਤੇ ਜਦੋਂ ਪੋਸਟ ਪ੍ਰੈਗਨੈਂਸੀ ਜਦੋਂ ਇਹਨਾਂ ਨੇ ਪਿਕਚਰ ਪੋਸਟ ਕੀਤੀਆਂ ਤਾਂ ਇਹਨਾਂ ਨੂੰ ਸਾਰਿਆਂ ਨੇ ਕਿਹਾ ਮੈਡਮ ਤੁਸੀਂ ਤਾਂ ਬਹੁਤ ਮੋਟੇ ਹੋ ਗਏ ਜੀ, ਬਹੁਤ ਮੋਟੇ ਹੋ ਗਏ। ਯਾਰ ਉਹ ਇੱਕ ਪੂਰੀ ਬੋਡੀ, ਇੱਕ ਪੂਰਾ ਦਾ ਪੂਰਾ ਹਿਊਮਨ ਬੀਇੰਗ ਨੂੰ ਪ੍ਰੋਡਿਊਸ ਕਰਕੇ ਹਟ ਗਏ। ਉਹ ਚੀਜ਼ ਲਾਈਕ ਤੁਸੀਂ ਤੇ ਫਿਰ ਉਹ ਚੀਜ਼ ਆਪਣੇ ਲੈਵਲ ਤੇ ਐਕਸਪੀਰੀਅੰਸ ਕੀਤੀ। ਐਕਟ੍ਰੈਸਸ ਲਾਈਕ ਕਰੀਨਾ ਕਪੂਰ ਖਾਨ ਹੈਡ ਟੂ ਗੋ ਥਰੂ ਦੈਟ ਐਂਡ ਆਈ ਡੋਨਟ ਅੰਡਰਸਟੈਂਡ ਲਾਈਕ guys ਇੱਕ ਚੀਜ਼ ਬੜੀ ਅੰਡਰਸਟੈਂਡ ਕਰਨ ਵਾਲੀ ਕਾਮਨ ਥਿੰਗ ਹੈਗੀ ਹੈ that if a woman is going through a phase of pregnancy obviously ਉਹਦੀ body change ਕਰੇਗੀ, obviously she'll be taking time to recover out of that जब डिलीवरी होती है। just because somebody is appearing in front of you constantly instead of being judgmental ਇੱਦਾਂ ਦੇਖਣਾ ਚਾਹੀਦਾ ਉਸ ਚੀਜ਼ ਨੂੰ ਕਿ ਵੀ ਹਾਂ ਮਤਲਬ a person is embracing it with full confidence and then coming out of it very beautifully। so ਦੇਖੋ like ਕਿਉਂਕਿ ਦੇਖੋ ਏਜ ਸਾਰਿਆਂ ਦੀ ਹੋਏਗੀ। ਹੁਣ ਅੱਜ ਕੱਲ ਜਿੱਦਾਂ ਮਤਲਬ ਕਹ ਲਓ ਕਾਸਮੈਟਿਕ ਸਰਜਰੀਜ਼ ਬਹੁਤ ਅਵੇਲੇਬਲ ਹੈਗੀਆਂ, ਬੋਟੌਕਸ, ਦੈਨ ਲਾਈਕ ਕਹ ਲਓ ਸਕਿਨ ਪੀਲਿੰਗਸ ਅਵੇਲੇਬਲ ਹੈਗੀਆਂ, ਹੋਰ ਵੀ ਹਜ਼ਾਰ ਤਰੀਕੇ ਦੇ ਕਾਸਮੈਟਿਕ ਸਰਜਰੀ। ਸਾਨੂੰ ਇੱਦਾਂ ਚਾਹੀਦਾ ਉੱਦਾਂ ਚਾਹੀਦਾ, ਮਤਲਬ ਬੰਦਾ ਆਪਣੇ ਆਪ ਨੂੰ ਪੂਰਾ ਹਿਊਮਨ ਕਿੰਡੋਲ ਦੇ ਵਿੱਚ ਟ੍ਰਾਂਸਫਰ ਕਰ ਲਏਗਾ, ਹੈ ਨਾ। ਉਹ ਇੱਕ ਹਜ਼ਾਰਡਸ ਲੈਵਲ ਦੀ ਛੇੜਛਾੜ ਹੋ ਜਾਂਦੀ ਹੈ ਬਿਕੋਜ਼ ਸੀ ਈਵਨ ਇਫ ਯੂ ਸੇ ਦਿਸ ਥਿੰਗ ਦੈਟ ਆਈ ਡੂ ਇਟ ਟੂ ਪਲੀਜ਼ ਮਾਈ ਸੈਲਫ, ਯੂ ਡੋਂਟ ਡੂ ਇਟ ਅਨਨੈਚੁਰਲੀ। if you want to do it, do naturally and naturally ਵੀ ਜੇ ਤੁਸੀਂ ਮਤਲਬ ਈਵਨ weight losses ਟੈਕਨੀਕਸ ਵਾਸਤੇ ਜਾਓ, body transformation ਵਾਸਤੇ ਜਾਓ, ਈਵਨ ਆਪਣੇ ਆਪ ਨੂੰ ਫਿਜ਼ੀਕਲੀ ਜਿਹੜਾ ਹੈਗਾ ਹੋਰ ਵਧੀਆ ਮਤਲਬ ਐਂਡਿਓਰੈਂਸ ਕਰਨ ਲਈ ਜਾਓ, ਉਹਦੇ ਬਹੁਤ ਸਾਰੇ ਨੈਚੁਰਲ ਪ੍ਰੋਸੀਜਰਸ ਹੈਗੇ। ਦੇਰ ਆਰ ਗੁੱਡ ਡਾਇਟਸ ਅਵੇਲੇਬਲ, ਗੁੱਡ ਫੂਡ ਅਵੇਲੇਬਲ, ਗੁੱਡ ਐਕਸਰਸਾਈਜ਼ਸ ਅਵੇਲੇਬਲ, ਯੋਗਾ ਟੈਕਨੀਕਸ ਆਰ ਅਵੇਲੇਬਲ। ਸੋ ਆਈ ਮੈਂ ਪਹਿਲਾਂ ਜਿਮਿੰਗ ਕਰਦੀ ਹੁੰਦੀ ਸੀ, ਆਈ ਸ਼ਿਫਟਡ ਟੂ ਡੂਇੰਗ ਯੋਗਾ ਐਂਡ ਆਈ ਐਮ ਇੰਜੋਇੰਗ ਇਟ ਲਾਈਕ ਐਨੀਥਿੰਗ। ਸੋ ਮਤਲਬ ਉਹ ਇੱਕ ਚੀਜ਼ ਹੈਗੀ ਕਿ ਵੀ ਤੁਸੀਂ ਆਪਣੇ ਆਪ ਨੂੰ ਦੇਖੋ ਕਿ ਤੁਸੀਂ ਜਿੰਨਾ ਨੈਚੁਰਲੀ ਪੋਸੀਬਲ ਹੋ ਸਕਦਾ ਹੈ ਉਸ ਹਿਸਾਬ ਨਾਲ ਟ੍ਰਾਂਸਫਰਮੇਸ਼ਨ ਨੂੰ ਕਿੱਦਾਂ ਹੈਂਡਲ ਕਰ ਰਹੇ ਹੋ, ਬਿਕਾਜ਼ ਆਈ ਥਿੰਕ ਸੋ ਦੈਟ ਵੁੱਡ ਬੀ ਅ ਨਾਈਸ ਐਕਸਪੀਰੀਅੰਸ ਫॉर ਯੂ ਐਜ਼ ਵੈਲ ਟੂ। ਬਟ ਇਹ ਮੈਂ ਮੇਰੇ ਅਕੋਰਡਿੰਗਲੀ ਮੈਂ ਤਾਂ ਇਹੀ ਕਹੂੰਗਾ ਕਿ ਵੀ ਜਿੱਦਾਂ ਦੇ ਤੁਸੀਂ ਹੈਗੇ ਆ ਆਪਣੇ ਆਪ ਨੂੰ ਉਦਾਂ ਹੀ ਕੈਰੀ ਕਰਨਾ ਕਰੋ। ਅਗਰ ਤੁਸੀਂ ਮੋਟੇ ਆ ਤਾਂ ਜਿੱਦਾਂ ਤੁਹਾਨੂੰ ਪਸੰਦ ਆ ਤੁਸੀਂ ਉਦਾਂ ਰਹੋ ਯਾਰ। ਤੁਹਾਨੂੰ ਫਰਕ ਨਹੀਂ ਪੈਣਾ ਚਾਹੀਦਾ ਕਿ ਤਾਂ ਸਾਹਮਣੇ ਵਾਲਾ ਬੰਦਾ ਕੀ ਕਹਿੰਦਾ ਪਿਆ, ਠੀਕ ਹੈ। ਤੁਸੀਂ ਆਪਣੇ ਆਪ ਦੇ ਵਿੱਚ ਪ੍ਰਾਈਡ ਫੀਲ ਕਰਿਆ ਕਰੋ, ਪ੍ਰਾਊਡ ਫੀਲ ਕਰਿਆ ਕਰੋ ਕਿ ਹਾਂ ਮੈਂ ਇੱਦਾਂ ਹੈਗਾ। ਤੁਸੀਂ ਤੁਹਾਨੂੰ ਕੋਈ ਮੋਟਾ ਕਹੇ ਹਾਂ ਹੈਗਾ, ਪਤਲਾ ਹੈਗਾ ਤੂੰ ਕਰਨਾ ਵੇ ਨੈਚੁਰਲੀ। ਉਹ ਮੈਂ ਖਾਣਾ ਪਿਆ, ਮੈਂ ਨਹੀਂ ਖਾਂਦਾ ਪਿਆ, ਤੈਨੂੰ ਕੀ ਲੈਣਾ ਦੇਣਾ ਭਰਾਵਾ, ਲੱਗਦਾ ਪਿਆ ਜਾਂ ਮੈਨੂੰ ਲੱਗਦਾ ਪਿਆ। ਹਾਂ ਆਪਾਂ ਸੋਸਾਇਟੀ ਦੇ ਵਿੱਚ ਦੇਖਦੇ ਹਾਂ ਕਿ ਸਾਨੂੰ ਘਰ ਦੇ ਵਿੱਚ ਜਿੱਦਾਂ ਸਾਨੂੰ ਕਹਿੰਦੇ ਵੀ ਜਿੱਦਾਂ ਮੁੰਡਿਆਂ ਨੂੰ ਕਿਹਾ ਜਾਂਦਾ ਹੈ ਕਿ ਤੂੰ ਰੋਈ ਜਾਂਦਾ, ਤੂੰ ਕੋਈ ਕੁੜੀ ਹੈ, ਜਾਂ ਤੈਨੂੰ ਦਰਦ ਹੁੰਦਾ ਪਿਆ ਤੂੰ ਕੋਈ ਜਨਾਨੀਆਂ ਨੂੰ ਰੋਈ ਜਾਂਦਾ, ਜਾਂ ਫਿਰ ਇੱਦਾਂ ਕਰਦਾ, ਜਾਂ ਫਿਰ ਕੁੜੀਆਂ ਨੂੰ ਵੀ ਕਹੀ ਜਾਂਦਾ ਹੈ ਕਿ ਮਤਲਬ ਸੈਕਸਿਜ਼ਮ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ।
ਤੇ ਉਸ ਚੀਜ਼ ਨੂੰ ਕਿੱਦਾਂ ਆਪਾਂ ਉਹ ਕਰੀਏ ਕਿ ਮਤਲਬ ਜਿੱਦਾਂ ਹੁੰਦਾ ਨਾ ਅਲੱਗ-ਅਲੱਗ ਤੌਰ ਤੇ ਕਿ ਇੱਕ ਇਕੁਐਲਿਟੀ ਦੀ ਗੱਲ ਵੀ ਕਰਦੇ ਆ ਆਪਾਂ ਤੇ ਉਸ ਚੀਜ਼ ਨੂੰ ਕਿੱਦਾਂ ਦੇਖੋ ਸੈਕਸਿਜ਼ਮ ਉਹੀ ਨਾ ਪਰਵਰਿਸ਼ ਤੇ ਨਵੇਂ ਦੌਰ ਤੋਂ ਸ਼ੁਰੂਆਤ ਤੋਂ ਹੀ ਸ਼ੁਰੂ ਹੁੰਦਾ ਹੈ ਕਿ ਜਦੋਂ ਘਰਾਂ ਦੇ ਵਿੱਚ ਬੱਚਿਆਂ ਨੂੰ ਉਹੋ ਜਿਹੀ ਕੰਡੀਸ਼ਨਿੰਗ ਮਿਲਦੀ ਹੈ। ਆਈ ਰਿਮੈਂਬਰ ਲਾਈਕ ਵਾਈਲ ਵੀ ਵਰ ਗਰੋਇੰਗ ਅਪ ਤੇ ਇੱਕ ਉਹ ਕਹਿੰਦੇ ਨਾ ਕਲਰ ਡੈਫੀਨੇਸ਼ਨ ਹੁੰਦੀ ਸੀ ਮੁੰਡਿਆਂ ਵਾਸਤੇ ਬਲੂ ਕਲਰ ਕੁੜੀਆਂ ਵਾਸਤੇ ਪਿੰਕ ਕਲਰ। ਸੋ ਇੱਕੋ ਹੀ ਸਾਡੀ ਸੋਸਾਇਟੀ ਦੇ ਵਿੱਚ ਹੀ ਸਾਡੇ ਘਰਾਂ ਵਿੱਚ ਹੀ ਸਾਨੂੰ ਪਹਿਲੀ ਇਨਵਾਇਰਨਮੈਂਟ ਇਹੋ ਜਿਹੀ ਮਿਲਦੀ ਹੈ ਜਿੱਥੇ ਸਾਨੂੰ ਦੱਸਿਆ ਜਾਂਦਾ ਹੈ ਕਿ ਵੀ ਸਾਡੀ ਆਈਡੈਂਟੀਫਿਕੇਸ਼ਨ ਜੇ ਆਪਾਂ ਐਜ਼ ਅ ਫੀਮੇਲ ਕਿਹਦੇ ਨਾਲ ਹੋਣੀ ਚਾਹੀਦੀ ਹੈ, ਐਜ਼ ਅ ਮੇਲ ਕਿਹਦੇ ਨਾਲ ਹੋਣੀਆਂ ਚਾਹੀਦੀਆਂ ਹੈ ਨਾ। ਜੇ ਮੁੰਡੇ ਸ਼ਰਾਰਤਾਂ ਕਰ ਰਹੇ ਨੇ, ਮੁੰਡੇ ਖੇਡ ਰਹੇ ਨੇ, ਉਛਲ ਕੂਦ ਮਚਾ ਰਹੇ ਨੇ ਤੇ ਦੈਟ ਇਜ਼ ਓਕੇ ਬਿਕੋਜ਼ ਦੇ ਆਰ ਗਾਇਜ਼। ਮਤਲਬ ਚੁੱਪਚਾਪ ਸ਼ਾਂਤ ਬੈਠੇ ਮੁੰਡੇ ਮਤਲਬ ਇਫ ਦੇ ਆਰ ਪਲੀਜ਼ਡ ਵਿਦ ਪਲੇਇੰਗ ਵਿਦ ਬਾਰਬੀ ਡਾਲਸ ਔਰ ਕਿਚਨ ਸੈਟ ਜਾਂ ਡਾਕਟਰ ਸੈਟ ਤਾਂ ਉਹਨਾਂ ਨੂੰ ਕਿਹਾ ਜਾਏ ਕਿ ਵੀ ਕੀ ਕੁੜੀਆਂ ਵਾਲੇ ਕੰਮ ਕਰਦਾ ਤੇ ਉਹ ਲਾਈਕਵਾਈਜ਼ ਜੇ ਕੁੜੀਆਂ ਨੂੰ ਹੌਟ ਵੀਲਸ ਦੀਆਂ ਗੱਡੀਆਂ ਨਾਲ ਖੇਡਣਾ ਪਸੰਦ ਹੈ, ਵੀਡੀਓ ਗੇਮਸ ਖੇਡਣਾ ਪਸੰਦ ਹੈ ਤੇ ਉਹ ਕਿਤੇ ਨਾ ਕਿਤੇ ਸ਼ੇਮਿੰਗ ਆਣੀ ਸ਼ੁਰੂ ਹੋ ਜਾਂਦੀ ਹੈ। ਬਟ ਆਈ ਥਿੰਕ ਸੋ ਸਾਡੀ ਸੋਸਾਇਟੀ ਦੇ ਵਿੱਚ ਆਲਰੇਡੀ ਪੈਰੈਂਟਸ ਇਸ ਆਈਡੀਓਲੋਜੀ ਨੂੰ ਲੈ ਕੇ ਕਾਫੀ ਇਵੋਲਵ ਕਰ ਰਹੇ ਨੇ ਜਿਹਦੇ ਤੇ ਕੰਮ ਕੀਤਾ ਜਾ ਰਿਹਾ, ਹੋਣਾ ਸ਼ੁਰੂ ਹੋ ਗਿਆ, ਸਰਕਣਾ ਸ਼ੁਰੂ ਹੋ ਗਿਆ। ਸਾਡੀ ਸੋਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਕਿਹਾ ਜਾਂਦਾ ਕਿ ਵੀ ਮੁੰਡੇ ਦਾ ਸ਼ਰਾਰਤਾਂ ਕਰਦੇ ਆ, ਕੁੜੀਆਂ ਨੂੰ ਸਾਊ ਬਹਿਣਾ ਚਾਹੀਦਾ ਤੇ ਜਦੋਂ ਉਲਟਾ ਹੋ ਜਾਂਦਾ ਫਿਰ ਉਹ ਕਹਿੰਦੇ ਕਿ ਵੀ ਤੂੰ ਮੁੰਡਾ ਹੈ ਇਹ ਕਿੱਦਾਂ ਦੀਆਂ ਹਰਕਤਾਂ ਕਰਦੀ ਵੀ ਵਧੀਆ ਕੁੜੀਆਂ ਵਾਂਗੂ ਬੈਠੋ, ਏਦਾਂ ਕਰੋ ਓਦਾਂ ਕਰੋ ਤੇ ਉਹ ਚੀਜ਼ ਮੇਰੇ ਖਿਆਲ ਨਾਲ ਨਹੀਂ ਕਰਨੀ ਚਾਹੀਦੀ। ਕੁੜੀਆਂ ਨੂੰ ਜਿੱਦਾਂ ਲੇਟ ਨਾਈਟ ਬਾਹਰ ਨਹੀਂ ਜਾਣ ਦਿੰਦੇ ਨੇ, ਕੁੜੀਆਂ ਬਾਹਰ ਚਲੀ ਜਾਂਦੀਆਂ, ਮੁੰਡੇ ਜਿੱਥੇ ਮਰਜ਼ੀ ਜਾਣ, ਕੋਈ ਚੱਕਰ ਨਹੀਂ। ਇਹ ਇੱਥੇ ਵੀ ਆ ਜਾਂਦੀ ਨਾ ਫਿਰ ਇਹ ਗੱਲ। ਕਲਚਰਲ ਕੰਡੀਸ਼ਨਿੰਗ ਦੀ ਗੱਲ ਆਉਂਦੀ ਹੈ ਇੱਥੇ ਕਿ ਵੀ ਉਹੀ ਚੀਜ਼ ਜਿਹੜੇ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਸਿਖਾਵਾਂਗੇ, ਆਪਣੇ ਬੱਚਿਆਂ ਨੂੰ ਸਿਖਾਵਾਂਗੇ ਜਾਂ ਆਪਣੇ ਆਪਸ ਦੇ ਵਿੱਚ ਵੀ ਆਪਾਂ ਡਿਸਕਸ਼ਨ ਦੇ ਨਾਲ ਇਸ ਚੀਜ਼ ਨੂੰ ਆਪਾਂ ਅਵੇਅਰ ਕਰੀਏ ਹੈ ਨਾ। ਤੇ ਉਹ ਆਈ ਥਿੰਕ ਸੋ ਓਵਰ ਦ ਪੀਰੀਅਡ ਆਫ ਟਾਈਮ ਮੈਂਟੈਲਿਟੀ ਚੇਂਜ ਕਰਨ ਵਿੱਚ ਕਾਫੀ ਹੈਲਪ ਕਰ ਸਕਦਾ ਹੈ। ਜੇ ਉਹ ਚੀਜ਼ ਨਹੀਂ ਹੋਏਗੀ ਇੰਸਟੈਡ ਜੇ ਉਹਨੂੰ ਮੌਕ ਕੀਤਾ ਜਾਏਗਾ, ਜਿਵੇਂ ਰਵਨੀਤ ਨੇ ਕਿਹਾ ਕਿ ਘਰਾਂ ਦੇ ਵਿੱਚ ਇਹ ਇੱਕ ਹੈਗਾ ਕੁੜੀਆਂ ਵਾਸਤੇ ਵੱਖ ਆਈਡੀਓਲੋਜੀ ਰੱਖੀ ਜਾਂਦੀ, ਮੁੰਡਿਆਂ ਵਾਸਤੇ ਵੱਖ ਹੈ ਨਾ। ਕਿ ਜੇ ਕਿਤੇ ਕੁੜੀ ਜਾ ਰਹੀ ਹੈਗੀ ਹੈ ਤੇ ਕੁੜੀਆਂ ਵਾਸਤੇ ਟਾਈਮ ਬੈਨ ਵੀ ਹੈਗੇ ਨੇ, ਕੁੜੀਆਂ ਵਾਸਤੇ ਓਵਰ ਪ੍ਰੋਟੈਕਟਿਵ ਐਟੀਟਿਊਡ ਵੀ ਹੈਗਾ। ਜੇ ਮੁੰਡਾ ਹੈਗਾ ਤੇ ਮੁੰਡਿਆਂ ਨੂੰ ਉਸ ਹਿਸਾਬ ਨਾਲ ਇਕੱਲੇ ਛੱਡ ਦਿੱਤਾ ਜਾਂਦਾ ਹੈ। ਤੇ ਦੂਜਾ ਇੱਕ ਮਤਲਬ ਤੁਸੀਂ ਆ ਕਹਿ ਲਓ ਕਿ ਰੋਲ ਪਲੇ ਵੀ, ਸੋਸਾਇਟਲ ਰੋਲ ਪਲੇ ਵੀ ਜਿਹੜੇ ਹੈਗੇ ਨੇ ਉਹ ਵੀ ਇਸ ਤਰੀਕੇ ਦੇ ਸੈੱਟ ਕੀਤੇ ਗਏ ਨੇ ਕਿ ਮੁੰਡਿਆਂ ਦਾ ਹਮੇਸ਼ਾ ਇਫ ਯੂ ਗੋ ਅਬਾਊਟ ਦ ਡੇਟਿੰਗ ਲਾਈਫ ਦੈਟ ਦ ਗਾਈ ਸ਼ੁੱਡ ਬੀ ਪੇਇੰਗ ਦ ਬਿਲਸ ਹੈ ਨਾ। ਕਿ ਮਤਲਬ ਕੁੜੀ ਨਹੀਂ ਪੇ ਕਰੇਗੀ, ਮੁੰਡਾ ਪੇ ਕਰੇਗਾ। ਇਹ ਨੈਚੁਰਲੀ ਐਕਸਪੈਕਟ ਕੀਤਾ ਜਾਂਦਾ ਹੈ। ਬਟ ਵਾਈ ਕਾਂਟ ਐਨ ਆਈਡੀਓਲੋਜੀ ਆਫ ਹੈਵਿੰਗ ਐਨ ਇਕੁਇਟੀ ਵੀ ਛੱਡੋ, ਇਕੁਇਟੀ ਮਤਲਬ ਕਿ ਬੈਲੈਂਸ ਕਰਕੇ ਚੱਲੋ ਕਿ ਥੋੜਾ ਜਿਹਾ ਤੁਸੀਂ ਵੀ ਇਸ ਲੈਵਲ ਤੇ ਚੱਲੋ ਤੇ ਥੋੜਾ ਇੱਕ ਕਦਮ ਤੁਸੀਂ ਵਧਾਓ ਅੱਗੇ, ਇੱਕ ਉਹਨਾਂ ਨੂੰ ਕਹੋਗੇ ਤੁਸੀਂ ਆਓ ਅੱਗੇ। ਉਹਦੇ ਨਾਲ ਇੱਕ ਮਿਊਚੁਅਲ ਰਿਸਪੈਕਟ ਆਉਂਦੀ ਹੈ, ਇੱਕ ਦੂਜੇ ਦੇ ਨਾਲ ਤੁਸੀਂ ਰਿਗਾਰਡ ਤੁਹਾਡਾ ਇੱਕ ਦੂਜੇ ਨਾਲ ਆਉਂਦਾ ਆ। ਤੇ ਆਲਸੋ ਐਜ਼ ਪਰ ਸੋਸਾਇਟੀ ਦੇ ਜਿਹੜੇ ਰੋਲਸ ਨੇ ਉਹਨਾਂ ਨੂੰ ਤੁਸੀਂ ਨਵੀਂ ਡੈਫੀਨੇਸ਼ਨ ਦੇ ਪਾਉਂਦੇ ਹੋ ਬਿਕਾਜ਼ ਇਟ ਇਜ਼ ਆਲ ਅ ਮੈਟਰ ਆਫ ਕਲਚਰਲ ਕੰਡੀਸ਼ਨਿੰਗ ਇੰਸਟੈਡ ਆਫ ਗੋਇੰਗ ਬਾਈ ਦ ਸਟਿਗਮਾਸ ਐਟ ਅ ਕ੍ਰਿਸਚੀਅਨ ਸੋਸਾਇਟੀ। ਆਈ ਥਿੰਕ ਸੋ ਇਹੋ ਜਿਹੀਆਂ ਚੀਜ਼ਾਂ ਜੇ ਤੁਸੀਂ ਆਪਣੀ ਹੋਸ਼ ਆਵਾਜ਼ ਨੂੰ ਮੱਦੇਨਜ਼ਰ ਰੱਖਦੇ ਹੋ, ਆਪਣੇ ਆਪ ਦੇ ਹਿਸਾਬ ਨਾਲ ਸਹੀ ਗਲਤ ਚੂਜ਼ ਕਰਦੇ ਹੋਇਆ ਕਰੋ ਤੇ ਮੈਂ ਕਿਹਾ ਆਂਦੇ ਮਤਲਬ ਟਾਈਮ ਦੇ ਹਿਸਾਬ ਨਾਲ ਇਸ ਵੀ ਸਿਨੈਰੀਓ ਵਿੱਚ ਚੇਂਜ ਆ ਜਾਏਗਾ। ਤੇ ਹੁਣ ਆਪਾਂ ਜਿੱਦਾਂ ਗੱਲ ਕਰੀਏ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਾਫੀ ਸਾਰੇ ਕੁਐਸਚਨਸ ਵੀ ਆਏ ਕਿ ਭਾਜੀ ਮੇਰਾ ਨਾ ਸੁਸਾਈਡ ਕਰਨ ਨੂੰ ਦਿਲ ਕਰਦਾ, ਮੈਂ ਅਗਰ ਮੇਰੇ ਨਾਲ ਥੋੜੀ ਜਿਹੀ ਚੀਜ਼ ਹੋ ਜਾਏ ਜਾਂ ਆਪਾਂ ਕਹਿ ਹੀ ਦਿੰਦੇ ਕਿ ਤੂੰ ਇੱਦਾਂ ਕਰਦਾ, ਮੈਂ ਇਹ ਤੋਂ ਚੰਗਾ ਤੂੰ ਮਾਰੀ ਜਾ ਜਾਂ ਤੂੰ ਸੁਸਾਈਡ ਕਰ ਲੈ। ਤੇ ਇਸ ਆਈਡੀਏਸ਼ਨ ਜਿਹੜੀ ਹੋਈ ਪਈ ਹੈ ਇਹਨੂੰ ਆਪਾਂ ਕਿੱਦਾਂ ਮਤਲਬ ਇਹਨੂੰ ਕਰੀਏ, ਟੈਕਲ ਕਰੀਏ। ਤੇ ਦੂਸਰਾ ਕਿ ਆਪਾਂ ਇੱਕ ਤਰ੍ਹਾਂ ਆਪਾਂ ਕਿਸੇ ਨੂੰ ਪ੍ਰੋਵੋਕ ਵੀ ਕਰਦੇ ਹਾਂ, ਤੂੰ ਡੁੱਬ ਕੇ ਮਰ ਜਾ ਜਾਂ ਫਿਰ ਤੂੰ ਆਪਾਂ ਕਹਿੰਦੇ ਹੀ ਆ ਕਿਸੇ ਨੂੰ ਨੈਚੁਰਲੀ ਆਪਾਂ ਕਹਿੰਦੇ ਨੇ, ਦੱਸਿਆ ਜਾਂਦਾ ਕਿ ਤੂੰ ਕਿਸੇ ਲਾਇਕ ਨਹੀਂ ਹੈਗਾ। ਉਹ ਜਿਹੜੀ ਸੈਲਫ ਹਾਰਮ ਟੈਂਡੈਂਸੀ ਹੈਗੀ ਆ ਤੇ ਉਹਨੂੰ ਕਿੱਦਾਂ ਇੱਕ ਬੰਦੇ ਦੇ ਨਾਲ ਅਗਰ ਇਹ ਹੁੰਦਾ ਪਿਆ ਤੇ ਉਹਨੂੰ ਕਿੱਦਾਂ ਟੈਕਲ ਕਰੇ ਬੰਦਾ। ਦੇਖੋ ਸੁਸਾਈਡਲ ਆਈਡੀਏਸ਼ਨ ਇਜ਼ ਲਾਈਕ ਕਿ ਜਦੋਂ ਇੱਕ ਬੰਦਾ ਆਪਣੀ ਜ਼ਿੰਦਗੀ ਤੋਂ ਹੀ ਇੰਨਾ ਡਿਸਅਪੁਆਇੰਟਡ ਹੈ ਕਿ ਉਹਦਾ ਜੀਣ ਦਾ ਮਨ ਨਹੀਂ ਕਰਦਾ, ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੇ ਖਿਆਲ ਆਉਂਦੇ ਨੇ, ਇਹ ਜਿਹੜਾ ਇੱਕ ਆਈਡੀਓਲੋਜੀ ਆ ਜਾਂਦੀ ਇਹਨੂੰ ਆਪਾਂ ਸੁਸਾਈਡਲ ਆਈਡੀਏਸ਼ਨ ਕਹਿੰਦੇ ਆ। ਠੀਕ ਹੈ, ਸੁਸਾਈਡਲ ਆਈਡੀਏਸ਼ਨ ਡਿਪਰੈਸ਼ਨ ਕਰਕੇ ਵੀ ਆਉਂਦੀ ਹੈ। ਤੁਹਾਡੀ ਜਿਹੜੀ ਲਾਈਫ ਦੇ ਹਾਲਾਤ ਨੇ ਜੇ ਬਹੁਤ ਜ਼ਿਆਦਾ ਡਾਊਨਫਾਲ ਦਾ ਫੇਜ਼ ਹੈ, ਤੁਹਾਡਾ ਕੋਈ ਬਹੁਤ ਨੀਅਰ ਐਂਡ ਡੀਅਰ ਤੁਹਾਨੂੰ ਛੱਡ ਕੇ ਚਲਾ ਗਿਆ, ਕੋਈ ਤੁਹਾਡਾ ਬਹੁਤ ਗੰਦਾ ਬ੍ਰੇਕਅਪ ਹੋ ਗਿਆ, ਕੋਈ ਬਹੁਤ ਵੱਡਾ ਲਾਸ ਹੋ ਗਿਆ ਜਿਹਦੀ ਰਿਕਵਰੀ ਬਹੁਤ ਮੁਸ਼ਕਿਲ ਹੈ। ਇੱਦਾਂ ਦੇ ਹਾਲਾਤਾਂ ਵਿੱਚ people have this ideation ਕਿ ਵੀ ਜ਼ਿੰਦਗੀ ਜੀਣ ਦਾ ਮਨ ਨਹੀਂ ਕਰਦਾ, ਆਪਣੇ ਆਪ ਨੂੰ ਮਾਰਨ ਦਾ ਮਨ ਕਰਦਾ। ਠੀਕ ਹੈ, ਹੁਣ ਜਿਵੇਂ ਰੀਸੈਂਟਲੀ ਸੁਸ਼ਾਂਤ ਸਿੰਘ ਰਾਜਪੂਤ ਦਾ ਕੇਸ ਆਇਆ ਸੀ, ਉਹਨੂੰ ਪੋਰਟਰੇ ਤਾਂ ਸੁਸਾਈਡ ਹੀ ਕੀਤਾ ਗਿਆ ਸੀ ਬਟ ਹੁਣ ਚਲੋ ਖੈਰ ਖਬਰਾਂ ਜਿਹੜੀਆਂ ਲਾਈਕਵਾਈਜ਼ ਨਹੀਂ ਨਿਕਲੀਆਂ, ਅਦਰਵਾਈਜ਼ ਹੀ ਨਿਕਲੀਆਂ ਨੇ। ਇਨਵੈਸਟੀਗੇਸ਼ਨ ਤੋਂ ਪਤਾ ਚੱਲਿਆ that it's a murder। ਠੀਕ ਹੈ, ਬਟ ਉਹਦੇ ਤੋਂ ਰਿਲੇਟਡ ਕਾਫੀ ਕੇਸਿਸ ਮੇਰੇ ਕੋਲ ਵੀ ਹਸਪੀਟਲ ਦੇ ਵਿੱਚ ਆਉਂਦੇ ਰਹੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਕਿ ਉਹ ਇੰਨੇ ਵੱਡੇ ਸ਼ਾਨਦਾਰ ਐਕਟਰ ਨੇ ਇਹ ਚੀਜ਼ ਕਮਿਟ ਕੀਤੀ, ਸਾਡਾ ਵੀ ਮਨ ਕਰਦਾ। ਨਾਓ ਹਾਊ ਸੁਸਾਈਡਲ ਆਈਡੀਏਸ਼ਨ ਇਜ਼ ਡਿਫਰੈਂਟ ਫਰੋਮ ਸੈਲਫ ਹਾਰਮ ਟੈਂਡੈਂਸੀ।
ਸੈਲਫ ਹਾਰਮ ਟੈਂਡੈਂਸੀ ਲੋਕੀ ਕਰਦੇ ਨੇ, ਤੁਸੀਂ ਦੇਖਿਆ ਹੋਣਾ ਰਿਸਟ ਕਟਿੰਗ ਬਿਹੇਵੀਅਰ ਹੁੰਦਾ, ਰਿਸਟ ਸਲਿਟਿੰਗ ਕਰਦੇ ਨੇ, ਆਪਣੇ ਨੇਲਸ ਬਰਨ ਕਰ ਲੈਣਗੇ, ਥਾਈਸ ਤੇ ਸਲਿਟ ਮਾਰਨਾ ਸ਼ੁਰੂ ਕਰ ਦੇਣਗੇ, ਜਾਂ ਆਪਣਾ ਸਿਰ ਦੀਵਾਰ ਤੇ ਮਾਰਨਾ, ਵਾਲ ਪੰਚਿੰਗ ਕਰਨਾ, ਆਪਣੇ ਆਪ ਨੂੰ ਫਿਜ਼ੀਕਲੀ ਹਾਰਮ ਕਰਨਾ। ਉਹ ਕੀ ਹੁੰਦਾ ਹੈ ਕਿ ਸੁਸਾਈਡਲ ਆਈਡੀਏਸ਼ਨ ਦਾ ਉਹਦੇ ਨਾਲ ਡਿਫਰੈਂਸ ਆਇਆ ਕਿ ਸੈਲਫ ਹਾਰਮ ਦੀ ਟੈਂਡੈਂਸੀ ਹੈਗੀ ਕਿ ਤੁਸੀਂ ਆਪਣਾ ਜਿਹੜਾ ਗੁੱਸਾ ਹੈ, ਐਗਰੈਸ਼ਨ ਹੈ, ਆਪਣੇ ਆਪ ਤੇ ਕੱਢ ਰਹੇ ਹੁੰਦੇ ਹੋ, ਜਾਂ ਤੁਹਾਡਾ ਇਮੋਸ਼ਨਲ ਪੇਨ ਦਾ ਐਕਸਟੈਂਟ ਇੰਨੇ ਲੈਵਲ ਤੱਕ ਵੱਧ ਚੁੱਕਾ ਹੁੰਦਾ ਹੈ ਕਿ ਤੁਸੀਂ ਉਸ ਚੀਜ਼ ਨੂੰ ਨਾ ਇੱਕ ਫਿਜ਼ੀਕਲ ਪੇਨ ਦੇ ਰਿਲੀਜ਼ ਦੇ ਵਿੱਚ ਤੁਸੀਂ ਟ੍ਰਾਂਸਫਾਰਮ ਕਰਨ ਦੀ ਕੋਸ਼ਿਸ਼ ਕਰਦੇ ਹੋ, ਬਿਕਾਜ਼ ਤੁਹਾਨੂੰ ਆਪ ਭੁਲੇਖਾ ਲੱਗਦਾ ਹੈ ਕਿ ਵੀ ਉਸ ਵੇਲੇ ਕਿ ਮੇਰੀ ਇਮੋਸ਼ਨਲ ਪੇਨ ਮੇਰੇ ਲਈ ਅਸਹਿਨੀय ਹੋ ਰਹੀ ਹੈ ਤੇ ਉਸ ਚੀਜ਼ ਨੂੰ ਮੈਂ ਫਿਜ਼ੀਕਲ ਪੇਨ ਦੇ ਵਿੱਚ ਕਨਵਰਟ ਕਰ ਦੇਵਾਂ ਤੇ ਮੇਬੀ ਆਈ ਬੀ ਏਬਲ ਟੂ ਬੀਅਰ ਇਟ, ਪਲੱਸ ਮੇਰੀ ਟੈਂਸ਼ਨ ਡਾਇਵਰਟ ਹੋ ਜਾਏਗੀ। ਬਟ ਸੈਲਫ ਹਾਰਮ ਟੈਂਡੈਂਸੀ ਵੀ ਇੱਕ ਤਰੀਕੇ ਦਾ ਬਹੁਤ ਵੱਡਾ ਰਿਸਕ ਹੈ, ਉਹਨੂੰ ਕਰਨ ਕਰਾਉਣ ਦੇ ਚੱਕਰ 'ਚ ਤੁਹਾਡੀ ਲਾਈਫ ਜਾ ਸਕਦੀ ਹੈ, ਉਹ ਬਹੁਤ ਰਿਸਕੀ ਬਿਹੇਵੀਅਰ ਹੋ ਜਾਂਦਾ ਹੈ। ਬਟ ਸਮ ਪੀਪਲ ਲਾਈਕ ਟੂ ਡੂ ਇਟ ਇਨ ਟਰਮਸ ਆਫ ਸੀਕਿੰਗ ਅਟੈਂਸ਼ਨ, ਡੈਲੀਬਰੇਟਲੀ ਸੈਲਫ ਹਾਰਮ ਕੀਤਾ ਹੀ ਅਟੈਂਸ਼ਨ ਸੀਕਿੰਗ ਬਿਹੇਵੀਅਰ ਦੇ ਤੌਰ ਤੇ ਜਾਂਦਾ ਆ, ਜਿਹਦੇ ਵਿੱਚ ਅਬਲ ਤੌਰ ਤੇ ਯੰਗ ਏਜ ਦੇ ਕੁੜੀਆਂ ਮੁੰਡੇ 'ਚ ਦੇਖਿਆ ਜਾਏ ਉਹਨਾਂ ਵਿੱਚ ਟੈਂਡੈਂਸੀ ਕਾਫੀ ਰਹਿੰਦੀ ਹੈ ਨਾ, ਹਰ ਗੱਲ ਤੇ ਆਪਣਾ ਹੱਥ ਵੱਢ ਲੈਣਾ, ਗੱਲ ਤੇ ਮਰਨ ਦੀ ਕੋਸ਼ਿਸ਼ ਕਰਨਾ ਹੈ ਨਾ, ਪਿਲਸ ਖਾ ਲੈਣੇ, ਇਹੋ ਜਿਹੀਆਂ ਹਰਕਤਾਂ ਕਰਨਾ ਸ਼ਰਮ ਇੱਕ ਤਰੀਕੇ ਦੀ ਸੈਲਫ ਹਾਰਮ ਟੈਂਡੈਂਸੀ ਹੈਗੀ ਹੈ। ਨਾ ਦਾ ਪੁਆਇੰਟ ਇਜ਼ ਕਿ ਇਸ ਤਰੀਕੇ ਦੇ ਬਿਹੇਵੀਅਰ ਦੇ ਵਿੱਚ ਜੇ ਤੁਸੀਂ ਕਿਸੇ ਜਾਣ ਪਛਾਣ ਵਾਲੇ ਬੰਦੇ ਨੂੰ ਵੀ ਦੇਖ ਰਹੇ ਹੋ ਜਾਂ ਤੁਹਾਡੀ ਆਪਣੀ ਇਹੋ ਜਿਹੀ ਟੈਂਡੈਂਸੀ ਹੈਗੀ ਕਿ ਤੁਹਾਡੀ ਡੈਥ ਵਿਸ਼ ਰਹਿੰਦੀ ਹੈ, ਤੁਹਾਡੀ ਸੁਸਾਈਡਲ ਆਈਡੀਏਸ਼ਨ ਰਹਿੰਦੀ ਹੈ, ਜਾਂ ਤੁਹਾਡੀ ਸੈਲਫ ਹਾਰਮ ਦੀ ਟੈਂਡੈਂਸੀ ਰਹਿੰਦੀ ਹੈ, I suggest you should seek professional help in that. Go seek a psychologist or a psychiatrist and seek therapy. ਠੀਕ ਹੈ, ਇਹਦੇ ਵਿੱਚ ਆ ਹੋਏਗਾ ਕਿ ਵੀ ਤੁਹਾਡਾ ਇੱਕ ਤਾਂ ਪ੍ਰੋਪਰ ਡਾਇਗਨੋਸਿਸ ਹੋਏਗਾ ਕਿ ਜੇ ਇਹੋ ਜਿਹੇ ਵਿਚਾਰ ਆ ਰਹੇ ਨੇ ਉਹ ਲਾਈਕ ਉਹਦੀ ਜੜ ਕੀ ਹੈਗੀ ਹੈ। ਠੀਕ ਹੈ, ਬਿਕੋਜ਼ ਸੀ ਨੋਬਡੀ ਨੋਜ਼ ਯੋਰ ਸਟੋਰੀ, ਕਿਸੇ ਦੀ ਸ਼ਕਲ ਤੇ ਨਹੀਂ ਲਿਖਿਆ ਹੁੰਦਾ ਕਿ ਉਹਦੀ ਇਹ ਟੈਂਡੈਂਸੀ ਹੈਗੀ ਹੈ। ਠੀਕ ਹੈ, ਐਂਡ ਆਈ ਥਿੰਕ ਸੋ ਇਨ ਟਰਮਸ ਆਫ ਐਨੀ ਸੌਰਟਸ ਆਫ ਮੈਂਟਲ ਔਰ ਸਾਈਕੋਲੋਜੀਕਲ ਇਸ਼ੂਜ਼, ਆਈ ਥਿੰਕ ਸੋ ਕਿਸੇ ਨੂੰ ਵੀ ਹੈਲਪ ਲੈਣ ਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ, ਜੇ ਫੈਸਿਲਿਟੀਜ਼ ਅਵੇਲੇਬਲ ਹੈਗੀਆਂ ਨੇ ਤਾਂ ਲੁੱਟ ਪਰ ਇਦਾਂ ਹੁੰਦਾ ਨਾ ਕਿ ਜਦੋਂ ਬੰਦਾ ਕੋਈ ਹੈਲਪ ਲੈਣ ਜਾਂਦਾ ਆ ਤੇ ਜਨਰਲੀ ਕੀ ਹੈ ਕਿ ਆਪਾਂ ਜਦੋਂ ਕਿਸੇ ਸਾਈਕੈਟਰਿਸਟ ਜਾਂ ਆਪਾਂ ਸਾਈਕੈਟਰਿਸਟ ਕੋ ਜਾਂਦੇ ਆ ਤੇ ਜਨਰਲੀ ਅਗਰ ਕਿਸੇ ਮਤਲਬ ਲੋਕਾਂ ਨੂੰ ਅਗਰ ਇਹ ਪਤਾ ਲੱਗਦਾ ਤਾਂ ਉਹ ਇਹੀ ਸੋਚਦੇ ਕਿ ਜਾਂ ਤਾਂ ਇਹ ਪਾਗਲ ਹੋ ਗਿਆ, ਇਹ ਪਾਗਲ ਹੋ ਗਿਆ, ਬਹੁਤ ਕਾਮਨ ਸਟੇਟਮੈਂਟ ਹੈਗਾ ਹੈ। ਤੇ ਉਹ ਉਸ ਸਟੇਟਮੈਂਟ ਤੋਂ ਬਚਣ ਲਈ ਲੋਕੀ ਕਹਿੰਦੇ ਯਾਰ ਜਾਂ ਤਾਂ ਮੈਂ ਨਾ ਜਾਵਾਂ ਜਾਂ ਤਾਂ ਮੈਂ ਛੁਪ ਕੇ ਜਾਵਾਂ, ਕਿੱਦਾਂ ਮੈਂ ਕਰਾਂ, ਜਾਂ ਤਾਂ ਫਿਰ ਉਹ ਖੁੱਲ ਕੇ ਬਾਹਰ ਨਹੀਂ ਆ ਪਾਉਂਦੇ, ਜੋ ਕਿ ਇੱਕ ਹੋਰ ਮੇਰੇ ਖਿਆਲ ਨਾਲ ਫੈਕਟਰ ਬਣਦਾ ਆ ਕਿ ਉਹ ਘੁੱਟ ਕੇ ਜੀਣਾ ਸ਼ੁਰੂ ਕਰ ਦਿੰਦੇ, ਜਿਹਦੇ ਕਰਕੇ ਇਦਾਂ ਦੇ ਖਿਆਲ ਉਹਨਾਂ 'ਚ ਆਉਣ ਲੱਗ ਪੈਂਦੇ ਆ। ਪਰ ਜਿੱਥੇ ਤੱਕ ਮੇਰਾ ਖਿਆਲ ਹੈ ਕਿ ਸੈਲਫ ਹਾਰਮ, ਕਿਉਂਕਿ ਮੇਰੇ ਆਪਦੇ ਬ੍ਰਦਰ ਦੇ ਨਾਲ ਇਦਾਂ ਹੋਇਆ ਹੈ ਕਿ ਉਹਨੇ ਪਿਲਸ ਖਾ ਲਈਆਂ ਸੀਗੀਆਂ, ਮੇਰੇ ਖਿਆਲ ਉਹਨੇ ਸੈਲਫ ਹਾਰਮ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ, ਬਟ ਦੈਟ ਲੀਡਸ ਟੂ ਹਿਸ ਡੈਥ। ਤੇ ਮੇਰੇ ਖਿਆਲ ਨਾਲ ਇਦਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਬਾਅਦ 'ਚੋਂ ਜੋ ਕਿ ਤੁਹਾਡੀ ਫੈਮਿਲੀ ਹੈ, ਆਪਣੀ ਫੈਮਿਲੀ ਬਾਰੇ ਇੱਕ ਵਾਰੀ ਸੋਚੋ, ਆਪਣੀ ਮਾਂ ਬਾਰੇ ਸੋਚੋ, ਆਪਣੇ ਪਿਓ ਬਾਰੇ ਸੋਚੋ ਜੋ ਇੰਨੀ ਮਿਹਨਤ ਕਰਕੇ ਤੁਹਾਡੇ ਵਾਸਤੇ ਖਾਣ ਪੀਣ ਨੂੰ ਲੈ ਕੇ ਆ ਰਿਹਾ, ਤਾਂ ਮਤਲਬ ਇੰਨਾ ਜ਼ਿਆਦਾ ਮਿਹਨਤ ਕਰ ਰਿਹਾ, ਕਿਹਦੇ ਵਾਸਤੇ ਕਰ ਰਿਹਾ, ਤੁਹਾਡੇ ਵਾਸਤੇ ਕਰ ਰਿਹਾ। ਤੁਹਾਡੀ ਮਾਂ ਇੰਨੀ ਦਿਨ ਮਤਲਬ ਤੁਹਾਡੇ ਜਾਣ ਤੋਂ ਬਾਅਦ ਉਹਦੀ ਹਾਲਤ ਕੀ ਹੋਊਗੀ, ਇਹ ਸੋਚਿਆ ਕਰੋ ਤੁਹਾਡੇ ਦਿਮਾਗ ਦੇ ਵਿੱਚ, ਅਗਰ ਤੁਹਾਡੇ ਅੰਦਰ ਇੱਦਾਂ ਦਾ ਖਿਆਲ ਆਉਂਦਾ ਪਿਆ ਹੈ। ਪਰ ਅਗਰ ਤੁਹਾਡੇ ਚਲੋ ਮੈਂ ਕਹਿੰਦਾ 1% ਆ ਵੀ ਗਿਆ, ਇੱਦਾਂ ਦਾ ਖਿਆਲ ਆ ਗਿਆ, ਤਾਂ ਮੇਰੇ ਖਿਆਲ ਨਾਲ ਤੁਹਾਨੂੰ ਕਮਿਊਨੀਕੇਟ ਕਰਨਾ ਚਾਹੀਦਾ, ਬਿਕਾਜ਼ ਸੁਸਾਈਡ ਇਜ਼ ਨਾਟ ਐਨ ਆਪਸ਼ਨ। ਠੀਕ ਹੈ, ਸੁਸਾਈਡ ਆਪਸ਼ਨ ਨਹੀਂ ਹੈਗਾ। ਠੀਕ ਹੈ, ਗੱਲ ਕਰੋ ਕੀ ਹੋ ਸਕਦਾ ਹੈ ਨਾ। ਨੈਚੁਰਲੀ ਪ੍ਰੋਫੈਸ਼ਨਲ ਹੈਲਪ ਦਾ ਸੀਨ ਆ ਹੈ ਕਿ ਦੇਖੋ ਸਾਈਕਾਇਟਰੀ ਡਿਸਆਰਡਰ ਜਿਹੜੇ ਤੁਸੀਂ ਕਹਿ ਰਹੇ ਹੋ ਨਾ, ਇੱਧਰ ਸਾਈਕਾਇਟਰਿਸਟ ਕੋਲ ਜਾਂਦੇ ਨੇ ਲੋਕੀ ਜਿਹੜੇ, ਉਹਨਾਂ ਨੂੰ ਜਿੱਦਾਂ ਸਾਡੇ ਲਈ ਤੇ ਉਹ ਭਾਸ਼ਾ ਜਿਹੜੀ ਹੈਗੀ ਆਮ ਭਾਸ਼ਾ 'ਚ ਕੋਈ ਵਰਡ ਹੈ ਪਾਗਲਪੰਤੀ, ਬਟ ਦੇਰ ਆਰ ਲਾਈਕ ਐਜ਼ ਪਰ ICD-10 ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਮੈਂਟਲ ਐਂਡ ਬਿਹੇਵੀਅਰਲ ਡਿਸਆਰਡਰ 300 ਤਰੀਕੇ ਦੇ ਮੈਂਟਲ ਤੇ ਬਿਹੇਵੀਅਰਲ ਡਿਸਆਰਡਰ ਹੁੰਦੇ ਨੇ। ਉਹਨਾਂ ਦੇ ਵਿੱਚੋਂ ਕੁਝ 4-5 ਨੇ ਜਿਹੜੇ ਆਰਗੈਨਿਕ ਡਿਜ਼ੀਜ਼ਸ ਨੇ, ਜਿਵੇਂ ਸਕਿਜ਼ੋਫਰੇਨੀਆ, ਯਾਨੀ ਕਿ ਆਪਣਾ ਮਾਨਸਿਕ ਸੰਤੁਲਨ ਖੋ ਬੈਠਣਾ। ਠੀਕ ਹੈ, ਉਹ ਤੇ ਇੱਕ ਤਰੀਕੇ ਦਾ ਆਰਗੈਨਿਕ ਕਾਜ਼ ਹੋ ਗਿਆ ਕਿ ਤੁਹਾਡੀ ਕੈਮੀਕਲ ਇੰਬੈਲੈਂਸ ਹੀ ਇਹੋ ਜਿਹਾ ਹੋ ਗਿਆ ਤੁਹਾਡੇ ਬ੍ਰੇਨ ਵਿੱਚ ਕਿ ਤੁਸੀਂ ਆਪਣਾ ਆਪਾ ਖੋ ਬੈਠੇ। ਠੀਕ ਹੈ, ਉਹਦੇ ਲਈ ਵੀ ਇੱਕ ਤਰੀਕੇ ਦੀ ਮੈਡੀਸਿਨਲ ਮੈਨੇਜਮੈਂਟ ਚੱਲਦੀ ਹੈ। But when it comes to seeking a psychologist or a psychotherapist, we as professionals there do a sort of case diagnosis. ਅਸੀਂ ਫਿਰ ਪ੍ਰੋਪਰ ਤਰੀਕੇ ਨਾਲ ਤੁਹਾਡੀ ਪੂਰੀ ਦੀ ਪੂਰੀ ਕੇਸ ਹਿਸਟਰੀ ਲੈਂਦੇ ਆ, ਪ੍ਰੋਪਰ ਤਰੀਕੇ ਨਾਲ ਤੁਹਾਡੀ ਪ੍ਰੋਬਲਮ ਦੀ ਜੜ ਤੱਕ ਜਾਈਦਾ ਹੈ। ਹੁਣ ਕਈ ਲੋਕਾਂ ਨੂੰ ਬੇਹੋਸ਼ੀ ਦੀ ਪ੍ਰੋਬਲਮ ਆਉਂਦੀ ਹੈ, ਕਈ ਲੋਕਾਂ ਨੂੰ ਆਈਡੈਂਟੀਟੀ ਦੀ ਡਿਸੋਸੀਏਟਿਵ ਆਈਡੈਂਟੀਟੀ ਦੀ ਪ੍ਰੋਬਲਮ ਆ ਜਾਂਦੀ ਹੈ ਨਾ, ਕਈ ਲੋਕਾਂ ਦੇ ਉੱਤੇ ਸਰੀਰ ਦੇ ਉੱਤੇ ਉਹਨਾਂ ਦੇ ਵੱਖਰੇ ਵੱਖਰੇ ਅੰਗਾਂ ਤੇ ਪ੍ਰੋਬਲਮ ਆ ਰਹੀ ਹੈ, ਬਟ ਕੋਈ ਵੀ ਉਹਨਾਂ ਦੇ ਮੈਡੀਕਲ ਰਿਪੋਰਟਸ ਨਾਰਮਲ ਨੇ, ਆਰਗੈਨਿਕ ਕਾਜ਼ ਨਹੀਂ ਲੱਭ ਰਿਹਾ, that means psychological problem hai. So as a therapist we deal with that, and I think so there should be no shame or stigma in seeking a therapist in terms of getting yourself relieved out of that pain. ਤੇ ਉਸ ਇਨਸਾਨ ਨੂੰ ਆਪਾਂ ਕਿੱਦਾਂ ਡੀਲ ਕਰੀਏ ਕਿ ਅਗਰ ਆਪਾਂ ਕਹਿੰਦੇ ਆ ਕਿ ਸਾਨੂੰ ਪਤਾ ਲੱਗ ਰਿਹਾ ਕਿ
ਕਿ ਸਾਹਮਣੇ ਵਾਲਾ ਬੰਦਾ ਸਫਰ ਕਰ ਰਿਹਾ ਹਾਂ। ਹੈ, ਸਾਨੂੰ ਐਜ਼ ਕਹਿ ਲਓ ਐਜ਼ ਅ ਫਰੈਂਡ, ਐਜ਼ ਅ ਫੈਮਿਲੀ ਮੈਂਬਰ, ਜੋ ਵੀ ਤੁਸੀਂ ਕਹਿ ਲਓ, ਕਿ ਸਾਨੂੰ ਪਤਾ ਲੱਗ ਰਿਹਾ ਕਿ ਸਾਹਮਣੇ ਜੋ ਮੇਰਾ ਲਵ ਵਨ ਆ ਉਹ ਸਫਰ ਕਰ ਰਿਹਾ ਇਸ ਚੀਜ਼ ਨੂੰ। ਤੇ ਅਗਰ ਆਪਾਂ ਉਹਦਾ ਮੈਡੀਕਲੀ ਜੋ ਫਿਜ਼ੀਕਲੀ ਆਪਾਂ ਐਗਜ਼ਾਮੀਨੇਸ਼ਨ ਲੈਂਦੇ ਉਹਦੇ ਵਿੱਚ ਸਭ ਕੁਝ ਨਾਰਮਲ ਆਉਂਦਾ, ਤੇ ਅਗਰ ਆਪਾਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਸਾਈਕੋਲੋਜੀਕਲੀ ਦੇਖੋ ਇੱਕ ਵਾਰੀ ਕਿ ਇੱਕ ਪ੍ਰੋਫੈਸ਼ਨਲ ਨੂੰ ਮਿਲੋ, ਤੇ ਅੱਗੋਂ ਜਵਾਬ ਆਉਂਦਾ ਹੈ ਕਿ ਵੀ ਮੈਂ ਪਾਗਲ ਥੋੜੀ ਆ, ਮੈਂ ਤੁਸੀਂ ਇਦਾਂ ਕਿਉਂ ਕਰਨੇ ਪਏ ਮੈਨੂੰ, ਇਦਾਂ ਦੇ ਕੇਸ ਦੇ ਵਿੱਚ ਤੁਸੀਂ ਉਸ ਪਰਸਨ ਨੂੰ ਕਿੱਦਾਂ ਹੈਂਡਲ ਕਰੋਗੇ? ਦੇਖੋ, ਸਾਈਕੋਥੈਰੇਪੀ ਹੈਲਪਸ ਯੂ ਗੈਟ ਰੀਸਟੋਰਡ ਟੂ ਦ ਨਾਰਮਲ ਫੰਕਸ਼ਨਿੰਗ ਆਫ ਯੋਰ ਲਾਈਫ। ਜੇ ਤੁਸੀਂ ਆਪਣੀ ਲਾਈਫ ਦੀ ਕੁਆਲਿਟੀ ਨੂੰ ਨਹੀਂ ਇੰਜੋਏ ਕਰ ਪਾ ਰਹੇ, ਤੁਸੀਂ ਆਪਣੀ ਲਾਈਫ ਨੂੰ ਕੰਪਰੋਮਾਈਜ਼ ਕਰਕੇ ਜੀ ਰਹੇ ਹੋ, ਤੁਹਾਡੀ ਜੀਣ ਦੀ ਇੱਛਾ ਮੁੱਕਦੀ ਜਾ ਰਹੀ ਦਿਨੋਂ ਦਿਨ, ਤੇ ਕੀ ਫਾਇਦਾ ਹੋਇਆ ਇਹੋ ਜਿਹੇ ਸਟਿਗਮਾ ਦੇ ਵਿੱਚ ਵੀ ਰਹਿਣ ਦਾ? ਐਂਡ ਸਾਈਕੋਲੋਜਿਸਟ ਡੋਂਟ ਡੀਲ ਵਿਦ ਲਾਈਕ ਟਿਪੀਕਲ ਆਰਗੈਨਿਕ ਪ੍ਰੋਬਲਮਸ, we deal with therapizing you so that you are able to manage and restore to the normal functioning of your life, or even in fact start enjoying the better quality of your life. ਠੀਕ ਹੈ, ਸੋ ਉਸ ਹਿਸਾਬ ਨਾਲ ਜੇ ਦੇਖਿਆ ਜਾਵੇ ਤੇ ਕਹਿੰਦੇ ਨਾ ਕਿ ਥੈਰੇਪੀ ਜਿਹੜੀ ਹੈਗੀ ਆ ਤੁਹਾਨੂੰ ਉਹਨਾਂ ਲੋਕਾਂ ਨਾਲ ਡੀਲ ਕਰਨ ਨਾਲ ਹੈਲਪ ਕਰਦੀ ਜਿਨ੍ਹਾਂ ਨੂੰ ਥੈਰੇਪੀ ਦੀ ਲੋੜ ਹੁੰਦੀ ਹੈ। ਸੋ ਥੈਰੇਪੀ ਇਟਸ ਅ ਵੈਰੀ ਹੀਲਿੰਗ ਪ੍ਰੋਸੈਸ। ਇਨਫੈਕਟ ਜਿਹੜੇ ਤੁਹਾਡੇ ਕੁਝ ਇਹੋ ਜਿਹੇ ਪ੍ਰੀਵੀਅਸ ਡੈਮੇਜਸ ਨੇ, ਤੁਹਾਡੇ ਕੋਈ ਪ੍ਰੀਵੀਅਸ ਐਗਜ਼ੌਸਸ਼ਨ ਨੇ ਜਿਹੜੀਆਂ ਪਹਿਲਾਂ ਤੁਹਾਡੇ ਨਾਲ ਕਦੀ ਹੋਈਆਂ, ਜਿਨ੍ਹਾਂ ਨੂੰ ਤੁਸੀਂ ਨਹੀਂ ਰਿਅਲਾਈਜ਼ ਕਰਦੇ, ਇਹੋ ਜਿਹੇ ਕੁਝ ਪਰਸਨੈਲਿਟੀ ਪੈਟਰਨਸ ਨੇ ਜਿਨ੍ਹਾਂ ਕਰਕੇ ਤੁਸੀਂ ਅੱਜ ਦੀ ਤਰੀਕ 'ਚ ਸਫਰਰ ਹੋ, ਉਹ ਵੀ ਚੀਜ਼ਾਂ ਹੀਲ ਕਰਨ ਲਈ ਐਜ਼ ਅ ਥੈਰੇਪਿਸਟ ਅਸੀਂ ਏਡ ਕਰਦੇ ਹਾਂ। ਸੋ ਆਈ ਥਿੰਕ ਸੋ ਇਹਦੇ ਵਾਸਤੇ ਇੱਕ ਤਰੀਕੇ ਦਾ ਪ੍ਰੋਪਰ ਅਵੇਅਰਨੈਸ ਹੋਣਾ ਜ਼ਰੂਰੀ ਹੈ ਕਿ ਵੀ ਆਰ ਨਾਟ ਪਾਗਲਾਂ ਦੇ ਡਾਕਟਰ, ਵੀ ਆਰ ਦੇਅਰ ਟੂ ਹੈਲਪ ਫੁੱਲੀ ਫੰਕਸ਼ਨਿੰਗ ਇੰਡੀਵਿਜੂਅਲਸ ਟੂ ਜਸਟ ਇੰਜੋਏ ਅ ਬੈਟਰ ਕੁਆਲਿਟੀ ਆਫ ਦੇਅਰ ਲਾਈਫ ਬਿਕਾਜ਼ ਦੇ ਆਰ ਸਫਰਿੰਗ ਫॉर ਵਨ অর ਦੀ ਅਦਰ। ਸੋ ਆਪਾਂ ਕਾਫੀ ਸਾਰੇ ਕੁਐਸਚਨ ਜਿਹੜੇ ਨਾਲ ਬੈਠ ਕੇ ਜਦੋਂ ਆਪਾਂ ਪੜ੍ਹੇ ਵੀ ਸੀਗੇ, ਉਹਦੇ ਵਿੱਚ ਕਾਫੀ ਸਾਰੇ ਕੁਐਸਚਨ ਸਾਨੂੰ ਇਹ ਵਾਲੇ ਰਿਸੀਵ ਹੋਏ ਕਿ ਸਾਨੂੰ ਜੌਬ ਇਨਸਿਕਿਉਰਿਟੀ ਹੈਗੀ ਆ, ਜੌਬ ਨਾ ਹੋਣ ਕਰਕੇ ਸਾਨੂੰ ਬਹੁਤ ਜ਼ਿਆਦਾ ਸਟ੍ਰੈਸ ਆਉਂਦਾ ਪਿਆ ਹੈ, ਤੇ ਆਪਾਂ ਆਪਣੇ ਕਰੀਅਰ ਨੂੰ ਤੇ ਆਪਣੇ ਫਿਊਚਰ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰੈਸਡ ਹੈਗੇ ਆ। ਮਤਲਬ ਕਾਫੀ ਸਾਰੇ ਕੁਐਸਚਨਸ ਆਪਾਂ ਇੱਦਾਂ ਪੜ੍ਹੇ ਸੀਗੇ, ਤੇ ਨੈਚੁਰਲੀ ਜੌਬ ਨੂੰ ਲੈ ਕੇ, ਫਿਊਚਰ ਨੂੰ ਲੈ ਕੇ ਸਾਰੇ ਲੋਕੀ ਬਹੁਤ ਜ਼ਿਆਦਾ ਇਨਸਿਕਿਉਰ ਵੀ ਹੁੰਦੇ, ਜਿਹੜੇ ਮਤਲਬ ਜਿਹਨਾਂ ਕੋਲ ਨਹੀਂ ਹੈਗੀ ਜੌਬ, ਨੈਚੁਰਲੀ ਉਹ ਬਹੁਤ ਜ਼ਿਆਦਾ ਦੁਖੀ ਵੀ ਹੈਗੇ। ਤੇ ਉਹਨਾਂ ਨੂੰ ਕਿੱਦਾਂ ਆਪਾਂ ਡੀਲ ਕਰਾਂਗੇ, ਉਹਨਾਂ ਨਾਲ ਕਿੱਦਾਂ ਡੀਲ ਕਰਾਂਗੇ ਜੇ ਅਗਰ ਸਾਡੇ ਕੋਲ ਆਉਂਦੇ ਹੈਗੇ ਦੱਸਦੇ ਕਿ ਵੀ ਜੌਬ ਨਹੀਂ ਹੈਗੀ? ਸੋ ਅੱਜ ਕੱਲ੍ਹ ਜਿਵੇਂ ਕੋਵਿਡ ਸਿਚੁਏਸ਼ਨ ਕਰਕੇ ਕਾਫੀ ਰਿਸੈਸ਼ਨ ਵੀ ਆਇਆ ਹੋਇਆ, ਐਂਡ ਮੈਨੀ ਪੀਪਲ ਆਰ ਲਾਈਕ ਜੌਬਲੈਸ, ਲਿਟਰਲੀ ਦੇ ਲੌਸ ਦੇਅਰ ਜੌਬਸ, ਦੇ ਲੌਸ ਦੇਅਰ ਵਰਕ ਐਂਡ ਆਲ ਦੈਟ, ਐਂਡ ਉਹਦੇ ਕਰਕੇ ਉਹਨਾਂ ਨੂੰ ਫਾਈਨੈਂਸ਼ੀਅਲ ਇਸ਼ੂਜ਼ ਵੀ ਬਹੁਤ ਜ਼ਿਆਦਾ ਆ ਰਹੇ ਨੇ। ਮੇਰਾ ਸੁਜੈਸ਼ਨ ਇਹਦੇ ਵਿੱਚ ਆਹੀ ਰਹੇਗਾ ਕਿ ਪਹਿਲੀ ਗੱਲ ਤੇ ਇਹ ਹੈਗੀ ਕਿ ਤੁਹਾਡੇ ਕੋਲ ਜੇ ਇੱਕ ਤਰੀਕੇ ਦੀ ਅਵੇਲੇਬਿਲਿਟੀ ਹੈਗੀ ਹੈ ਟੂ ਲਰਨ ਸਮਥਿੰਗ, ਟੂ ਲਰਨ ਅ ਸਕਿੱਲ, ਠੀਕ ਹੈ, ਉਹਦੇ ਵਿੱਚ ਜੇ ਤੁਸੀਂ ਕਨਸੈਂਟਰੇਟ ਕਰ ਸਕਦੇ ਹੋ ਤੇ ਤੁਹਾਡੇ ਕੋਲ ਕਲਾ ਹੈ, ਤੇ ਤੁਹਾਡੇ ਕੋਲ ਕਿਸ ਚੀਜ਼ ਦਾ ਹੁਨਰ ਹੈਗਾ ਨਾ, ਤੇ ਉਸ ਦੇ ਬੇਸਿਸ ਦੇ ਉੱਤੇ ਯੂ ਕੈਨ ਸਟਾਰਟ ਫੈਚਿੰਗ ਮਨੀ। ਠੀਕ ਹੈ, ਹੋਏਗਾ ਉਹ ਗ੍ਰੈਜੂਅਲ ਪ੍ਰੋਸੈਸ ਹੀ, ਇਮੀਡੀਏਟਲੀ ਤੁਸੀਂ ਮਿਲੀਅਨੀਅਰ ਬਿਲੀਅਨੀਅਰ ਨਹੀਂ ਬਣੋਗੇ, ਬਟ ਦ ਪੁਆਇੰਟ ਇਜ਼ ਟੂ ਸਟਾਰਟ। ਠੀਕ ਹੈ, ਇੱਥੇ ਲੋਕੀ ਇਸੀ ਇਨਹਿਬਿਸ਼ਨ 'ਚ ਰਹਿੰਦੇ ਨੇ, ਇਸੀ ਇੱਕ ਸੈਟਬੈਕ 'ਚ ਰਹਿੰਦੇ ਨੇ ਕਿ ਅਸੀਂ ਪੜ੍ਹਾਈਆਂ ਐਡੀਆਂ ਕੀਤੀਆਂ, ਅਸੀਂ ਇੰਨੀਆਂ ਡਿਗਰੀਆਂ ਲੈ ਲਈਆਂ, ਅਸੀਂ ਹੁਣ ਕੁਝ ਕਰ ਨਹੀਂ ਪਾਏ। ਦੇਖੋ, ਸਾਡੇ ਕਲਚਰ ਵਿੱਚ, ਸੋਸਾਇਟੀ ਦੇ ਵਿੱਚ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ, ਉਹਦੇ ਵਿੱਚ ਨਾ ਐਜੂਕੇਸ਼ਨ ਦੇ ਤੌਰ 'ਤੇ ਥਿਓਰੈਟੀਕਲ ਨੌਲੇਜ ਵੱਖਰੀ ਹੈ, ਪ੍ਰੈਕਟੀਕਲ ਅਲੱਗ। ਜੇ ਤੁਸੀਂ ਪ੍ਰੈਕਟੀਕਲ ਸੈਟਿੰਗ 'ਚ ਬੈਠੋਗੇ ਤੁਹਾਨੂੰ ਲਿਟਰਲੀ ਇੱਕ ਤਰੀਕੇ ਦਾ ਸ਼ੌਕਰ ਹੀ ਆਏਗਾ ਕਿ ਅਸੀਂ ਆ ਤੇ ਪੜ੍ਹਿਆ ਹੀ ਨਹੀਂ ਸੀ। ਉਹ ਡੀਲਿੰਗ ਇੱਕ ਤਰੀਕੇ ਦਾ ਜਿਹੜਾ ਡਾਇਨਾਮਿਜ਼ਮ ਹੈ ਨੈਚੁਰਲੀ ਹੁੰਦਾ ਹੈ ਕਿ ਆਪਾਂ ਕਾਫੀ ਸਾਰੀ ਜਿੱਦਾਂ ਹੁਣ ਇੰਜੀਨੀਅਰਿੰਗ ਜਿੱਦਾਂ ਹੁਣ ਮੈਂ ਕੀਤੀ, ਉਹਦੇ ਵਿੱਚ ਕੀ ਸੀਗਾ ਕਿ ਆਪਾਂ ਜੋ ਥਿਊਰੀ 'ਚ ਪੜ੍ਹਿਆ, ਜਦੋਂ ਆਪਾਂ ਪ੍ਰੈਕਟੀਕਲ 'ਚ ਅਪਲਾਈ ਕੀਤਾ ਤੇ ਉਹ ਚੀਜ਼ਾਂ ਨਹੀਂ ਅਪਲਾਈ ਹੁੰਦੀਆਂ। ਤੁਹਾਨੂੰ ਪ੍ਰੈਕਟੀਕਲ 'ਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਔਨ ਦ ਸਪੌਟ ਤੁਹਾਨੂੰ ਆਉਂਦੀਆਂ ਹੈ, ਤੁਸੀਂ ਸਿੱਖਦੇ ਹੈ, ਤੇ ਉਹ ਜਦੋਂ ਤੁਸੀਂ ਅਪਲਾਈ ਕਰਦੇ ਆ ਫਿਰ ਤੁਸੀਂ ਉਹ ਨੈਚੁਰਲੀ ਤੁਹਾਡੇ ਥੌਟ ਪ੍ਰੋਸੈਸ ਦੇ ਵਿੱਚ ਆ ਜਾਂਦਾ ਕਿ ਅੱਛਾ ਇਹ ਚੀਜ਼ ਨੂੰ ਇਦਾਂ ਕਰਨਾ ਹੈ, ਐਕਚੁਅਲੀ ਮੈਂ ਪੜ੍ਹਿਆ ਇਹ ਸੀਗਾ ਉਹ ਇਦਾਂ ਹੋਣਾ ਹੈ। ਹਾਂ, ਸੋ ਕੀ ਹੈਗਾ ਕਿ ਜਦ ਤੁਸੀਂ ਪ੍ਰੋਫੈਸ਼ਨਲ ਸੈਟਿੰਗ 'ਚ ਬੈਠਦੇ ਹੋ, ਪ੍ਰੋਫੈਸ਼ਨਲ ਸੈਟਿੰਗ ਦੇ ਵਿੱਚ ਇੱਕ ਆਪਣੇ ਤਰੀਕੇ ਦਾ ਐਕਸਪੀਰੀਅੰਸ ਹੁੰਦਾ ਜਿਹਦੇ ਨਾਲ ਤੁਹਾਡੀ ਲਰਨਿੰਗ ਜਿਹੜੀ ਹੈਗੀ ਵੱਧ ਜਾਂਦੀ, ਤੇ ਤੁਹਾਡਾ ਫਿਰ ਕੱਲ੍ਹ ਨੂੰ ਜੇ ਤੁਸੀਂ ਇੰਡੀਵਿਜੂਅਲੀ ਵੀ ਜੇ ਕੁਝ ਆਪਣਾ ਸਟਾਰਟਅਪ ਹੀ ਕਰਨ ਜਾਂਦੇ ਹੋ ਤੇ ਤੁਹਾਨੂੰ ਪਤਾ ਹੁੰਦਾ ਕਿ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ। ਉਹਦੇ ਵਾਸਤੇ ਸੀ ਪੀਪਲ ਸੀ ਕਿ ਵੀ ਸਾਡੇ ਕੋਲ ਫਿਰ ਜੌਬ ਅਪੋਰਚੁਨਿਟੀਜ਼ ਨਹੀਂ ਹੈਗੀਆਂ, ਉਹ ਤੇ ਚਲੋ ਇੱਕ ਤਰੀਕੇ ਦਾ ਮਤਲਬ ਗਵਰਨਮੈਂਟ ਦੇ ਅੰਡਰ ਵੀ ਰਿਸਪੌਂਸਿਬਿਲਿਟੀ ਆਉਂਦੀ ਹੈ, ਬਟ ਉਹ ਇੱਕ ਸੈਕੰਡਰੀ ਇਸ਼ੂ ਹੈ। ਪੁਆਇੰਟ ਇਸ ਕਿ ਤੁਹਾਡੀ ਕਿੱਡੀ ਕਪੈਸਿਟੀ ਹੈ ਕਿ ਤੁਸੀਂ ਆਪਣੇ ਉੱਤੇ ਕਿੰਨਾ ਕੰਮ ਕਰ ਰਹੇ ਹੋ। ਜਸਟ ਤੁਸੀਂ ਪੜ੍ਹ ਲਿਖ ਲਿਆ, ਜਸਟ ਤੁਸੀਂ ਉਹ ਚੀਜ਼ ਡਿਜ਼ਰਵ ਕਰਦੇ ਹੋ, ਡਜ਼ਨਟ ਮੀਨ that ਤੁਸੀਂ ਤੁਹਾਨੂੰ ਉਹ ਜੌਬ ਮਿਲੇਗੀ ਹੀ ਮਿਲੇਗੀ ਜਾਂ ਮਿਲਣੀ ਚਾਹੀਦੀ ਹੈ। ਜੇ ਤੁਹਾਨੂੰ ਉਹ ਜੌਬ ਨਹੀਂ ਵੀ ਮਿਲ ਰਹੀ, ਆਈ ਸੁਜੈਸਟ ਤੁਸੀਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਟ੍ਰੇਨਿੰਗ ਪੀਰੀਅਡ ਦੇ ਵਿੱਚ ਪਾਓ। ਠੀਕ ਹੈ, ਤੁਸੀਂ ਕੋਈ ਸਕਿੱਲ ਸਿੱਖੋ, ਤੁਸੀਂ ਕੁਝ ਲਰਨ ਕਰੋ, ਆਪਣੇ ਆਪ ਨੂੰ ਕਾਬਲ ਬਣਾਓ। ਜਿਵੇਂ ਉਹ 3 Idiots मूवी 'ਚ ਵੀ ਕਹਿੰਦਾ ਹੈ ਕਿ ਕਾਮਯਾਬੀ के पीछे मत भागो, काबिलियत के पीछे भागो, कामयाबी झक मार के पीछे आएगी। सो आई थिंक सो दैट शुड बी योर मोटो, एंड इफ यू आर ट्रेनिंग योरसेल्फ इनटू वेरीअस डोमेन्स, है ना। ਹੁਣ ਭਾਵੇਂ ਤੁਸੀਂ ਆਪ ਜਿਵੇਂ ਦੱਸਿਆ ਕਿ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਤੇ ਰਵਨੀਤ ਨੇ ਇੰਟੀਰੀਅਰ ਡਿਜ਼ਾਈਨਿੰਗ ਕੀਤੀ ਹੈ, ਬਟ ਨਾਓ ਟੂਡੇ ਯੂ ਬੋਥ ਆਰ ਲਾਈਕ ਸੋਸ਼ਲ ਮੀਡੀਆ ਵਲੌਗਰਸ।
right? You guys are such great influencers. वो चीज़ किਵੇਂ होया? You guys took a period, like you trained yourself into that, you learned that new skill, and now ਤੁਸੀਂ ਕਮਾਲ ਕਰ ਰਹੇ ਹੋ, ਛਾ ਰਹੇ ਹੋ ਉਸ ਚੀਜ਼ ਵਿੱਚ, ਹੈ ਨਾ? So I think so as a human being we have this dynamism to learn and train ourselves into whatever domains we want. So pick your thing, choose your skill and just go with it, and when the right time would occur, things would start to take place on their own. But the point is ना कि तुसी start ते करो, जे इधे खाली बैठ के तुसी दुखी रहोगे, रोंदे रहोगे, then you won't be exactly अगर तुसी कदम ही ਅੱਗੇ ਨਹੀਂ ਵਧਾਓਗੇ ਤਾਂ ਫਿਰ ਤੁਹਾਡਾ ਦੌੜਨਾ ਕਿੱਦਾਂ ਸ਼ੁਰੂ ਹੋਏਗਾ? exactly ਦੌੜਨ ਲਈ ਤੁਹਾਨੂੰ ਕਦਮ ਤਾਂ ਵਧਾਉਣਾ ਹੀ ਪਏਗਾ। yes ਸੋ ਅਗਰ ਮੈਂ ਗੱਲ ਕਰਾਂ ਕਿ ਜੋ ਵੀ ਮੈਂਟਲ ਹੈਲਥ ਇਸ਼ੂਜ਼ ਜਿੰਨੇ ਵੀ ਹੁੰਦੇ ਆ ਲੋਕਾਂ ਨੂੰ, ਹਨਾ, ਇਹਦੇ ਵਿੱਚ ਕੋਈ ਪ੍ਰੋਪਰ ਮੈਡੀਕੇਸ਼ਨ ਲੈਣ ਦੀ ਲੋੜ ਹੁੰਦੀ ਹੈ ਬੰਦੇ ਨੂੰ? ਕਿਸ ਤਰ੍ਹਾਂ ਦੀ ਮੈਡੀਕੇਸ਼ਨ ਲੈਣ ਦੀ ਲੋੜ ਹੁੰਦੀ ਹੈ, ਤੇ ਕਿਆ ਉਹ ਲੈਣੀ ਵੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ, ਕੀ ਹਿਸਾਬ ਕਿਤਾਬ? देखो केस टू केस डिपेंड करता है कि मैडिसिनल मैनेजमेंट की जरूरत हैगी है कि नहीं, बट ਉਹਦੇ ਵਾਸਤੇ ਇੱਕਦਮ ਤੋਂ ਸਟ੍ਰੇਟ ਅਵੇ ਦਵਾਈਆਂ ਖਾਣ ਦੇ ਵਿੱਚ ਨਹੀਂ ਜਾਣਾ ਚਾਹੀਦਾ। ਇੱਥੇ ਸਾਡੇ ਇੰਡੀਅਨਸ ਨੂੰ ਬਹੁਤ ਆਦਤ ਹੈ ਹਰ ਗੱਲ ਦੇ ਵਿੱਚ ਦੇ ਆਰ ਪੋਪਿੰਗ ਅ ਪਿਲ, ਸਰ ਦਰਦ ਹੋ ਰਿਹਾ ਡਿਸਪਰਿਨ ਖਾ ਲਓ, ਬੁਖਾਰ ਹੈ ਪੈਰਾਸੀਟਾਮੋਲ ਖਾ ਲਓ, ਮਤਲਬ ਦੇ ਡੋਂਟ ਲੈਟ ਦੈਟ ਫੀਲਿੰਗ ਜਾਂ ਕੁਝ ਵੀ ਇੱਦਾਂ ਟੂ ਰੀਸਰਫੇਸ ਔਨ ਇਟਸ ਓਨ, है ना? सो ਕੀ ਹੁੰਦਾ ਆ ਕਿ ਵੀ ਜਿਵੇਂ ਉਹ ਇੱਕ ਹੈਬਿਟ ਫਾਰਮੇਸ਼ਨ ਹੈਗੀ ਪਲੱਸ ਉਹ ਮੈਂਟਲ ਹੈਲਥ ਦਾ ਵੀ ਇੱਕ ਸਿਗਮਾ ਹੈਗਾ, ਤਾਂ ਲੋਕਾਂ ਨੂੰ ਹਰ ਚੀਜ਼ ਆ ਹੁੰਦਾ ਦਵਾਈ ਮਿਲ ਜਾਏ ਮੈਂ ਠੀਕ ਹੋ ਜਾਊਂਗਾ। ਉਹ ਦਵਾਈਆਂ ਦੇ ਅਸਰ 'ਚ ਲੋਕੀ ਕਈ ਵਾਰੀ ਡਰੱਗਸ ਵੱਲ ਨੂੰ ਤੁਰ ਪੈਂਦੇ ਨੇ, ਨਸ਼ਿਆਂ ਵੱਲ ਨੂੰ ਤੁਰ ਪੈਂਦੇ ਨੇ, ਸ਼ਰਾਬਾਂ ਵੱਲ ਨੂੰ ਤੁਰ ਪੈਂਦੇ ਨੇ। ਦੈਟਸ ਜਸਟ ਨਾਟ ਅ ਹੈਲਦੀ ਮੀਡੀਅਮ ਟੂ ਕੋਪ ਵਿਦ ਯੋਰ ਕਰੰਟ ਸਟ੍ਰੈਸ। ਐਂਡ ਪਲੱਸ ਸਾਡਾ ਜਿਹੜਾ ਹਿਊਮਨ ਬ੍ਰੇਨ ਹੈ ਉਹ ਐਡਾ ਟ੍ਰਿਕੀ ਹੈ, ਇਟ ਕੈਨ ਐਕਚੁਅਲੀ ਕ੍ਰੀਏਟ ਸਿੰਪਟਮਸ, ਫਿਜ਼ੀਓਲੋਜੀਕਲ ਸਿੰਪਟਮਸ ਕ੍ਰੀਏਟ ਕਰ ਸਕਦਾ ਆਊਟ ਆਫ ਯੋਰ ਸਾਈਕੋਲੋਜੀਕਲ ਪੇਨ। ਸੋ ਇਵਨ ਇਫ ਯੂ ਆਰ ਗੋਇੰਗ ਥਰੂ ਸਮਥਿੰਗ ਜਿਹੜਾ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਿਹਾ, ਉਹਦੇ ਫਿਜ਼ੀਓਲੋਜੀਕਲ ਇਫੈਕਟਸ ਤੁਸੀਂ ਆਪਣੀ ਬੋਡੀ ਤੇ ਹੁੰਦੇ ਆ ਦੇਖ ਸਕਦੇ ਹੋ ਸ਼ਰੇਆਮ। ਜਿਵੇਂ ਪੈਨਿਕ ਅਟੈਕ ਦੇ ਦੌਰਾਨ ਸਾਹ ਦਾ ਫੁੱਲਣਾ, ਤੁਹਾਨੂੰ ਸਾਹ ਨਹੀਂ ਆਉਂਦਾ, ਤੁਹਾਨੂੰ ਪੈਲਪੀਟੇਸ਼ਨ ਹੁੰਦੀਆਂ ਨੇ, ਤਾਂ ਉਹ ਇੱਕ ਤਰੀਕੇ ਦਾ ਜਿਹੜਾ ਪੈਨਿਕ ਅਟੈਕ ਹੁੰਦਾ ਹੈ ਉਹ ਹਾਰਟ ਅਟੈਕ ਨੂੰ ਵੀ ਇਮੀਟੇਟ ਕਰਦਾ ਹੁੰਦਾ ਹੈ, ਐਸਮਾ ਨੂੰ ਵੀ ਇਮੀਟੇਟ ਕਰਦਾ ਹੁੰਦਾ ਹੈ ਨਾ। ਸੋ ਉਹਦੇ ਨਾਲ ਤੁਹਾਨੂੰ ਹੋਰ ਫਿਜ਼ੀਓਲੋਜੀਕਲ ਪ੍ਰੋਬਲਮਸ ਆਉਣਗੀਆਂ, ਨੀਂਦ ਨਹੀਂ ਆਏਗੀ ਪ੍ਰੋਪਰਲੀ, ਭੁੱਖ ਨਹੀਂ ਲੱਗੇਗੀ, ਜੀ ਨਹੀਂ ਕਿਤੇ ਵੀ ਲੱਗੇਗਾ, ਰੈਸਟਲੈਸਨੈਸ ਰਹੇਗੀ, ਘਬਰਾਹਟ ਪੈਂਦੀ ਰਹੇਗੀ, ਨੌਜੀਆ ਹੁੰਦਾ ਰਹੇਗਾ। ਉਹ ਇੱਕ ਫਿਜ਼ੀਓਲੋਜੀਕਲ ਸਿੰਪਟਮਸ ਹੈ ਜਿਹੜੀ ਤੁਹਾਡਾ ਬ੍ਰੇਨ ਕ੍ਰੀਏਟ ਕਰ ਦਿੰਦਾ ਹੈ ਤੁਹਾਡੀ ਬੋਡੀ ਦੇ ਉੱਤੇ, ਬਿਕੋਜ਼ ਇਟ ਇਜ਼ ਵੈਰੀ ਓਵਰਵੈਲਮਡ ਡਿਊ ਟੂ ਯੋਰ ਸਾਈਕੋਲੋਜੀਕਲ ਇਸ਼ੂਜ਼। ਸੋ ਕੀ ਹੁੰਦਾ ਹੈ ਕਿ ਮੈਡੀਕਲ ਮੈਨੇਜਮੈਂਟ ਉਹੋ ਹੀ ਅਸਰ ਕਰਦੀ, ਉਦੋਂ ਹੀ ਅਸਰ ਕਰਦੀ ਹੈ ਜਦ ਤੁਹਾਡਾ ਇੱਕ ਤਾਂ ਕੇਸ ਪ੍ਰੋਪਰਲੀ ਡਾਇਗਨੋਜ਼ ਹੋਵੇ ਕਿ ਤੁਹਾਨੂੰ ਮੈਡੀਸਿਨ ਦੀ ਲੋੜ ਵੀ ਹੈਗੀ ਕਿ ਨਹੀਂ। ਜੇ ਤਾਂ ਤੁਹਾਨੂੰ ਕਲੀਨਿਕਲ ਇਸ਼ੂਜ਼ ਹੈਗੇ ਨੇ, ਇਫ ਯੂ ਆਰ ਗੋਇੰਗ ਥਰੂ ਕਲੀਨਿਕਲ ਡਿਪਰੈਸ਼ਨ, ਕਲੀਨਿਕਲ ਐਂਜ਼ਾਈਟੀ, ਓਨਲੀ ਵਾਂਸ ਇਟ ਇਜ਼ ਡਾਇਗਨੋਜ਼ਡ ਬਾਏ ਅ ਸਾਈਕੋਲੋਜਿਸਟ ਔਰ ਅ ਸਾਈਕਾਇਟਰਿਸਟ, ਤਾਂ ਜਾ ਕੇ ਤੁਸੀਂ ਮੈਡੀਸਿਨ ਲੈ ਸਕਦੇ ਹੋ। ਠੀਕ ਹੈ, ਉਹ ਵੀ ਮੈਡੀਸਿਨਲ ਮੈਨੇਜਮੈਂਟ ਜਿਹੜੀ ਹੁੰਦੀ ਹੈ ਉਹ ਐਜ਼ ਪਰ ਗਾਈਡੈਂਸ ਹੁੰਦੀ ਹੈ, ਇੱਕਦਮ ਤੋਂ ਤੁਸੀਂ ਮੈਡੀਸਿਨ ਨਹੀਂ ਲੈ ਸਕਦੇ, ਦੈਟ ਇਜ਼ ਅਗੇਂਸਟ ਦ ਪ੍ਰੋਟੋਕੋਲ, ਬਿਕੋਜ਼ ਉਹ ਸੀਰੀਅਸ ਡਰੱਗਸ ਨੇ ਦੈਟ ਕੈਨ ਲੀਡ ਟੂ ਡੈਮੇਜਿੰਗ ਇਫੈਕਟਸ ਟੂ ਯੋਰ ਬ੍ਰੇਨ ਲੇਟਰ। ਠੀਕ ਹੈ, ਤੇ ਬਟ ਮੈਡੀਸਿਨ ਦੇ ਨਾਲ ਨਾਲ ਸਾਈਕੋਥੈਰੇਪੀ, ਜੇ ਤੁਹਾਨੂੰ ਸਾਈਕੋਥੈਰੇਪੀ ਵੀ ਐਡਵਾਈਸ ਕੀਤੀ ਜਾਂਦੀ ਹੈ ਤੇ ਸਾਈਕੋਥੈਰੇਪੀ ਤੁਹਾਡੀ ਸੋਚ ਲਈ ਹੈ, ਬਿਕੋਜ਼ ਸੀ ਸਾਈਕੋਲੋਜੀਕਲ ਡਿਸਆਰਡਰਸ ਦੀ ਫਾਊਂਡੇਸ਼ਨ ਹੈਗੀ, ਇੱਕ ਹੁੰਦੇ ਸਾਡੇ ਬ੍ਰੇਨ ਵਿੱਚ ਕੈਮੀਕਲਸ, ਇੱਕ ਹੁੰਦੀ ਸਾਡੀ ਸੋਚ। ਇਹ ਦੋਨੋਂ ਜਿਹੜੇ ਹੈਗੇ ਸੇਮ ਲੈਵਲ ਤੇ ਕੰਮ ਕਰਦੇ ਨੇ, ਇਹਨਾਂ ਵਿੱਚੋਂ ਕੋਈ ਵੀ ਇੱਕ ਦੂਜੇ ਨਾਲ ਉੱਤੇ ਥੱਲੇ ਹੋਇਆ ਅਸਰ ਆਉਂਦਾ ਹੀ ਆਉਂਦਾ ਸਾਈਕੋਲੋਜੀਕਲ ਲੈਵਲ ਤੇ। ਸੋ ਕੀ ਹੋਏਗਾ ਕਿ ਦਵਾਈ ਦੇ ਨਾਲ ਤੁਹਾਡਾ ਜਿਹੜਾ ਕੈਮੀਕਲ ਇੰਬੈਲੈਂਸ ਹੈ ਉਹ ਮੈਨੇਜ ਹੁੰਦਾ ਹੈ, ਸਾਈਕੋਥੈਰੇਪੀ ਦੇ ਨਾਲ ਤੁਹਾਡੀ ਸੋਚ ਮੈਨੇਜ ਹੁੰਦੀ ਹੈ। ਦੋਨੋਂ ਲੈਵਲ ਦੇ ਉੱਤੇ ਟ੍ਰੀਟਮੈਂਟ ਚੱਲ ਜਾਏਗੀ ਤੇ ਤੁਹਾਨੂੰ ਅਸਰ ਜਲਦੀ ਆਏਗਾ। ਬਟ ਹਰ ਇੱਕ ਕੇਸ ਦੇ ਉੱਤੇ ਦਵਾਈ ਨਹੀਂ ਅਸਰ ਹੁੰਦੀ, ਹਰ ਇੱਕ ਕੇਸ ਤੇ ਦਵਾਈ ਦੀ ਨੈਸੈਸਿਟੀ ਵੀ ਨਹੀਂ ਹੁੰਦੀ। ਸਾਈਕੋਥੈਰੇਪੀ ਨਾਲ ਹੀ ਕਈਆਂ ਨੂੰ ਬਹੁਤ ਅਸਰ ਪੈ ਜਾਂਦਾ ਹੈ। ਮੈਂ ਬਹੁਤ ਪਰਸਨਲੀ ਇਹੋ ਜਿਹੇ ਕੇਸਿਸ ਅਟੈਂਡ ਕੀਤੇ ਨੇ। ਤੇ ਇਸ ਕੇਸ ਦੇ ਵਿੱਚ ਕੀ ਆਪਣਾ ਜਿਹੜੀ ਜੋ ਆਪਾਂ ਥੈਰੇਪੀ ਸੈਸ਼ਨ ਜਿਹੜੇ ਲੈਂਦੇ ਆ ਤੇ ਉਹ ਕਿੰਨਾ ਕੁ ਕਾਰਗਰ ਆ? ਅਗਰ ਆਪਾਂ ਮੈਡੀਕੇਸ਼ਨ ਨੂੰ ਲਈਏ, ਅਗਰ ਇੱਕ ਬੰਦਾ ਮੈਡੀਕੇਸ਼ਨ ਲੈਂਦਾ ਤੇ ਇੱਕ ਬੰਦਾ ਅਗਰ ਥੈਰੇਪੀ ਲੈਂਦਾ, ਤਾਂ ਉਹ ਦੋਨਾਂ ਦੇ ਵਿੱਚੋਂ ਕੀ 50% ਉਹੀ ਨਾ ਕਿ ਜਿੱਦਾਂ 50% ਉਹਨੇ ਕੈਮੀਕਲ ਇੰਬੈਲੈਂਸ ਰੀਸਟੋਰ ਹੋਣ ਦੇ ਨਾਲ ਪਤਾ ਕੀ ਹੋਏਗਾ, ਤੁਹਾਨੂੰ ਫਿਜ਼ੀਓਲੋਜੀਕਲ ਸਿੰਪਟਮ ਨਹੀਂ ਆਣਗੇ। ਬਟ ਅਗੇਨ ਸੋਚ ਟ੍ਰਿਗਰ ਹੈ, ਜੇ ਤੁਹਾਡਾ ਥਾਟ ਉਹ ਆ ਗਿਆ, ਜੇ ਤੁਹਾਡੀ ਪ੍ਰੀਓਕੂਪੇਸ਼ਨ ਉਹ ਵਾਲਾ, ਉਹੀ ਤੁਸੀਂ ਸੇਮ ਟੌਕਸਿਕ ਪੈਟਰਨ ਯੂਜ਼ ਕੀਤਾ, ਦੁਬਾਰਾ ਸਿੰਪਟਮ ਆ ਜਾਣਗੇ। ਬ੍ਰੇਨ ਨੇ ਕੀ ਕਰਨਾ, ਉਹਨੇ ਓਵਰਵੈਲਮ ਹੋ ਕੇ ਸਿੱਧਾ ਸਿੰਪਟਮ ਬਣਾ ਦੇਣੇ, ਹੈ ਨਾ। ਹੁਣ ਜਿੱਦਾਂ ਸਟ੍ਰੈਸ, ਕਾਫੀ ਥਾਇਰੋਇਡ ਦੀ ਪ੍ਰੋਬਲਮ ਹੁੰਦੀ ਹੈ ਲੋਕਾਂ ਨੂੰ, ਉਹ ਕੀ ਹੈਗਾ, ਤੁਹਾਡਾ ਜਿਹੜਾ ਕੋਰਟੀਸੋਲ ਲੈਵਲ ਹੈ ਉਹ ਡਿਸਟਰਬ ਹੋ ਜਾਂਦਾ, ਥਾਇਰੋਇਡ ਸਟੀਮੂਲੇਟਿੰਗ ਹਾਰਮੋਨ ਜਿਹੜਾ ਹੁੰਦਾ ਉਹ ਡਿਸਟਰਬ ਹੋ ਜਾਂਦਾ, ਉਹਦੇ ਕਰਕੇ ਫਿਰ ਲੋਕਾਂ ਨੂੰ ਆ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਹੋਰ ਫਿਜ਼ੀਓਲੋਜੀਕਲ ਇਫੈਕਟਸ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਯਾ ਸਾਈਕੋਥੈਰੇਪੀ ਹੈਲਪਸ ਅ ਲੋਟ ਸੋਚ ਦੇ ਲੈਵਲ ਤੇ ਬੈਲੈਂਸ ਕਰਨ ਵਾਸਤੇ। ਇਟ ਇਜ਼ ਅ 50% ਟ੍ਰੀਟਮੈਂਟ, ਬਟ ਬਿਫੋਰ ਯੂ ਇੰਡਲਜ ਇਨਟੂ ਦੈਟ ਯੂ ਸ਼ੁਡ ਗੈਟ ਯੋਰ ਕੇਸ ਡਾਇਗਨੋਜ਼ਡ ਇਨ ਅ ਬੈਟਰ ਵੇ ਕਿ ਐਗਜ਼ੈਕਟਲੀ ਪ੍ਰੋਬਲਮ ਕੀ ਹੈ। ਐਂਡ ਫॉर दैट आई बिलीव देयर शुड बी no shame in seeing a therapist or seeing a psychologist, because it is all a question of your health. ਸੋ ਗਾਈਜ਼, ਤੁਸੀਂ ਸੁਣਿਆ ਮਿਸ ਨਿਕਿਤਾ ਜੀ ਸਾਡੇ ਨਾਲ ਬੈਠੇ ਹੋਏ ਤੇ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਅਗਰ ਤੁਹਾਨੂੰ ਐਸਾ ਕੋਈ ਪ੍ਰੋਬਲਮ ਹੈ, ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਤੁਹਾਨੂੰ ਸਾਈਕੋਲੋਜੀਕਲ ਪ੍ਰੋਬਲਮ ਹੁੰਦੀ ਪਈ ਆ, ਤੇ ਬਿਲਕੁਲ ਵੀ ਨਾ ਸ਼ਰਮਾਓ ਤੇ ਇੱਕ ਸਾਈਕੈਟਰਿਸਟ ਜਾਂ ਸਾਈਕੈਟਰਿਸਟ ਨੂੰ ਮਿਲੋ
ਤੇ ਅਗਰ ਆਪਣਾ ਮਤਲਬ ਕੇਸ ਸਟੱਡੀ ਕਰਵਾਓ ਪਲੀਜ਼ ਉਹਨਾਂ ਜਾ ਕੇ, ਤੇ ਅਗਰ ਨਹੀਂ ਤੇ ਐਟਲੀਸਟ ਗੱਲ ਕਰੋ, ਜੋ ਵੀ ਤੁਹਾਡਾ ਲਵ ਵਨ ਹੈਗਾ ਉਹਨਾਂ ਨਾਲ ਗੱਲ ਕਰੋ। ਕਿਉਂਕਿ ਕਈ ਵਾਰ ਇਦਾਂ ਹੁੰਦਾ ਆਪਾਂ ਕਿਸੇ ਤੇ ਨਹੀਂ ਵਿਸ਼ਵਾਸ ਕਰ ਪਾਉਂਦੇ ਕਿ ਇਹ ਕਿਤੇ ਮੇਰੀ ਗੱਲ ਕਿਤੇ ਹੋਰ ਨਾ ਦੱਸ ਦੇਵੇ, ਤਾਂ ਤੁਸੀਂ ਜੇ ਡਾਕਟਰ ਕੋਲ ਜਾਓਗੇ ਤੇ ਉਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਪਹਿਲੀ ਗੱਲ ਤੇ, ਕਿਉਂਕਿ ਉਹ ਤੁਹਾਡੀ ਗੱਲ ਆਪਣੇ ਤੱਕ ਰੱਖੋਗੇ ਤੇ ਤੁਹਾਨੂੰ ਉਹਦਾ ਸੋਲੂਸ਼ਨ ਹੀ ਦਿਓਗੇ। ਸੋ ਤੁਹਾਨੂੰ ਜ਼ਰੂਰ, ਅਗਰ ਤੁਹਾਨੂੰ ਜ਼ਿਆਦਾ ਜ਼ਰੂਰਤ ਫੀਲ ਹੋ ਰਹੀ ਹੈ ਤੇ ਜਾਣਾ ਹੀ ਚਾਹੀਦਾ ਹੈ ਮੇਰੇ ਖਿਆਲ ਨਾਲ। ਸੋ ਥੈਂਕ ਯੂ ਸੋ ਮਚ ਮਿਸ ਨਿਕਿਤਾ ਕਿ ਇੱਥੇ ਆਉਣ ਲਈ, ਸਾਡੇ ਨਾਲ ਗੱਲਾਂ ਬਾਤਾਂ ਕਰਨ ਲਈ ਐਂਡ ਹੈਲਪਿੰਗ ਆਊਟ ਸਾਡੇ ਵਿਊਅਰਸ ਨੂੰ ਇਹਨਾਂ ਦਾ ਵੀ ਹੈਲਪ ਆਊਟ ਕੀਤਾ, ਤੇ ਥੈਂਕ ਯੂ ਸੋ ਮਚ। ਮਾਈ ਪਲੇਜ਼ਰ। ਮਿਸ ਨਿਕਿਤਾ ਨੂੰ ਤੁਸੀਂ ਰੀਚ ਆਊਟ ਕਰ ਸਕਦੇ ਹੋ, ਉਹਨਾਂ ਦਾ ਇੰਸਟਾਗ੍ਰam ਹੈਂਡਲ ਜਿਹੜਾ ਹੈਗਾ ਆ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ। ਅਗਰ ਤੁਹਾਨੂੰ ਕੋਈ ਵੀ ਇਸ਼ੂ ਹੈਗਾ ਆ ਤੁਸੀਂ ਉਹਨਾਂ ਨੂੰ DM ਕਰ ਸਕਦੇ ਹੋ, ਤੇ ਬਾਕੀ ਤੁਸੀਂ ਉਹਨਾਂ ਨਾਲ ਗੱਲ ਕਰੋ ਤੇ ਜ਼ਰੂਰ ਤੁਹਾਨੂੰ ਹੈਲਪ ਆਊਟ ਕਰੂਗੇ। ਸੋ ਥੈਂਕ ਯੂ ਸੋ ਮਚ। ਇਹ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਜ਼ਰੂਰ ਕਰ ਦਿਓ, ਤੇ ਥੈਂਕ ਯੂ। ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜੇ ਕਿਸੇ ਹੋਰ ਨੂੰ ਵੀ ਇਦਾਂ ਦੀ ਕੋਈ ਪ੍ਰੋਬਲਮ ਆ, ਉਹ ਵੀ ਵੀਡੀਓ ਦੇਖੇ ਤੇ ਉਹਨਾਂ ਦਾ ਵੀ ਥੋੜਾ ਟੈਨਸ਼ਨ ਘਟੇ, ਤੇ ਇਦਾਂ ਹੀ ਤੇ ਇਹ ਵਾਲੀ ਇਹ ਵੀਡੀਓਜ਼ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵੱਲ ਪਹੁੰਚਾਓ, ਕਿਉਂਕਿ ਜਿਹਨੂੰ ਲੋੜ ਹੈ ਐਟਲੀਸਟ ਲੋੜਵੰਦ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ। ਸੋ ਥੈਂਕ ਯੂ ਸੋ ਮਚ ਗਾਇਜ਼, ਬਾਏ ਬਾਏ।